वारी मूल मंत्र गुरमंत्र पढ़ के फिर आप शुरू करते हैं। सो अब वाहिगुरू ने याद करें। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद जप। आद सच जुगाद सच है भी सच नानक होसी भी सच। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद जप। आद सच जुगाद सच है भी सच नानक होसी भी सच। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद जप। आद सच जुगाद सच है भी सच नानक होसी भी सच। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद जप। आद सच जुगाद सच है भी सच नानक होसी भी सच। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद जप। आद सच जुगाद सच है भी सच नानक होसी भी सच। वाहेगुरु 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 वाहेगुरु। वाहिगुरू जी का खालसा वाहिगुरू जी की फतेह। सतगुरु साहब ने बख्शिश की आप इकट्ठे हुए हैं। सो आप अज कड़ाह प्रसाद की देग तैयार करनी है। सो गुरु साहिब जी की देग जी मर्यादा आ वो आप जो लिखतियाँ चाहते हैं जो सीने बसीने आई है दसी जाती है आप सारी टोटल थोड़ा दसांगे। सो बाकी फिर जो कई बारी ਜਿਹੜੇ ਬਣਾਉਂਦੇ ਆ ਦੇਗ ਸੇਵਾਦਾਰ ਉਹਨੂੰ ਅੰਦਾਜ਼ਾ ਆ ਜਾਂਦਾ ਆ। ਸੋ ਉਹ ਫਿਰ ਉਹ ਸਾਰੀਆਂ ਚੀਜ਼ਾਂ ਇਹ ਜਿੱਦਾਂ ਹੁਣ ਆਪਾਂ ਸਕੇਲਸ ਵੀ ਵੇਸ ਬਿਕਾਜ਼ ਆਪਾਂ ਸਕੇਲ ਨਾਲ ਵੇ ਕਰਨੀ ਆ ਇੰਗਰੀਡੀਐਂਟਸ। ਸੋ ਜ਼ਰੂਰੀ ਨਹੀਂ ਹੁੰਦੀ ਬਾਅਦ ਫਿਰ ਅੰਦਾਜ਼ਾ ਆ ਜਾਂਦਾ ਹੈ। ਪਰ ਅੱਜ ਆਪਾਂ ਸਾਰੇ ਸਟਾਰਟ ਤੋਂ ਲੈ ਕੇ ਐਂਡ ਤੱਕ ਤੁਹਾਨੂੰ ਸਾਰਾ ਕੁਝ ਦੱਸਾਂਗੇ। ਤਾਂ ਜਦੋਂ ਤੁਸੀਂ ਬਣਾਉਣ ਲੱਗੇ ਫਿਰ ਤੁਹਾਨੂੰ ਆਪ ਹੀ ਪਤਾ ਲੱਗ ਜੂਗਾ। ਇੱਕ ਮੈਂ ਬੇਨਤੀ ਕਰਨੀ ਹੈ ਜਿਹੜਾ ਵੀ ਕੋਈ ਦੇਗ ਬਣਾਉਂਦਾ ਅੱਜ ਤੋਂ ਬਾਅਦ ਜੋ ਆਪਾਂ ਕਰਤਾ ਹੈ ਨਾ ਉਹਨਾਂ ਨੂੰ ਦੇਖ ਕੇ ਆਪਾਂ ਸ਼ੰਕੇ ਨਹੀਂ ਕਰਨੇ ਜਾਂ मतलब उंगलियां नहीं लाउणियां तुसीं आह गलत कीता वो गलत कीता। आपां तां शरधा नाल ही आपां समझदे आ ये जो आया जिहड़ा हुण सेवादार कोई बनाउंदा भावें गुरु घर च बनाउंदा होर बनाउंदा मैं ये नहीं कहता भी ये भी उहनूं जाके फड़ो भी इदां बनाउणी चाहीदी उदां बनाउणी चाहीदी। इहदा रीजन ये आ भी तुहानूं सही आपां दस्सण लगे आ। बाकी जिहड़ा आपदी मर्जी नाल करदा वो पिछे सेवा जिहड़ा करदा ਉਹਦੀ मर्जी ਉਹ ਤੁਸੀਂ ਫਿਰ ਆਪਸ ਵਿੱਚ देख लिओ करके। ਜਿਹੜੇ ਬਣਾਉਂਦੇ ਆ ਉਹ ਥੋੜੇ ਜੀ डिफरेंट भी कई रीजन ਹੁੰਦੇ ਆ। कई ਗੱਲਾਂ मैं ਤੁਹਾਨੂੰ ਦੱਸੂਗਾ ਵੀ ਜਿਹੜੇ ਕੰਪਲੀਟ ਨੋਜ਼ ਵੀ ਇਹ ਕੰਮ ਨਹੀਂ ਕਰਨਾ ਆਪਾਂ। ਤੇ ਕੁਝ ਕੁ ਚੀਜ਼ਾਂ ਜਿੱਦਾਂ ਕਹਿ ਲਓ ਵੀ ਸ਼ਾਰਟਕਟ ਹੁੰਦਾ ਵੀ ਆਪਾਂ ਚਾਸ ਪਹਿਲਾਂ ਬਣਾਤੀ ਫਿਰ ਦੇਗ ਬਣਾਈ ਦੀ ਹੈ। ਕਈ ਵਾਰੀ ਬਰਾਬਰ ਵੀ ਬਣਾ ਸਕਦੇ ਜੇ 2-3 ਬੰਦੇ ਹੋਣ ਇਹ ਚੀਜ਼ਾਂ ਤੁਸੀਂ ਕਰ ਸਕਦੇ ਹੋ। ਪਰ ਜਿਹੜੀ ਚੀਜ਼ ਜਿਹੜਾ ਆਰਡਰ ਆ ਉਹ ਨਹੀਂ ਆਪਾਂ ਬਦਲਣਾ ਦੇਗ ਬਣਾਉਂਦੇ ਹੈ ਨਾ। ਤੇ ਜੇ ਕੋਈ ਡਿਫਰੈਂਟ ਬਣਾਉਂਦਾ ਦੇਗ ਤੁਸੀਂ ਉਹਨੂੰ ਬੇਨਤੀ ਕਰ ਸਕਦਾ। ਆਪਾਂ ਲੜਾਈ ਵਾਸਤੇ ਨਹੀਂ ਮੈਂ ਤੁਹਾਨੂੰ ਦੱਸਣ ਲੱਗਿਆ ਅੱਜ ਇਹ ਆਪਾਂ ਆਪਦੀ ਸਿੱਖਿਆ ਵਾਸਤੇ ਦੱਸਦੇ ਹਾਂ। ਬੇਨਤੀ ਕਰਕੇ ਥੋੜ੍ਹਾ ਜਿਹਾ ਤੁਸੀਂ ਦੇਖ ਸਕਦੇ ਹੋ। ਸੋ ਇਹਨਾਂ ਨੇ ਹੁਣ ਸਿੰਘਾਂ ਨੇ ਜਿਹੜੇ ਨਾਲ ਆਏ ਨੇ ਥੋੜ੍ਹੇ ਜਿਹੇ ਸਫਾਈ ਕਰਨੀ ਆ। ਜਦੋਂ ਸਫਾਈ ਕਰਦੇ ਆਪਾਂ ਥੋੜ੍ਹੇ ਜਿਹੇ ਤੁਹਾਨੂੰ ਦੱਸੀ ਜਾਵਾਂਗੇ। ਸੋ ਇਹਨਾਂ ਨੇ ਕੜਾਹੀ ਧੋ ਕੇ ਕਰਕੇ ਪਹਿਲੀ ਸਭ ਤੋਂ ਪਹਿਲੀ ਚੀਜ਼ ਜਦੋਂ ਵੀ ਦੇਗ ਬਣਾਉਣੀ ਆ ਹੈ ਨਾ ਜਿਹੜੇ ਬਰਤਨ ਨੇ ਉਹ ਦੁਬਾਰੇ ਧੋਣੇ ਆ। ਭਾਵੇਂ ਆਪਾਂ ਰਾਤ ਧੋ ਕੇ ਇੱਥੇ ਰੱਖੇ ਹੋਏ ਸੁੱਚੇ ਆਪਾਂ ਸਮਝ ਲਈ ਵੀ ਧੋ ਕੇ ਆਪਾਂ ਰੱਖਤੇ ਸੁੱਚੇ ਆ ਕਿਸੇ ਨੇ ਹੱਥ ਨਹੀਂ ਲਾਇਆ। ਫਿਰ ਵੀ ਜਦੋਂ ਬਣਾਉਣੀ ਆ ਦੇਗ ਪਹਿਲਾਂ ਦੇਗ ਜਿਹੜੇ ਭਾਂਡੇ ਆ ਉਹ ਦੁਬਾਰੇ ਧੋ ਕੇ ਫਿਰ ਤਿਆਰ ਕਰਨੀ ਆ। ਠੀਕ ਆ। ਸੋ ਆਪਾਂ ਪਹਿਲਾਂ ਇਹ ਸਿੰਘਾਂ ਨੇ ਹੁਣ ਇਹ ਕੜਾਹੀ ਧੋਣਗੇ। ਕੜਾਹੀ ਧੋ ਕੇ ਇਹ ਇੱਥੇ ਸਜਾਉਣਗੇ ਫਿਰ ਆਪਾਂ ਫਿਰ ਅੱਗੇ ਤੁਰਾਂਗੇ। ਤੇ ਜਾਨੂੰ ਇਹ ਧੋਂਦੇ ਆ ਮੈਂ ਤੁਹਾਨੂੰ ਥੋੜ੍ਹਾ ਜਿਹਾ ਹੋਰ ਤੁਹਾਨੂੰ ਦੱਸਦਾ ਆ। ਸੋ ਜਿਹੜੇ ਇੰਗਰੀਡੀਐਂਟਸ ਨੇ ਹੈ ਨਾ ਭਾਈ ਨੰਦ ਲਾਲ ਜੀ ਲਿਖਦੇ ਆ। ਭਾਈ ਨੰਦ ਲਾਲ ਜੀ ਤੁਸੀਂ ਜਾਣਦੇ ਹੋ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਿੱਖ ਸੀਗੇ। ਕਾਫੀ ਪ੍ਰੇਮ ਕਰਦੇ ਸੀ ਗੁਰੂ ਸਾਹਿਬ ਜੀ। ਗਜ਼ਲ ਲਿਖੇ ਉਹਨਾਂ ਨੇ ਮਹਾਰਾਜ ਦੇ ਪ੍ਰਤੀ ਕੁਝ ਮਰਿਆਦਾ ਵੀ ਲਿਖੀ ਉਹਨਾਂ ਨੇ। ਉਹਨਾਂ ਦੀ ਮਰਿਆਦਾ ਵੀ ਲਿਖੀ ਹੈ ਰਹਿਤਨਾਮੇ ਵੀ ਲਿਖੇ ਆ। ਤੇ ਉਹਦੇ ਵਿੱਚ ਰਹਿਤਨਾਮੇ ਦੇ ਵਿੱਚ ਮਤਲਬ ਲਿਖਿਆ ਵੀ ਜਿਹੜੀ ਇੰਗਰੀਡੀਐਂਟਸ ਆ ਉਹ ਬਰਾਬਰ ਹੋਣੀ ਚਾਹੀਦੀ ਹੈ। in other words the same amount of the 3 ingredients। ਇੱਕ ਦੇਸੀ ਘਿਓ ਇੱਕ ਖੰਡ ਇੱਕ ਕਣਕ ਦਾ ਆਟਾ। ਹੁਣ ਦੇਸੀ ਘਿਓ ਜ਼ਰੂਰੀ ਆ। ਇਸ ਦੇਸ਼ ਦੇ ਵਿੱਚ ਸਾਨੂੰ ਬਟਰ ਮਿਲਦਾ ਬਟਰ ਸੌਲਟਡ ਵੀ ਹੁੰਦਾ ਅਨਸੌਲਟਡ ਵੀ ਹੁੰਦਾ। ਪਰ ਅਨਸੌਲਟਡ ਦੇ ਵਿੱਚ ਵੀ ਕਈ ਵਾਰੀ ਸੌਲਟ ਹੁੰਦਾ ਆ।
ਆਪਾਂ ਉਹ ਬਟਰ ਨਹੀਂ ਯੂਜ਼ ਕਰਨਾ। ਬਟਰ ਹੋਰ ਚੀਜ਼ ਆ, ਦੇਸੀ ਘਿਓ ਹੋਰ ਚੀਜ਼ ਆ। ਜਾਂ ਤੁਸੀਂ ਬਟਰ ਦਾ ਜਿੱਦਾਂ ਬੀਬੀਆਂ ਬਣਾ ਦਿੰਦੀਆਂ ਨੇ ਇੱਥੇ ਗਰਮ ਕਰਕੇ ਉਹ ਕੱਢ ਕੇ, ਉਹ ਵੀ ਦੇਸੀ ਘਿਓ ਬਣ ਜਾਂਦਾ ਆ, ਉਹ ਵਰਤ ਸਕਦੇ ਹੋ। ਜਾਂ ਫਿਰ ਅੱਜ ਤਾਂ ਆਪਾਂ ਆਹ ਜਿਹੜੀ ਦੇਸੀ ਘਿਓ ਦੇ ਡੱਬੇ ਆ ਇਹ ਵਰਤਣ ਲੱਗੇ ਆ, ਠੀਕ ਆ, ਕਰਕੇ ਆਲਰੇਡੀ ਦੇਸੀ ਘਿਓ ਆ। ਕਈ ਇਹ ਲਾਈਕ ਨਹੀਂ ਕਰਦੇ ਕਰਕੇ ਇਹ ਰਿਫਾਈਨਡ ਹੁੰਦਾ ਆ। ਚੀਜ਼ ਤਾਂ ਪਿਓਰ ਹੋਣੀ ਚਾਹੀਦੀ ਹੈ, ਠੀਕ ਆ। ਤੇ ਸ਼ੂਗਰ ਆਪਾਂ ਗ੍ਰੈਨੂਲੇਟਡ ਸ਼ੂਗਰ ਵਰਤ ਲੈਣੀ ਆ। ਇੰਡੀਆ ਦੇ ਵਿੱਚ ਸ਼ੂਗਰ ਮੋਟੀ ਹੁੰਦੀ ਆ, ਇਹ ਥੋੜੀ ਜਿਹੀ ਪਤਲੀ ਉਹਨਾਂ ਨੇ ਕੀਤੀ ਹੁੰਦੀ ਆ। ਤੇ ਆਟਾ ਵੀ ਇਹ ਰੋਟੀ ਆਟਾ ਜਿਹੜਾ ਆਪਾਂ ਕਹਿੰਦੇ ਆ ਛੱਕਦੇ ਆ ਕਣਕ ਦਾ, ਇਹ ਵੀ ਇੱਥੇ ਪਤਲਾ ਜਾਂ ਮੀਡੀਅਮ ਜਿਹਾ ਸਾਈਜ਼ ਹੁੰਦਾ, ਇੰਡੀਆ 'ਚ ਉਹ ਵੀ ਮੋਟਾ ਹੁੰਦਾ। ਅਸਲ ਵਿੱਚ ਜਦੋਂ ਦੇਗ ਬਣਾਉਣੀ ਹੈ, ਜਿਹੜਾ ਆਟਾ ਆ, ਜਿਹੜੀ ਪੁਰਾਤਨ ਸਮੇਂ ਦੇ ਵਿੱਚ ਸੀ ਪ੍ਰਸ਼ਾਦੇ ਲੰਗਰ ਦੇ ਵਿੱਚ ਵੀ ਉਹ ਪੀਸ ਕੇ, ਉਹ ਸੀ ਸਵੇਰੇ ਅੰਮ੍ਰਿਤ ਵੇਲੇ ਪੀਸ ਕੇ ਉਹ ਫਿਰ ਵਰਤਦੇ ਹੁੰਦੇ ਸੀ। ਮਤਲਬ ਤਾਜ਼ੇ, ਜੇ ਹੁਣ ਆਪਾਂ ਮਹਾਰਾਜ ਨੂੰ ਛਕਾਉਣਾ ਹੈ, ਮਹਾਰਾਜ ਨੂੰ ਤਾਂ ਆਪਾਂ ਤਾਜ਼ਾ ਹੀ ਛਕਾਉਣਾ ਹੈ, ਤਾਂ ਤਾਜ਼ਾ ਛਕਾਉਣ ਨਾਲ ਉਹ ਆਟਾ ਵੀ ਉਸੇ ਦਿਨ ਪੀਸ ਕੇ ਫੇਰ ਲੰਗਰ 'ਚ ਵਰਤਣਾ ਹੈ। ਪਰ ਹੁਣ ਤਾਂ ਸਾਨੂੰ ਸਭ ਕੁਝ ਇਹ ਮਿਲਿਆ ਹੁੰਦਾ ਆ, ਸੋ ਮੈਂ ਤੁਹਾਨੂੰ ਤਾਂ ਦੱਸਦਾ ਵੀ ਜੇ ਕਦੇ ਸਮਾਂ ਬਣਿਆ ਇੱਦਾਂ ਦਾ ਆਟਾ ਪੀਸ ਕੇ ਫੇਰ ਬਣਾਉਣੀ ਹੈ ਦੇਗ, ਉਹ ਅਸਲ ਮਰਿਆਦਾ ਤੇ ਇਹ ਆ। ਤੇ ਭਾਈ ਨੰਦ ਲਾਲ ਸਾਹਿਬ ਜੀ ਨੇ ਲਿਖਿਆ ਵੀ ਜਿਹੜੇ ਇਹ 3 ਇੰਗਰੀਡੀਐਂਟਸ ਨੇ ਇਹ ਬਰਾਬਰ ਰੱਖਣੇ ਆ। ਸੋ ਯੂ ਵਾਂਟ ਦ ਸੇਮ ਅਮਾਉਂਟ ਆਫ ਥੀਸ, ਠੀਕ ਆ। ਤੇ ਉਸ ਤੋਂ ਅੱਗੇ ਜਲ ਵਰਤੀਦਾ ਆ। ਜਲ 4 ਗੁਣਾ ਵੱਧ ਹੁੰਦਾ ਆ, ਇਨ ਅਦਰ ਵਰਡਸ 4 times more. So the ingredients of deg is exactly the same amount of desi ghyo, kanak da atta, sugar and 4 times more water. ਠੀਕ ਆ, 4 times more water. ਤੇ ਆਟਾ ਕਣਕ ਦਾ ਜ਼ਰੂਰੀ ਆ। ਹੁਣ ਆਟਾ ਅੱਜ ਕੱਲ੍ਹ ਇਸ ਦੇਸ਼ ਦੇ ਵਿੱਚ, ਹੋਰ ਵੀ ਦੇਸ਼ਾਂ ਦੇ ਵਿੱਚ ਕਈ ਨੂੰ ਐਲਰਜੀਆਂ ਲੱਗ ਗਈਆਂ, ਗਲੂਟਨ ਐਲਰਜੀ, ਉਹ ਆਟਾ ਨਹੀਂ ਕਣਕ ਦਾ ਨਹੀਂ ਛਕ ਸਕਦੇ, ਜਾਂ ਉਹ ਬਾਜਰੇ ਦਾ ਛਕਦੇ ਆ, ਮੱਕੀ ਦਾ ਛਕਦੇ ਆ, ਕਈ ਸੂਜੀ ਵੀ ਦੇਗ 'ਚ ਪਾਉਂਦੇ ਆ। ਇਹ ਸਾਰੀਆਂ ਚੀਜ਼ਾਂ ਮਨ੍ਹਾ ਆ, ਸੂਜੀ ਵੀ ਨਹੀਂ ਪਾਈ ਦੀ ਹੁੰਦੀ। ਇਹ ਕਿਉਂ ਪਾਉਂਦੇ ਆ? ਬਿਕੋਜ਼ ਜਿਹੜਾ ਆਟਾ ਇਹ ਪਤਲਾ, ਜਦੋਂ ਤੋਂ ਆਪਾਂ ਚਾਸ ਪਾਉਣੀ ਹੁੰਦੀ ਆ, ਉਹ ਇਸ ਦੇਸ਼ਾਂ ਦੇ ਵਿੱਚ ਉਹ ਸਾਰੀ ਚਾਸ ਖਿੱਚਦੇ ਨਹੀਂ, ਉਹ ਪਤਲੀ ਰਹਿ ਜਾਂਦੀ ਆ। ਸੋ ਜਲ ਨੂੰ ਖਿੱਚਣ ਵਾਸਤੇ ਮੈਂ ਇੱਕ ਟਰਮ ਵਰਤਣਾ ਹੈ, ਟੂ ਮੇਕ ਇਟ ਮੋਰ ਡੈਂਸ। ਦੇਖੋ ਮੋਰ ਸੂਜੀ ਦਾ ਆਟਾ ਬਿਕੋਜ਼ thicker and it pulls the water and binds the deg better. ਉਹ ਇਕੱਠੀ ਛੇਤੀ ਹੋ ਜਾਂਦੀ ਆ। ਤੇ ਇੱਕ ਉਹ ਕਹਿੰਦੇ ਵੀ ਚਿੱਟੀ ਲੱਗਦੀ ਆ। ਦੇਗ ਦਾ ਅਸਲ ਰੰਗ ਤਾਂ ਬਦਾਮਾਂ ਵਾਲਾ ਰੰਗ ਆ। ਬਦਾਮ ਹੁਣ ਇੱਕ ਪੱਕਾ ਰੰਗ ਹੁੰਦਾ ਆ, ਚਿੱਟਾ ਥੋੜ੍ਹਾ ਹੁੰਦਾ ਹੈ ਬਦਾਮਾਂ ਵਾਲਾ ਰੰਗ। ਅਸਲ ਦੇਗ ਦਾ ਰੰਗ ਬਦਾਮ ਵਾਂਗੂ ਆ, ਬਦਾਮ ਤੋਂ ਘੱਟ ਨਹੀਂ ਹੋਣਾ ਚਾਹੀਦਾ। ਪਰ ਇੱਥੇ ਆਪਾਂ ਸੋਚਦੇ ਵੀ ਚਿੱਟੀ ਹੋਣੀ ਚਾਹੀਦੀ ਆ ਦੇਗ, ਵੀ ਉਹ ਕਹਿ ਦਿੰਦੇ ਆ ਵੀ ਜ਼ਿਆਦਾ ਸੜ ਗਈ, ਵੀ ਜ਼ਿਆਦਾ ਘੱਟੀ ਆ ਜੀ, ਪਰ ਬਦਾਮ ਵਾਲਾ ਰੰਗ ਪਹਿਲਾਂ ਹੀ ਪੱਕਾ ਹੁੰਦਾ ਆ। ਤੇ ਉਸ ਰੰਗ ਦੀ ਦੇਗ ਹੋਣੀ ਚਾਹੀਦੀ ਆ। ਸੂਜੀ ਫਿਰ ਉਹ ਰੰਗ ਵੀ ਚਿੱਟਾ ਕਰ ਦਿੰਦਾ, ਉਹ ਥੋੜੀ ਜਿਹੀ ਟੇਸਟ ਵੀ ਹੋਰ ਕਰ ਦਿੰਦੇ ਆ, ਪਰ ਇਹ ਫਿਰ ਕੜਾ ਪ੍ਰਸਾਦ ਦੀ ਦੇਗ ਨਹੀਂ ਹੈਗੀ, ਠੀਕ ਆ। ਲੰਗਰ 'ਚ ਉਹ ਚੀਜ਼ ਵਰਤ ਸਕਦੀ ਹੈ, ਭੋਗ ਲੱਗਿਆ ਹੁੰਦਾ, ਪਰ ਦੇਗ ਨਹੀਂ ਹੈਗੀ। ਤੇ ਦੇਗ ਦੀ ਇੱਕ ਹੋਰ ਵਿਸ਼ੇਸ਼ਤਾ ਵੀ ਉਹਦੇ ਨਾਲ ਬਾਣੀ ਪੜ੍ਹਨੀ ਆ। ਇੱਕ ਜਪਜੀ ਸਾਹਿਬ ਪੜ੍ਹੀ ਦਾ ਜਦੋਂ ਦੇਗ ਇੱਥੇ ਸਜਾਉਣੀ ਆ, ਤੇ ਫਿਰ ਜਦੋਂ ਦੇਗ ਗੁਰੂ ਸਾਹਿਬ ਦੀ ਹਜ਼ੂਰੀ 'ਚ ਲਿਜਾਈ ਦੀ, ਉੱਥੇ ਇੱਕ ਆਨੰਦ ਸਾਹਿਬ 40 ਪੌੜੀਆਂ ਦਾ ਇੱਕ ਪਾਠ ਉੱਥੇ ਕਰੀ ਜਾਏ। ਤੇ ਆਪਾਂ ਵਰਤਦੇ ਆ, ਤੁਸੀਂ ਪੰਜਾਬੀ ਦੇ ਵਿੱਚ ਆਪਾਂ ਇਹ ਨਹੀਂ ਕਹਿਣਾ ਵੀ ਦੇਗ ਬਣਾਉਣੀ ਆ, ਆਪਾਂ ਦੇਗ ਸਜਾਉਣੀ ਆ, ਇਹ ਸ਼ਬਦ ਵਰਤੀਦਾ, ਸਜਾਉਣੀ ਆ ਦੇਗ ਪੰਜਾਬੀ ਦੇ ਵਿੱਚ, ਠੀਕ ਆ। ਸੋ ਵੀ ਕੈਨ ਆਬਵੀਅਸਲੀ ਇਨ ਇੰਗਲਿਸ਼ ਵੀ ਸੇ ਵੀ ਕੈਨ ਮੇਕ ਦੇਗ, ਪਰ ਪੰਜਾਬੀ ਦੇ ਵਿੱਚ ਰਿਸਪੈਕਟ ਨਾਲ ਆਪਾਂ ਕਹਿੰਦੇ ਦੇਗ ਸਜਾਈ ਦੀ ਆ, ਸਜਾਉਣੀ ਆ ਦੇਗ, ਠੀਕ ਆ। ਸੋ ਅੱਜ ਆਪਾਂ ਸਕੇਲ ਰੱਖੇ ਆ। ਸਕੇਲ ਤਾਂ ਰੱਖਿਆ ਵੀ ਆਪਾਂ ਤੁਹਾਨੂੰ ਦਿਖਾਉਣਾ ਵੀ ਬਰਾਬਰ ਕਿਉਂ ਆ। ਬਿਕਾਜ਼ ਆਮ ਆਪਾਂ ਸੋਚਦੇ ਆ ਵੀ ਜੇ ਸੇਮ ਅਮਾਊਂਟ ਲੈ ਲਈਏ ਉਹਦੀ ਵੇਟ ਵੀ ਸੇਮ ਹੋਊਗੀ, ਪਰ ਨਹੀਂ। ਮਤਲਬ ਵੋਲੀਅਮ ਤੇ ਵੇਟ ਡਿਫਰੈਂਟ ਨੇ ਚੀਜ਼ਾਂ। ਇਫ ਯੂ ਥਿੰਕ ਵੀ ਇੱਕ ਬਾਟੇ 'ਚ ਉਨੀ ਕੁ ਆਪਾਂ ਘਿਓ ਕਰ ਲਈਏ, ਉਹਨਾਂ ਆਟਾ ਕਰ ਲਈਏ, ਉਨੀ ਖੰਡ ਕਰ ਲਈਏ, ਵੀ ਬਰਾਬਰ ਹੀ ਹੋਊਗੀ, ਬਟ ਦ ਵੇਟ ਇਜ਼ ਡਿਫਰੈਂਟ। ਤਾਂ ਆਪਾਂ ਰੀਜ਼ਨ ਇਸ ਕਰਕੇ ਆਪਾਂ ਸਕੇਲ ਦਿਖਾਉਣੇ ਆ ਵੀ ਦੇਖੋ ਇਹਨਾਂ ਦਾ ਡਿਫਰੈਂਸ ਆ। ਉੱਦਾਂ ਸਾਨੂੰ ਤਾਂ ਅੰਦਾਜ਼ਾ ਆ ਗਿਆ ਆ ਜਦੋਂ ਆਪਾਂ ਬਣਾਉਣੇ ਆ, ਜਿਹੜੇ ਬਣਾਉਂਦੇ ਆ ਉਹਨਾਂ ਨੂੰ ਅੰਦਾਜ਼ਾ ਵੀ ਆਟਾ ਥੋੜ੍ਹਾ ਜਿਹਾ ਵੱਧ ਰੱਖੀਦਾ ਆ, ਬਿਕੋਜ਼ ਆਟਾ ਦਾ ਵੇਟ ਘੱਟ ਆ। ਸ਼ੂਗਰ ਤਾਂ ਬਰਾਬਰ ਹੀ ਹੁੰਦੀ ਆ, ਕਰਕੇ ਪੈਕਟ ਪਹਿਲਾਂ ਹੀ ਮਿਲੀ ਹੁੰਦੀ ਆ। ਤੇ ਜਿਹੜਾ ਘਿਓ ਹੁੰਦਾ ਉਹ ਕਰਕੇ ਉਹ ਉਬਾਲ ਕੇ ਉਹ ਪਹਿਲਾਂ ਹਾਰਡ ਹੁੰਦਾ, ਤੁਸੀਂ ਦੇਖਣਾ ਆ ਨਾ ਸੋਲਿਡ ਆ, ਉਹ ਉਬਾਲ ਕੇ ਫਿਰ ਉਹਨੇ ਪਤਲਾ ਹੋ ਜਾਣਾ ਆ, ਤੇ ਉਹਦਾ ਵੇਟ ਪਹਿਲਾਂ ਹੀ ਜ਼ਿਆਦਾ ਹੁੰਦਾ। ਜੇ ਤੁਸੀਂ ਬਰਾਬਰ ਰੱਖੋਗੇ ਫਿਰ ਘਿਓ ਜ਼ਿਆਦਾ ਹੋ ਜਾਊਗਾ ਤੇ ਆਟਾ ਘੱਟ ਹੋ ਜਾਣਾ ਆ, ਤੇ ਜਲ ਦਾ ਵੀ ਫਰਕ ਪੈ ਜਾਣਾ ਆ। ਸੋ ਇਸ ਕਰਕੇ ਆਪਾਂ ਸਕੇਲ ਦੇ ਵਿੱਚ ਵੇਖ ਕਰਕੇ ਅੱਜ ਬਣਾਉਣੀ ਆ, ਤੇ ਫਿਰ ਤੁਹਾਨੂੰ ਨਾਲ ਦੀ ਨਾਲ ਦੱਸੀ ਜਾਵਾਂਗੇ। ਸੋ ਪਹਿਲੀ ਵਾਰੀ ਦੇਗ ਜਦੋਂ ਬਣੀ ਸੀ, ਉਹ ਤਾਂ ਇਹ ਚੀਜ਼ ਨੂੰ ਇੰਡੀਆ ਦੇ ਵਿੱਚ ਕਈ ਹਲਵਾ ਵੀ ਕਹਿੰਦੇ ਆ, ਤੁਹਾਨੂੰ ਪਤਾ ਹੀ ਆ ਸਾਰੀ ਚੀਜ਼ਾਂ। ਪਰ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਜਦੋਂ ਪਹਿਲੀ ਵਾਰੀ ਦੇਗ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ, ਤੇ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਦੇ ਵਿੱਚ ਆਉਂਦਾ ਆ,
ਇਹ ਕਦੋਂ ਆਉਂਦਾ ਆ ਵੀ ਜਦੋਂ ਗੁਰੂ ਨਾਨਕ ਸਾਹਿਬ ਜੀ ਵਹੀ ਨਦੀ ਦੇ ਵਿੱਚ ਜਾਂਦੇ ਆ ਤੇ ਵਹੀ ਨਦੀ ਦੇ ਵਿੱਚ ਜਾ ਕੇ ਵਾਹਿਗੁਰੂ ਦੇ ਨਾਲ ਸਨਮੁਖ ਹੁੰਦੇ ਆ। ਉੱਥੋਂ ਮੂਲ ਮੰਤਰ ਗੁਰਮੰਤਰ ਜੋ ਆਪਾਂ ਜਪਿਆ ਉਹ ਲੈ ਕੇ ਆਉਂਦੇ ਆ ਜਗਤ ਨੂੰ ਉਪਦੇਸ਼ ਦੇਣ ਵਾਸਤੇ। ਜਦੋਂ ਮੁੜ ਕੇ ਆਉਂਦੇ ਆ ਬਾਹਰ ਆਉਂਦੇ ਆ ਉਹ ਨਦੀ ਦੇ ਵਿੱਚੋਂ, ਉਹ ਕਹਿੰਦੇ ਆ ਵੀ ਮਹਾਰਾਜ ਤਾਂ ਚੜ੍ਹਾਈ ਕਰ ਗਏ ਆ, ਤੁਹਾਨੂੰ ਪਤਾ ਹੈ ਸਾਖੀ ਦਾ ਹਨਾ। ਜਦੋਂ ਮੁੜ ਕੇ ਆਉਣੇ ਆ ਬਾਅਦ ਉਸ ਤੋਂ ਬਾਅਦ ਮਹਾਰਾਜ ਕਹਿੰਦੇ ਆਪਾਂ ਤਾਂ ਸੁਨੇਹਾ ਲਿਆਂਦਾ ਵਾਹਿਗੁਰੂ ਦਾ ਜਗਤ ਨੂੰ ਉਧਾਰਨ ਵਾਸਤੇ। ਉਦੋਂ ਗੁਰੂ ਨਾਨਕ ਦੇਵ ਸਾਹਿਬ ਜੀ ਬੀਬੀ ਨਾਨਕੀ ਨੂੰ ਹੁਕਮ ਦਿੰਦੇ ਆ ਵੀ ਕੜਾ ਪ੍ਰਸ਼ਾਦ ਦੀ ਦੇਗ ਬਣਾਓ। ਪਹਿਲੀ ਵਾਰੀ ਸਿੱਖੀ ਧਰਮ ਦੇ ਵਿੱਚ, ਚਲੋ ਬਣਦੀ ਤੇ ਘਰਾਂ ਦੇ ਵਿੱਚ ਤਾਂ ਉੱਦਾਂ ਵੀ ਬਣਦੀ ਹੋਣੀ ਹੈ, ਪਰ ਕਹਿ ਲਓ ਵੀ ਇੱਕ ਇਤਿਹਾਸਿਕ ਤੌਰ ਤੇ ਉਹ ਪਹਿਲੀ ਵਾਰੀ ਜ਼ਿਕਰ ਆਇਆ। ਫਿਰ ਬੀਬੀ ਨਾਨਕੀ ਜੀ ਉਦੋਂ ਕੜਾ ਪ੍ਰਸ਼ਾਦ ਦੀ ਦੇਗ ਸਜਾਉਂਦੀ ਹੈ। ਗੁਰੂ ਨਾਨਕ ਦੇਵ ਸਾਹਿਬ ਜੀ ਭੋਗ ਲਵਾਉਂਦੇ ਆ, ਫਿਰ ਉਹ ਸੰਗਤ ਦੇ ਵਿੱਚ ਵਰਤਦੀ ਆ। ਨਾਲ ਗੁਰੂ ਨਾਨਕ ਦੇਵ ਸਾਹਿਬ ਜੀ ਸਿੱਖਾਂ ਨੂੰ ਚਰਨਾਮ੍ਰਿਤ ਦੇ ਕੇ ਨਾਮ ਜਪਾਉਂਦੇ ਆ। ਭਾਵ ਵੀ ਸਿੱਖੀ ਦੇ ਜਿਹੜੇ ਪਹਿਲੇ ਨਿਯਮ ਨੇ ਉੱਥੋਂ ਸ਼ੁਰੂ ਹੁੰਦੇ ਆ ਵੀ ਨਾਮ ਦਿੱਤਾ। ਪਹਿਲਾਂ ਤਾਂ ਮਹਾਰਾਜ ਆਏ ਆ, ਸਿੱਖੀ ਤੇ ਤੁਰ ਪਈ ਆ, ਸਿੱਖਿਆ ਦੇਈ ਜਾਂਦੇ ਆ। ਗੋਪਾਲ ਭਾਂਡੇ ਨੂੰ ਵੀ ਸਿੱਖਿਆ ਦਿੱਤੀ ਆ, ਮੌਲਵੀ ਨੂੰ ਵੀ ਸਿੱਖਿਆ ਦਿੱਤੀ ਆ। ਪਰ ਜਿਹੜੇ ਕਹਿ ਲਓ ਵੀ ਆਪਾਂ ਸਿੱਖ ਧਰਮ ਦੇ ਵਿੱਚ ਪ੍ਰਵੇਸ਼ ਹੋਣ ਦਾ ਉੱਥੋਂ ਸ਼ੁਰੂ ਹੁੰਦਾ ਕਰਕੇ ਮਹਾਰਾਜ ਨੇ ਨਾਮ ਲਿਆਂਦਾ। ਨਾਮ ਫਿਰ ਵੰਡਣ ਲੱਗਦੇ ਆ ਤੇ ਉੱਥੇ ਕੜਾ ਪ੍ਰਸ਼ਾਦ ਦੀ ਦੇਗ ਮਹਾਰਾਜ ਬੀਬੀ ਨਾਨਕੀ ਨੂੰ ਹੁਕਮ ਲਾ ਕੇ ਦੇਗ ਸਜਾਉਂਦੇ ਆ। ਇੱਕ ਵਾਰੀ ਹੋਰ ਇੱਕ ਜ਼ਿਕਰ ਆਉਂਦਾ, ਜਦੋਂ ਸਿੱਧ ਮਹਾਰਾਜ ਕੋਲ ਆਉਂਦੇ ਆ, ਸਿੱਧ ਸ਼ਕਤੀਆਂ ਵਿਖਾਉਂਦੇ ਹੁੰਦੇ ਸੀਗੇ। ਸਿੱਧ ਫਿਰ ਸ਼ਕਤੀਆਂ ਵਿਖਾਉਂਦੇ ਆ ਵੀ ਗੁਰੂ ਨਾਨਕ ਦੇਵ ਸਾਹਿਬ ਜੀ ਵੀ ਆਪਾਂ ਤਾਂ ਬੁੱਢੇ ਹੋ ਗਏ ਆ। ਉਹ ਹੈ ਤਾਂ ਉਹਨਾਂ ਦੀ ਉਮਰ ਤਾਂ 200-400 ਸਾਲ ਦੀ ਹੁੰਦੀ ਸੀਗੀ ਉਸ ਸਮੇਂ ਦੀ, ਤੇ ਉਹ ਸਰੀਰ ਤਾਂ ਉਹਨਾਂ ਦਾ ਯੰਗ ਲੱਗਦਾ ਸੀ ਕਰਕੇ ਸਾਹ ਦਸਮ ਦਵਾਰ 'ਚ ਚੜਾ ਲੈਂਦੇ ਸੀ। ਪਰ ਇੱਕ ਵਾਰੀ ਉਹਨਾਂ ਨੇ ਮਹਾਰਾਜ ਨੂੰ ਆਪਦਾ ਬਿਰਧ ਸਰੂਪ ਵਿਖਾਤਾ ਤੇ ਦੰਦ ਨਹੀਂ ਸੀ। ਮਹਾਰਾਜ ਨੂੰ ਕਹਿੰਦੇ ਵੀ ਤੁਸੀਂ ਤਾਂ ਕਹਿੰਦੇ ਵੀ ਸੇਵਾ ਕਰਨ, ਤੁਸੀਂ ਸਾਡੀ ਸੇਵਾ ਕਿੱਦਾਂ ਕਰੋਗੇ, ਸਾਨੂੰ ਕਿੱਦਾਂ ਸਿਖਾਓਗੇ, ਤੁਸੀਂ ਲੰਗਰ ਲਾਉਣੇ ਜਿੱਥੇ ਜਿੱਥੇ ਜਾਂਦੇ ਹੋ, ਸਾਨੂੰ ਕੀ ਸਿਖਾਓਗੇ, ਸਾਡੇ ਤਾਂ ਦੰਦ ਹੀ ਨਹੀਂ ਹੈਗੇ। ਤੇ ਮਹਾਰਾਜ ਫਿਰ ਭਾਈ ਮਰਦਾਨੇ ਜੀ ਨੂੰ ਹੁਕਮ ਲਾ ਕੇ ਉਦੋਂ ਕੜਾ ਪ੍ਰਸਾਦ ਦੀ ਦੇਗ ਤਿਆਰ ਹੁੰਦੀ ਹੈ, ਉਹਨਾਂ ਨੂੰ ਛਕਾਉਂਦੇ ਆ। ਉਦੋਂ ਵੀ ਫਿਰ ਮਰਿਆਦਾ ਦੱਸੀ ਜਾਂਦੀ ਹੈ। ਸੋ ਇਹ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਸਮਝ ਤੋਂ ਇਹ ਦੇਗ ਚੱਲੀ ਆ। ਉਸ ਤੋਂ ਬਾਅਦ ਨਾਲ ਦੀ ਨਾਲ ਗੁਰੂ ਸਾਹਿਬਾਨ ਸਿੱਖ ਸੰਗਤ ਉਹ ਸਜਾਉਂਦੀ ਰਹੀ ਆ। ਤੇ ਜਦੋਂ ਕੋਈ ਬੱਚਾ ਜੰਮਦਾ ਉਦੋਂ ਕੜਾ ਪ੍ਰਸਾਦ ਦੀ ਦੇਗ, ਜਦੋਂ ਕੋਈ ਵਿਦਿਆ ਦੀ ਪ੍ਰਾਪਤ ਹੁੰਦੀ ਆ, ਆਰੰਭ ਕੋਈ ਕਾਰਜ ਕਰਨਾ ਹੁੰਦਾ ਉਦੋਂ ਵੀ ਕੜਾ ਪ੍ਰਸਾਦ ਦੀ ਦੇਗ, ਜਦੋਂ ਅੰਮ੍ਰਿਤ ਛਕਦੇ ਆ ਉਦੋਂ ਵੀ ਕੜਾ ਪ੍ਰਸਾਦ ਦੀ ਦੇਗ, ਜਦੋਂ ਆਨੰਦ ਕਾਰਜ ਹੁੰਦਾ ਉਦੋਂ ਵੀ ਕੜਾ ਪ੍ਰਸਾਦ ਦੀ ਦੇਗ, ਜਦੋਂ ਕੋਈ ਚੜ੍ਹਾਈ ਕਰਦਾ ਉਦੋਂ ਵੀ ਦੇਗ, ਦੀਵਾਨ ਦੇ ਵਿੱਚ ਸੰਗਤ ਦੇ ਵਿੱਚ ਉਦੋਂ ਵੀ ਦੇਗ। ਫਿਰ ਇਹ ਦੇਗ ਸਾਡੀ ਇੱਕ ਪੱਕੀ ਚੀਜ਼ ਸਾਡੀ ਸਿੱਖ ਧਰਮ ਦੇ ਵਿੱਚ ਆ ਗਈ ਵੀ ਕੜਾ ਪ੍ਰਸਾਦ ਦੀ ਦੇਗ। ਖੁਸ਼ੀ ਦੇ ਵਿੱਚ ਵੀ ਗਮੀ ਦੇ ਵਿੱਚ ਇਹ ਪ੍ਰਸਾਦ ਹੁੰਦਾ। ਪ੍ਰਸਾਦ ਦੇ ਕਈ ਅਰਥ ਨੇ। ਪ੍ਰਸਾਦ ਹੁੰਦਾ ਆਨੰਦ, ਪ੍ਰਸਾਦ ਦਾ ਨਾਮ ਆਨੰਦ ਵੀ ਆ, ਇਹ ਆਨੰਦ ਦੇਣ ਵਾਲੀ ਚੀਜ਼ ਆ। ਪ੍ਰਸਾਦ ਜੇ ਅਨਵੇ ਕਰੀਏ ਪਰ ਸਾਦ ਹੁੰਦਾ ਸਵਾਦ, ਸਵਾਦਾਂ ਤੋਂ ਪਰੇ, ਜਿਹੜੇ ਦੁਨੀਆ ਦੇ ਸਵਾਦ ਨੇ ਉਹਨਾਂ ਤੋਂ ਪਰੇ ਲਿਜਾ ਕੇ ਵਾਹਿਗੁਰੂ ਦੇ ਆਨੰਦ ਦੇ ਵਿੱਚ ਲੀਨ ਕਰਾਉਣ ਵਾਸਤੇ ਇਹ ਦੇਗ ਮਹਾਰਾਜ ਨੇ ਬਣਾਈ ਆ, ਕੜਾ ਪ੍ਰਸਾਦ। ਠੀਕ ਆ, ਇੱਕ ਪ੍ਰਸਾਦ ਆ, ਇਹਨੂੰ ਭੋਗ ਵੀ ਆਪਾਂ ਕਹਿੰਦੇ ਨੇ। ਅਸਲ ਵਿੱਚ ਤਾਂ ਭੋਗ ਇਹ ਹੁੰਦਾ ਵੀ ਭੋਗ ਜਦੋਂ ਮਹਾਰਾਜ ਨੇ ਲਵਾਉਣਾ ਹੁੰਦਾ। ਇੱਕ ਹੁੰਦਾ ਭੋਗ ਲਾਉਣਾ, ਇੱਕ ਹੁੰਦਾ ਭੋਗ ਲਵਾਉਣਾ। ਜੇ ਆਪਾਂ ਕਹਿ ਦਿੰਦੇ ਆ ਭੋਗ ਲਾ ਦੋ, ਇਹਦਾ ਮਤਲਬ ਤੂੰ ਲਾ। ਆਪਾਂ ਕਹਿੰਦੇ ਲਵਾਓ ਕਰਕੇ ਮਹਾਰਾਜ ਨੇ ਭੋਗ ਲਾਉਣਾ ਹੁੰਦਾ, ਆਪਾਂ ਨਹੀਂ ਲਾਉਣਾ ਹੁੰਦਾ। ਮਹਾਰਾਜ ਤੋਂ ਭੋਗ ਲਵਾਉਣਾ ਵੀ ਭੋਗ ਲਵਾਓ, ਇਹ ਵੀ ਇੱਕ ਸ਼ਬਦ ਆਪਾਂ ਵਰਤਣਾ। ਜੇ ਕਿਸੇ ਲੰਗਰ ਨੂੰ ਵੀ ਆਪਾਂ ਕਹਿ ਦਿੰਦੇ ਆ ਵੀ ਭੋਗ ਲੱਗ ਗਿਆ, ਜਾਂ ਆਪਾਂ ਬੇਨਤੀ ਕਰੀ ਕਿਸੇ ਨੂੰ ਵੀ ਤੁਸੀਂ ਭੋਗ ਲਵਾ ਦਿਓ, ਇਹ ਨਹੀਂ ਕਦੇ ਕਹਿਣਾ ਵੀ ਭੋਗ ਲਾ ਦਿਓ ਜਾ ਕੇ। ਭੋਗ ਲਾ ਦਿਓ ਦਾ ਮਤਲਬ ਮੈਂ ਤਾਂ ਨਿਆਣੇ ਨੂੰ ਹੀ ਕਹਿਣਾ ਕਰਕੇ, ਆਪਾਂ ਤਾਂ ਇੱਥੋਂ ਜੰਮੇ ਪਲੇ ਆ, ਸਾਨੂੰ ਇੰਗਲਿਸ਼ ਸੋਚਣੀ, ਆਪਾਂ ਉਹੀ ਚੀਜ਼ ਬੋਲ ਦਿੰਦੇ ਆ। ਅਸਲ ਵਿੱਚ ਲਵਾਉਣ ਦਾ ਸ਼ਬਦ ਆ। ਲਵਾਉਣ ਵੀ ਮਹਾਰਾਜ ਤੋਂ ਲਵਾਉਣਾ, ਮਹਾਰਾਜ ਨੇ ਲਾਉਣਾ ਭੋਗ, ਆਪਾਂ ਨਹੀਂ ਲਾਉਣਾ। ਸੋ ਭੋਗ ਪਹਿਲਾਂ ਸਮੇਂ ਦੇ ਵਿੱਚ ਗੁਰੂ ਨਾਨਕ ਦੇਵ ਸਾਹਿਬ ਜੀ ਛਕਦੇ ਵੀ ਰਹੇ। ਭੋਗ ਦਾ ਮਤਲਬ ਛਕਣਾ ਵੀ ਸੀਤ ਪ੍ਰਸਾਦ ਮਹਾਰਾਜ ਨੇ ਛਕਿਆ, ਤੇ ਫਿਰ ਜੋ ਉਹਨਾਂ ਦਾ ਸੀਤ ਪ੍ਰਸਾਦ ਆ ਸਾਡੇ ਆਮ ਬੰਦੇ ਵਾਸਤੇ ਆਪਾਂ ਝੂਠ ਵੀ ਕਹਿ ਦਿੰਦੇ ਆ, ਪਰ ਉਹ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਦੇ ਸਰੂਪ ਨੇ। ਉਹਨਾਂ ਦੇ ਆਪਾਂ ਕਹਿੰਦੇ ਸੀਤ ਪ੍ਰਸਾਦ, ਮਤਲਬ ਉਹਨਾਂ ਨੇ ਛਕਿਆ, ਉਹੀ ਫਿਰ ਆਪਾਂ ਸਿੱਖ ਸੰਗਤਾਂ ਨੇ ਸਾਰਿਆਂ ਨੇ ਛਕਣਾ। ਉਹ ਛਕਦੇ ਰਹੇ ਆ, ਫਿਰ ਨਾਲ ਆਪਦਾ ਪੰਜਾ ਲਾਉਂਦੇ ਰਹੇ ਆ। ਪੰਜਾ ਮਤਲਬ ਦੇ handprint in the day, ਠੀਕ ਆ। ਤੇ ਉਹ ਪੰਜਾ ਲਾਉਂਦੇ ਰਹੇ ਆ। ਤੇ ਇਹ ਅਫਗਾਨਿਸਤਾਨ ਦੇ ਵਿੱਚ ਜਿਹੜੇ ਸਿੱਖ ਸੀ ਗੁਰੂ ਨਾਨਕ ਦੇਵ ਸਾਹਿਬ ਜੀ, ਇਹ ਹੁਣ ਦੇ ਸਮੇਂ ਤੱਕ, ਹੁਣ ਤਾਂ ਮੈਨੂੰ ਪਤਾ ਨਹੀਂ, ਪਰ ਪਿਛਲੇ 50 ਸਾਲਾਂ ਦੇ ਤੱਕ ਉੱਥੇ ਪੰਜਾ ਲੱਗਦਾ ਰਿਹਾ। ਉੱਥੇ ਇੱਕ ਨਿਯਮ ਸੀ, ਆਪ ਹੀ ਲੱਗ ਜਾਂਦਾ ਸੀ। ਚਲੋ ਗੁਰੂ ਨਾਨਕ ਦੇਵ ਸਾਹਿਬ ਜੀ ਤੇ ਕਾਫੀ ਸਮਾਂ ਪਹਿਲਾਂ ਚਲੇ ਗਏ ਆ ਸਰੀਰ ਕਰਕੇ ਦੁਨੀਆ ਚੋਂ, ਤੇ ਉਹ ਹਜੇ ਵੀ ਜਦੋਂ ਅਰਦਾਸ ਕਰਦੇ ਸੀ ਉਹ ਹੈਂਡਪ੍ਰਿੰਟ ਆ ਜਾਂਦਾ ਸੀ ਦੇਗ ਦੇ ਵਿੱਚ ਆਪੇ।
ਤੇ ਜਿੱਥੇ ਉਹ ਹੈਂਡ ਪ੍ਰਿੰਟ ਨਹੀਂ ਹੁੰਦਾ ਸੀ, ਪੰਜਾ ਨਹੀਂ ਲੱਗਦਾ ਸੀ, ਉਹ ਸੋਚਦੇ ਸੀ ਵੀ ਕੋਈ ਗਲਤੀ ਹੋਈ ਆ ਕਿਸੇ ਤੋਂ ਜਿਹਨੇ ਦੇਗ ਬਣਾਈ ਆ, ਵੀ ਦੇਗ ਦੁਬਾਰੇ ਬਣਾਓ ਜਾਂ ਕਾਰਜ ਉਹ ਪੂਰਾ ਨਹੀਂ ਹੋਣਾ ਜਿਹੜੀ ਅਰਦਾਸ ਆਪਾਂ ਕੀਤੀ ਹੈ। ਤੇ ਪਿਛਲੇ 100 ਸਾਲ ਤੱਕ 100 ਸਾਲ ਦੇ ਵਿੱਚ ਫਰਮ ਇਨਟੂ ਦ ਮਿਡ 1900s 1950s ਉਦੋਂ ਪੰਜਾ ਲੱਗਦਾ ਰਿਹਾ। ਉਹ ਸਿੱਖ ਸੰਗਤ ਉੱਥੇ ਜਾਂਦੀ ਰਹੀ ਆ, ਮਹਾਂਪੁਰਸ਼ ਜਾਂਦੇ ਰਹੇ, ਉਹ ਆਪ ਦੇਖਦੇ ਰਹੇ, ਉਹ ਤਾਂ ਹੀ ਸਾਨੂੰ ਜੇਕਰ ਆਉਂਦਾ ਵੀ ਉਦੋਂ ਤੱਕ ਹੁੰਦਾ ਰਿਹਾ। ਹੁਣ ਮੈਨੂੰ ਪਤਾ ਨਹੀਂ ਵੀ ਹੁਣ ਲੱਗਦਾ ਕਿ ਨਹੀਂ ਲੱਗਦਾ ਕਰਕੇ ਕਈ ਵਾਰੀ ਆਪਾਂ ਕਹਿੰਦੇ ਨਹੀਂ ਵੀ ਪ੍ਰਵਾਨ ਹੋਵੇ ਦੇਗ। ਪ੍ਰਵਾਨ ਦਾ ਮਤਲਬ ਹੁੰਦਾ ਆ ਵੀ ਇਜ਼ ਐਕਸੈਪਟਡ, ਵੀ ਪ੍ਰਵਾਨ ਹੋ ਗਈ, ਐਕਸੈਪਟ ਕਰ ਲਿਆ। ਤੇ ਇੱਕ ਹੁੰਦਾ ਭੋਗ ਲਗਾਉਣਾ, ਭੋਗ ਹੁੰਦਾ ਵੀ ਛਕ ਲਿਆ। ਤੇ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਪ੍ਰਵਾਨ ਵੀ ਕਰਨੀ ਹੁੰਦੀ, ਪਰ ਉਹ ਤੋਂ ਵੀ ਇੱਕ ਬੈਟਰ ਚੀਜ਼ ਵੀ ਭੋਗ ਵੀ ਉਹ ਛਕਦੇ ਵੀ ਆ। ਆਪਾਂ ਉਹਨਾਂ ਦਾ ਸੀਤ ਪ੍ਰਸਾਦ ਛਕਣਾ ਆ। ਜਿੱਦਾਂ ਅੰਮ੍ਰਿਤ ਜਦੋਂ ਛਕੀਦਾ ਆ, ਸਾਰੀ ਸੰਗਤ ਇੱਕ ਬਾਟੇ ਤੋਂ ਮੂੰਹ ਲੱਗਦਾ ਆ, ਉਹ ਸਾਰੇ ਦੇ ਇੱਕ ਦੂਜੇ ਦਾ ਪ੍ਰਸਾਦ ਹੀ ਹੁੰਦਾ, ਇੱਕ ਦੂਜੇ ਦਾ ਸਾਰਿਆਂ ਦਾ। ਇਸੇ ਤਰ੍ਹਾਂ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਹੀ ਪ੍ਰਸਾਦ ਆਪਾਂ ਛਕਣਾ। ਉਦਾਂ ਪ੍ਰਵਾਨ ਵੀ ਵਧੀਆ, ਪ੍ਰਵਾਨ ਵੀ ਹੋ ਜਾਵੇ, ਪਰ ਭੋਗ ਵੀ ਲੱਗੇ ਗੁਰੂ ਸਾਹਿਬ ਦਾ। ਸੋ ਇਹ ਦੇਗ ਪਹਿਲਾਂ ਪੰਜਾ ਲੱਗਦਾ ਰਿਹਾ, ਫਿਰ ਜਦੋਂ ਸ਼ਾਸਤਰ ਸਿੱਖ ਧਰਮ ਦੇ ਵਿੱਚ ਆਏ ਉਦੋਂ ਤੀਰ ਨਾਲ ਭੋਗ ਲੱਗਦਾ ਸੀ। ਤੀਰ ਸਰਬਲੋ ਦਾ ਤੀਰ ਹੁੰਦਾ ਸੀ, ਗੁਰੂ ਸਾਹਿਬ ਜੀ ਤੀਰ ਲਾ ਦਿੰਦੇ ਸੀ ਵਿੱਚ, ਭੋਗ ਲੱਗ ਜਾਂਦੇ ਸੀ। ਪਹਿਲਾਂ ਤਾਂ ਆਪ ਛਕਦੇ ਰਹੇ ਗੁਰੂ ਨਾਨਕ ਸਾਹਿਬ ਜੀ, ਬਾਅਦ ਫਿਰ ਤੀਰ ਨਾਲ ਭੋਗ ਲੱਗਦਾ ਰਿਹਾ। ਗੁਰੂ ਤੇਗ ਬਹਾਦਰ ਸਾਹਿਬ ਜੀ ਤੱਕ ਤੀਰ ਨਾਲ ਭੋਗ ਲੱਗਦਾ ਰਿਹਾ। ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜਦੋਂ ਕਕਾਰ ਬਖਸ਼ੇ, ਸਿੱਖਾਂ ਨੂੰ ਰਹਿਤ ਮਰਿਆਦਾ ਦੱਸੀ, ਉਦੋਂ ਫਿਰ ਕਿਰਪਾਨ ਨਾਲ ਭੋਗ ਲੱਗਣ ਲੱਗਿਆ, ਉਹ ਵੀ ਸਰਬਲੋ ਦੀ ਕਿਰਪਾਨ ਨਾਲ। ਸਾਰੀ ਕਿਰਪਾਨ ਸਰਬਲੋ ਦੀ ਹੋਣੀ ਚਾਹੀਦੀ ਹੈ। ਕਈ ਵਾਰੀ ਹੁੰਦਾ ਕਈ ਕਿਰਪਾਨ ਦੇ ਵਿੱਚ ਅੱਧੀ ਹੋਰ ਚੀਜ਼ ਲੱਗੀ ਹੁੰਦੀ ਹੈ, ਅੱਧੀ ਹੋਰ ਚੀਜ਼ ਲੱਗੀ ਹੁੰਦੀ, ਕਈ ਵਾਰੀ ਸਟੀਲ ਦੀ ਹੁੰਦੀ ਹੈ, ਪਰ ਚਾਹੀਦੀ ਹੈ ਸਰਬਲੋ ਦੀ ਕਿਰਪਾਨ। ਉਹਦੇ ਨਾਲ ਫਿਰ ਭੋਗ ਲੱਗਦਾ ਆ ਅਰਦਾਸ ਤੋਂ ਬਾਅਦ। ਸੋ ਅਰਦਾਸ ਕਰਕੇ ਆਪਾਂ ਬੇਨਤੀ ਕਰੀਦੀ ਆ ਵੀ ਮਹਾਰਾਜ ਸਾਹਿਬ ਤੁਸੀਂ ਕਿਰਪਾ ਕਰਕੇ ਕਿ ਦੇਗ ਸਾਤੋਂ ਸਜਵਾਏ। ਆਪਾਂ ਸਜੀ ਆ, ਦੇਗ ਸਜ ਕੇ ਤੁਹਾਡੇ ਕੋਲ ਹਾਜ਼ਰ ਹੋਈ ਆ। ਜਪਜੀ ਸਾਹਿਬ ਦਾ ਪਾਠ ਇੱਥੇ ਹੋ, ਜਿੱਦਾਂ ਮੈਂ ਦੱਸੂਗਾ ਨਾਲ ਦੀ ਨਾਲ। ਫਿਰ ਉਹਨਾਂ ਦੇ ਹਜ਼ੂਰੀ ਦੇ ਵਿੱਚ, ਮਹਾਰਾਜ ਦੀ ਹਜ਼ੂਰੀ ਦੇ ਵਿੱਚ ਆਨੰਦ ਸਾਹਿਬ ਦਾ ਪਾਠ ਹੁੰਦਾ ਆ। ਫਿਰ ਹੁਣ ਆਪ ਜੀ ਕਿਰਪਾ ਕਰੋ, ਭੋਗ ਲਵਾਓ। ਫਿਰ ਇੱਕ ਸ਼ਬਦ ਪੜ੍ਹੀਦਾ ਆ ਗੁਰੂ ਗ੍ਰੰਥ ਸਾਹਿਬ ਜੀ ਤੋਂ, ਕਰੀ ਪਾਕ ਸਾਲ ਸੋਚ ਪਵਿੱਤਰਾ, ਹੁਣ ਲਾਭੋ ਭੋਗ ਹਰ ਰਾਏ। ਜਦੋਂ ਭੋਗ ਸ਼ਬਦ ਅਰਦਾਸੀ ਆ, ਜਦੋਂ ਅਰਦਾਸ ਕਰਦਾ ਹੋਵੇ, ਉਹ ਕਹਿੰਦਾ ਹੁਣ ਲਾਭੋ ਭੋਗ ਹਰ ਰਾਏ। ਜਦੋਂ ਸ਼ਬਦ ਭੋਗ ਕਹਿਤਾ, ਉਦੋਂ ਨਾਲ ਹੀ ਕੱਪੜਾ ਚੱਕ ਕੇ ਕਿਰਪਾਨ ਵਿੱਚ ਭੇਟ ਕਰ ਦੇਣੀ ਹੁੰਦੀ ਆ। ਕਿਰਪਾਨ ਭਾਂਡੇ ਨਾਲ ਨਹੀਂ ਲਾਈ ਦੀ ਹੁੰਦੀ, ਕਰਕੇ ਜੇ ਹੁਣ ਆਪਾਂ ਛਕਦੇ ਆ, ਆਪਾਂ ਦੰਦ ਥੋੜ੍ਹੋ ਥੱਲੇ ਲਾਈਦੇ ਆ ਬਾਟੇ ਦੇ ਥੱਲੇ, ਜਦੋਂ ਕੋਈ ਪਾਣੀ ਦਾ ਗਲਾਸ ਮੂੰਹ ਹੀ ਲੱਗੇ ਹਨਾ, ਬਸ ਉੱਪਰੋਂ ਅੱਧ 'ਚ ਜਾ ਕੇ ਉਹ ਕਿਰਪਾਨ ਨੂੰ ਭੇਟ ਕਰਕੇ। ਜ਼ਰੂਰੀ ਨਹੀਂ ਵੀ ਆਪਾਂ ਕ੍ਰੋਸ ਮਾਰਨਾ, ਕਈ ਕ੍ਰੋਸ ਵੀ ਮਾਰਦੇ ਆ, ਨਹੀਂ, ਬਸ ਇੱਕ ਵਾਰੀ ਭੇਟ ਕਰ ਦੇਣੀ ਹੁੰਦੀ ਆ, ਉਹ ਭੋਗ ਲੱਗ ਜਾਂਦਾ ਫਿਰ ਗੁਰੂ ਸਾਹਿਬ ਜੀ ਦਾ। ਫਿਰ ਸੰਗਤ ਦੇ ਵਿੱਚ ਵਰਤਾਈ ਦੀ ਆ। ਸੰਗਤ ਦੇ ਵਿੱਚ ਫਿਰ ਪੰਜਾਂ ਸਿੰਘਾਂ ਨੂੰ ਪਹਿਲ ਹੁੰਦੀ ਆ, ਗ੍ਰੰਥੀ ਸਿੰਘ, ਫਿਰ ਬਾਕੀ ਸੰਗਤ ਨੂੰ। ਇਹ ਆਪਾਂ ਫਿਰ ਥੋੜ੍ਹੀ ਜਿਹੀ ਐਂਡ 'ਚ ਇਹ ਚੀਜ਼ਾਂ ਦੱਸਾਂਗੇ, ਪਰ ਉਹਨਾਂ ਨੇ ਤਿਆਰ ਕਰਤੀ ਆ। ਤੁਸੀਂ ਨੋਟ ਕਰੋਗੇ ਵੀ ਜਦੋਂ ਸਜਾ ਲਈ ਆ, ਜਦੋਂ ਭਾਂਡੇ ਸੁੱਚੇ ਕਰਤੇ, ਇਹਨਾਂ ਨੇ ਥੱਲੇ ਕੱਪੜਾ ਵਿਛਾ ਕੇ ਜਾਂ ਤੌਲੀਆ ਵਿਛਾ ਕੇ ਉਹਦੇ ਉੱਪਰ ਰੱਖੇ ਆ। ਕਿਉਂ? ਇਹ ਨਹੀਂ ਮੈਂ ਕਹਿੰਦਾ ਵੀ ਇਹ ਸਾਫ਼ ਨਹੀਂ ਹੈਗੇ, ਪਰ ਇੱਥੇ ਤਾਂ ਆਪਾਂ ਦੂਜੀਆਂ ਚੀਜ਼ਾਂ ਵੀ ਰੱਖਿਆ, ਵੀ ਬਾਹਰੋਂ ਹੀ ਆਇਆ ਸ਼ੌਪਾਂ ਤੋਂ, ਇੱਥੇ ਵੀ ਰੱਖੀਆਂ ਚੀਜ਼ਾਂ ਹਨਾ। ਤੇ ਇਹ ਭਾਂਡੇ ਸੁੱਚੇ ਹੋਣੇ ਚਾਹੀਦੇ ਆ। ਇਹ ਸ਼ਰਧਾ ਵਾਲੀ ਗੱਲ ਆ। ਇੱਕ ਤਾਂ ਸੁੱਚਣ ਵਾਲੀ ਗੱਲ ਆ, ਆਪਾਂ ਤਾਂ ਹੁਣ ਤਾਂ ਦੇਖ ਹੀ ਲਿਆ, ਹੁਣ ਸਾਰੇ ਸੁੱਚਣ ਕਰਦੇ ਹੀ ਆ, ਹੁਣ ਹੱਥ ਤੇ ਕਈ ਵਾਰੀ ਧੋਂਦੇ ਆ ਹਨਾ। ਤੇ ਇਹ ਸੁੱਚਾਂ ਵਾ ਵੀ ਇਹਦੇ ਵਿੱਚ ਕੋਈ ਮਤਲਬ ਇੱਥੇ ਲਾ ਤਾਂ ਕੀ ਪਤਾ ਕਿਹਦਾ ਹੱਥ ਇੱਥੇ ਲੱਗਿਆ ਆ। ਸਾਨੂੰ ਪਤਾ ਹੈ ਕੱਪੜਾ ਸੁੱਚੇ ਕੱਪੜੇ ਦੇ ਉੱਪਰ ਰੱਖ ਕੇ ਹੋਰ ਕਿਸੇ ਨੇ ਹੱਥ ਨਹੀਂ ਲਾਉਣਾ ਇਹਦੇ ਤੇ, ਨਾ ਕੋਈ ਆਪਾਂ ਇਹਦੇ ਉੱਪਰ ਚੀਜ਼ ਰੱਖਣੀ ਹੈ। ਸੋ ਇਹਦੇ ਕਰਕੇ ਆਪਾਂ ਇਹਦੇ ਉੱਪਰ ਆਪਾਂ ਭਾਂਡੇ ਰੱਖਦੇ ਆ। ਸੋ ਜਿਹੜਾ ਦੇਗ ਬਣਾਉਂਦਾ ਹੋਵੇ, ਦੇਗ ਮਹਾਰਾਜ ਨੇ ਇੱਕ ਬਖਸ਼ਿਸ਼ ਕੀਤੀ ਹੈ ਵੀ ਜਦੋਂ ਦੇਗ ਬਣਾ ਕੇ ਅਰਦਾਸ ਕਰੀਏ, ਤੇ ਜੇ ਉਸ ਸਮੇਂ ਦੇ ਵਿੱਚ 3 ਆਨੰਦ ਸਾਹਿਬ ਪੜ੍ਹੀਏ ਜਾਂ ਸੰਪਟ ਲਾ ਕੇ ਆਨੰਦ ਸਾਹਿਬ ਦੇ ਪਾਠ, ਇਹ ਮਹਾਰਾਜ ਨੇ 100 ਸਾਖੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕੋਈ ਤਰੀਕੇ ਦੱਸੇ। ਕੋਈ ਵੀ ਕਾਰਜ ਜਿਹੜਾ ਔਖਾ ਆ, ਹੁੰਦਾ ਨਹੀਂ ਪੂਰਾ, ਕੋਈ ਦੁਨੀਆਵੀ ਖਾਲਸੇ ਵਾਸਤੇ ਕੰਮ, ਉਦੋਂ ਸਿੰਘ ਦੇਗ ਬਣਾ ਕੇ ਪੰਜਾਂ ਸਿੰਘਾਂ ਤੋਂ ਅਰਦਾਸ ਕਰਾ ਕੇ, ਮਤਲਬ 5 ਸਿੰਘ ਖੜੇ ਹੋ ਕੇ, ਜਿਹੜੇ 5 ਸਿੰਘ ਤਿਆਰ ਪਰ ਤਿਆਰ ਹੋਣ, ਭਾਵ ਜਿਹੜੇ 5 ਪਿਆਰਿਆਂ 'ਚ ਲੱਗਣ ਵਾਲੇ ਹੋਣ, ਉਹਨਾਂ ਤੋਂ ਅਰਦਾਸ ਕਰੀਏ। ਦੇਗ ਵੀ ਉਹਨਾਂ ਤੋਂ ਬਣਾਈ ਹੋਵੇ ਤੇ ਅਰਦਾਸ ਵੀ ਉਹਨਾਂ ਤੋਂ ਕੀਤੀ ਹੋਵੇ, ਤੇ ਫਿਰ ਉਹ ਕਾਰਜ ਪੂਰਾ ਹੋ ਜਾਂਦਾ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਬਚਨੇ ਲਿਖੇ ਆ ਤੇ ਦੱਸਿਆ ਖਾਲਸੇ ਨੂੰ। ਸੋ ਦੇਗ ਦਾ ਮਹੱਤਵ ਬਹੁਤ ਵੱਡਾ ਆ। ਕੋਈ ਵੀ ਪ੍ਰੋਬਲਮ ਹੋਵੇ ਘਰ 'ਚ, ਦੇਗ ਬਣਾ ਦਿਓ। ਦੇਗ ਬਣਾ ਕੇ ਕਿਸੇ ਗ੍ਰੰਥੀ ਸਿੰਘ ਕੋਲੋਂ ਜਾਂ ਹੋਰ ਕਿਸੇ ਤਿਆਰ ਸਿੰਘ ਕੋਲੋਂ ਦੇਗ ਬਣਾ ਕੇ ਸੰਗਤ 'ਚ ਨੂੰ ਵਰਤਾ ਦਿਓ। ਤੁਹਾਡੇ ਕਾਰਜ, ਜਿਹਦੀ ਕੋਈ ਸ਼ਰਧਾ ਹੁੰਦੀ ਉਹਨਾਂ ਦੇ ਕਾਰਜ ਪੂਰੇ ਹੋ ਜਾਂਦੇ ਆ, ਕਾਰਜ ਸਾਰੇ ਪੂਰੇ ਹੋ ਜਾਂਦੇ ਆ। ਸੋ ਇਹਦਾ ਬਹੁਤ ਵੱਡਾ ਮਹੱਤਵ ਆ। ਤੇ ਸੋ ਆਪਾਂ ਹੁਣ ਭਾਂਡੇ ਸਾਫ਼ ਹੋ ਗਿਆ, ਆਪਾਂ ਹੁਣ ਤਿਆਰੀ ਕਰਨੀ ਆ ਦੇਗ ਬਣਾਉਣ ਦੀ। ਸੋ
ਜਿੱਦਾਂ ਮੈਂ ਤੁਹਾਨੂੰ ਦੱਸਿਆ ਸੀ ਕਈ ਤਰੀਕੇ ਆ। ਜਦੋਂ ਯੂਜ਼ ਟੂ ਬੰਦਾ ਹੋ ਜਾਂਦਾ ਉਹ ਚਾਸ ਵੀ ਤੇ ਦੇਗ ਵੀ ਇਕੱਠੀ ਬਣਾਉਣ ਲੱਗ ਜਾਂਦੇ। ਆਪਾਂ ਵੀ ਉਦੋਂ ਜਦੋਂ ਆਏ ਸੀ ਇੱਥੇ ਜਾਂ ਹੋਰ ਆਪਾਂ ਬਣਾਉਣੇ ਆਪਾਂ ਇਕੱਠੀ ਬਣਾਉਣ ਲੱਗ ਜਾਂਦੇ, ਕਰਕੇ ਸਿੰਘ 2-4 ਹੁੰਦੇ ਆ, 2 ਸਿੰਘ ਚਾਸ ਨੂੰ ਲੱਗ ਜਾਂਦੇ ਆ, 2 ਆਪਾਂ ਇਹਦੇ ਵਿੱਚ ਜਾਂ ਨੂੰ ਚਾਸ ਬਣਦੇ ਆ ਜਾਂ ਨੋਹ ਤਿਆਰ ਹੁੰਦਾ, ਫਿਰ ਆਪਾਂ ਉਹ ਟਾਈਮ ਬਚ ਜਾਂਦਾ। ਪਰ ਅੱਜ ਆਪਾਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸੈਪਰੇਟ ਬਣਾਉਣੀ ਆ, ਫਿਰ ਤੁਹਾਨੂੰ ਪਤਾ ਲੱਗੇ ਵੀ ਕਿਉਂ ਤੇ ਕਿਸ ਤਰੀਕੇ ਦੇ ਨਾਲ। ਸੋ ਪਹਿਲਾਂ ਆਪਾਂ ਬਣਾਉਣੀ ਹੈ ਚਾਸ। ਚਾਸ ਜਲ ਤੇ ਖੰਡ, ਠੀਕ ਆ। ਸੋ ਪਹਿਲਾਂ ਉਸ ਤੋਂ ਪਹਿਲਾਂ ਬਣਾਉਣ ਤੋਂ ਆਪਾਂ ਪਹਿਲਾਂ ਵੇ ਕਰ ਲਈਏ, ਮੈਜਰ ਕਰ ਲਈਏ ਸਾਰੀਆਂ ਚੀਜ਼ਾਂ। ਮੈਂ ਹੱਥ ਸੁੱਚੇ ਕਰ ਲਈਏ ਤੇ ਆਪਾਂ ਮੈਜਰ ਕਰਕੇ ਪਹਿਲਾਂ ਇੰਗਰੀਡੀਐਂਟਸ ਇਕੱਠੇ ਬਰਾਬਰ ਦੇ ਕਰ ਦਈਏ। ਹਾਂਜੀ ਕੱਪੜੇ ਨਾਲ ਜਿਹੜੀ ਗੈਸ ਵੀ ਹੁੰਦੀ ਆ ਹਨਾ, ਜਿਹੜੀ ਗੈਸ ਹੁੰਦੀ ਆ ਹੋਰ ਯੂਜ਼ ਕਰਨੀ ਤਾਂ ਤੁਸੀਂ ਆਪਾਂ ਇਹ ਤਾਂ ਕਰਨੀ ਆ ਵੀ ਤੁਸੀਂ ਤੁਹਾਨੂੰ ਦਿਸੂਗਾ। ਬਣਾਉਣ ਨੂੰ ਤਾਂ ਸੌਖੀ ਦੇ ਇੱਥੇ ਆ, ਪਰ ਆਪਾਂ ਤਾਂ ਇੱਥੇ ਕਰਨੀ ਆ ਵੀ ਤੁਹਾਨੂੰ ਦਿਸੂਗੀ, ਕਰਕੇ ਇਹ ਦੇਗ ਦੇ ਵਿੱਚ ਆਪਾਂ ਰੰਗ ਦੇਖਣਾ, ਉਹਦੀ ਖੁਸ਼ਬੂ ਲੈਣੀ ਆ। ਹੁਣ ਆਪਾਂ ਸੰਗਤ ਕਾਫੀ ਗੁਰੂ ਦੀ ਕਿਰਪਾ ਨਾਲ ਜੇ ਆਪਾਂ ਇੱਥੇ ਬਣਾਏ ਤੁਹਾਨੂੰ ਦਿਸਣੀ ਨਹੀਂ, ਆਪਾਂ ਇੱਥੇ ਬਣਾ ਸਕਦੇ ਹਾਂ ਨਾ। ਤੇ ਗੈਸ ਦੇ ਉੱਪਰ ਹੁਣ ਇੰਡੀਆ ਦੇ ਵਿੱਚ ਗੈਸ ਨਹੀਂ ਹੁੰਦੇ ਸੀ ਪੁਰਾਤਨ ਸਮੇਂ ਦੇ ਵਿੱਚ। ਜਿਹੜੀ ਮਰਿਆਦਾ ਲਿਖੀ ਆ ਉਹ ਲਿਖੀ ਆ ਵੀ ਲੱਕੜ ਲੈ ਕੇ, ਜਿੱਦਾਂ ਪੁਰਾਣੇ ਸਮੇਂ 'ਚ ਭੱਠੀ ਹੁੰਦੀ ਸੀ, ਲੱਕੜ ਲੈ ਕੇ ਲੱਕੜ ਦੀ ਅੱਗ ਲਾਉਣੀ ਆ। ਹੁਣ ਘਰਾਂ ਦੇ ਵਿੱਚ ਤੁਹਾਨੂੰ ਪਤਾ ਗੋਆ ਵੀ ਲਿਆ ਕੇ ਪਾ ਦਿੰਦੇ ਆ, ਹੋਰ ਵੀ ਡੱਕੇ ਡੁੱਕੇ ਪੇਪਰ ਵੀ ਪਾ ਦਿੰਦੇ ਆ, ਪਰ ਜਦੋਂ ਦੇਗ ਬਣਾਉਣੀ ਆ ਦੇਗ ਲੱਕੜ ਨਾਲ। ਪਰ ਹੁਣ ਤਾਂ ਗੈਸ ਚੱਲ ਪਏ ਆ। ਸੋ ਗੈਸ ਜਿਹੜੀ ਗੈਸ ਹੁੰਦੀ ਆ ਉੱਪਰੋਂ ਆਪਾਂ ਇੱਥੇ ਤੇਲ ਨਾਲ ਵੀ ਆਪਾਂ ਪਕੌੜੇ ਕੱਢਦੇ ਆ। ਕੋਈ ਜੂਠਾ ਤਾਂ ਹੁੰਦਾ ਨਹੀਂ, ਆਪਾਂ ਲੰਗਰ ਹੀ ਬਣਾਉਣੇ ਆ ਤੇ, ਪਰ ਜਿਹੜੀ ਉਹ ਇੰਗਰੀਡੀਅੰਟਸ ਆ ਆਪਾਂ ਚਾਹੁੰਦੇ ਆ ਵੀ ਇਹਦੇ ਨਾਲ ਮਿਕਸ ਨਾ ਹੋਵੇ। ਹੁਣ ਜਿੱਦਾਂ ਉਹ ਬਾਟਾ ਸੁੱਚਾ ਕਈ ਵਾਰੀ ਤੇਲ ਦਾ ਛਿੱਟਾ ਪਿਆ ਹੁੰਦਾ ਆ, ਇਸ ਕਰਕੇ ਗੈਸ ਆਪਾਂ ਉੱਪਰੋਂ ਸਾਫ਼ ਕਰ ਦਈਦੀ ਹੈ ਵੀ ਆਪਾਂ ਇੱਥੇ ਵੀ ਭਾਂਡੇ ਸੁੱਚੇ ਰੱਖੇ ਆ, ਉੱਥੇ ਵੀ ਕਿਸੇ ਦਾ ਹੱਥ ਹੀ ਲੱਗਿਆ ਹੋਊਗਾ ਬਾਅਦ 'ਚ, ਉਹ ਵੀ ਇੱਕ ਵਾਰੀ ਸਾਫ਼ ਕਰ ਦਿਓ, ਠੀਕ ਆ। ਹੁਣ ਆਪਣੇ ਮਨ 'ਚ ਇਹ ਹੋਊਗਾ ਵੀ ਇਹ ਜ਼ਿਆਦਾ ਹੀ ਇਹ ਕੰਮ ਕਈ ਵਾਰੀ ਸੋਚ ਹੀ ਲੈਂਦੇ ਆ ਵੀ ਇਹ ਜ਼ਿਆਦਾ ਹੀ ਸਾਫ਼ ਕਰਦੇ ਆ। ਆਪਣਾ ਅੰਦਾਜ਼ਾ ਜਦੋਂ ਗੁਰੂ ਦੀ ਕਿਰਪਾ ਨਾਲ ਆਪਾਂ ਸਾਰੀ ਚੀਜ਼ਾਂ ਕਰਦੇ ਆ, ਇੱਕ ਸੁੱਚਮ ਰਹਿੰਦੀ ਆ, ਤਾਂ ਹੁਣ ਦੁਨੀਆ ਨੂੰ ਪਤਾ ਲੱਗ ਗਿਆ ਸੁੱਚਮ ਦਾ, ਤੇ 2 ਜਿਹੜਾ ਵੀ ਕੋਈ ਕਾਰਜ ਆ ਉਹ ਗੁਰੂ ਦੀ ਕਿਰਪਾ ਨਾਲ ਪੱਕਾ ਹੀ ਹੁੰਦਾ ਆ। ਕਰਕੇ ਇਹ ਚੀਜ਼ਾਂ ਲਿਖੀਆਂ ਹੋਈਆਂ ਨੇ, ਇਹ ਦੱਸੀਆਂ ਹੋਈਆਂ, ਸੀਨੇ ਵੀ ਦੱਸੀਆਂ ਹੋਈਆਂ ਵੀ ਸਾਫ਼ ਕਰਕੇ। ਜਿੱਦਾਂ ਉੱਥੇ ਤਾਂ ਭੱਠੀ ਲਿਖੀ ਆ ਲੱਕੜ ਦੇ ਨੇ, ਉਹ ਸੁੱਚੀ ਸਾਫ਼ ਜਗ੍ਹਾ ਤੇ, ਫਿਰ ਹੁਣ ਜੇ ਸਾਫ਼ ਜਗ੍ਹਾ ਉੱਥੇ ਲਿਖੀ, ਹੁਣ ਆਪਾਂ ਵੀ ਆਪਣੀ ਜਗ੍ਹਾ ਸਾਫ਼ ਹੀ ਕਰਨੀ ਹੈ। ਸੋ ਸਾਫ਼ ਕਰਕੇ ਉੱਥੇ ਦੇਗ ਬਣਾਉਣੀ ਆ। ਲੰਗਰਾਂ ਦੇ ਵਿੱਚ ਹੈਲਥ ਐਂਡ ਸੇਫਟੀ ਵਾਸਤੇ ਹੁਣ ਅੱਜ ਕੱਲ੍ਹ ਇੱਥੇ ਬਾਹਰਲੇ ਦੇਸ਼ਾਂ ਚੱਪਲਾਂ ਵੀ ਆਪਾਂ ਲਿਆਉਣੇ ਆ, ਪਰ ਜਦੋਂ ਦੇਗ ਬਣਾਉਣੀ ਆ ਨੰਗੇ ਪੈਰ ਨਾਲ ਦੇਗ ਬਣਾਉਣੀ, ਸੌਕਸਾਂ ਵੀ ਨਹੀਂ ਪਾਉਣੀ। ਜੇ ਘਰਾਂ 'ਚ ਵੀ ਬਣਾਉਣੀ ਆ ਨੰਗੇ ਪੈਰ ਨਾਲ, ਠੀਕ ਆ। ਤੇ ਇੱਕ ਇਹ ਵੀ ਸਿੰਘ ਜਾਂ ਗੁਰਮੁਖ ਮਹਾਪੁਰਸ਼ ਉਹ ਦੱਸਦੇ ਆ ਵੀ ਜਿਹੜੀ ਤੁਹਾਡੀ ਰਸੋਈ ਹੁੰਦੀ ਆ ਨਾ, ਰਸੋਈ ਜਾਂ ਕਿਚਨ ਕਹਿ ਲਓ ਜਾਂ ਘਰ 'ਚ ਰਸੋਈ, ਜਦੋਂ ਉੱਥੇ ਦੇਗ ਬਣਾਉਣੀ ਆ ਜਾਂ 5 ਸਿੰਘਾਂ ਨੂੰ ਘਰੇ ਸੱਦਣਾ ਜਾਂ ਉਹਨਾਂ ਨੂੰ ਛਕਾਉਣਾ, ਆਪਦੀ ਰਸੋਈ ਸਾਰੀ ਸਾਫ਼ ਕਰੋ ਤੇ ਉਹਦੇ ਵਿੱਚ ਚੱਪਲਾਂ ਲਾ ਕੇ ਵੜੋ ਨਾ। ਸਾਰਾ ਲੰਗਰ ਪ੍ਰਸ਼ਾਦਾ ਨੰਗੇ ਪੈਰੀ ਸਜਾ ਕੇ ਫਿਰ ਤੁਸੀਂ ਨਾਰਮਲ ਆਪਦਾ ਫੇਰ ਕਰ ਲਓ। ਕਰਕੇ ਭਾਵ ਇਹਦਾ ਮਤਲਬ ਇਹ ਆ ਵੀ ਆਪਾਂ ਸ਼ਰਧਾ ਉਹ ਰੱਖਣੀ ਵੀ ਇਹ ਗੈਸ ਦਾ ਇਹਦੇ ਨਾਲ ਵੀ ਟੱਚ, ਮਤਲਬ ਸਾਰੀ ਜਗ੍ਹਾ ਸਾਫ਼ ਕਰ ਲੈਣੀ। ਤੁਸੀਂ ਵੀ ਇੱਥੇ ਖੜੇ ਹੋ, ਤੁਸੀਂ ਵੀ ਉੱਥੇ ਲੱਗਣਾ ਵੀ ਸਾਰੀ ਜਗ੍ਹਾ ਸਾਫ਼ ਕਰਕੇ ਫੇਰ ਬਣਾਉਣੀ ਆ ਦੇਗ, ਠੀਕ ਆ। ਇਹ ਆਪਾਂ ਇਹ ਨਹੀਂ ਸੋਚਣਾ ਵੀ ਓਵਰ ਕੰਮ ਕਰਤਾ, ਇਹ ਤਾਂ ਇੱਕ ਸ਼ਰਧਾ ਆ ਤੇ ਇੱਕ ਸਾਨੂੰ ਸਾਡੀ ਸੁਚਮਤਾ ਵੱਧਦੀ ਆ। ਸੋ ਇਸ ਕਰਕੇ ਤਾਂ ਇਹ ਸਾਰਾ ਕੁਝ ਸਾਫ਼ ਕਰਦਾ। ਹੁਣ ਆਪਾਂ ਇਹਨਾਂ ਨੂੰ ਮੈਜਰ ਕਰਾਂਗੇ ਤੇ ਮੈਨੂੰ ਦੱਸਦੇ ਸੀ ਵੀ ਤੁਸੀਂ ਨਾਰਮਲੀ ਇੱਥੇ ਅੱਧੀ ਕਿਲੋ ਦੀ ਦੇਗ ਬਣਾਉਣੀ ਹੈ। ਉੱਦਾਂ ਜੇ ਖੁਸ਼ੀ ਦਾ ਮੌਕਾ ਹੋਵੇ ਹਨਾ, ਚਲੋ ਠੀਕ ਆ, ਦੀਵਾਨਾਂ ਦੇ ਵਿੱਚ ਤੁਸੀਂ ਘੱਟ ਬਣਾ ਲਓ, ਘਰਾਂ 'ਚ ਵੀ ਘੱਟ ਬਣਾ ਲਓ। ਜੇ ਕੋਈ ਖੁਸ਼ੀ ਦਾ ਮੌਕਾ, ਕੋਈ ਦੀਵਾਨ ਸਜਿਆ ਤੇ ਉੱਦਾਂ ਕਿਲੋ ਦੀ ਦੇਗ ਚਾਹੀਦੀ ਆ। ਜਦੋਂ 1 ਕਿਲੋ ਦੀ ਦੇਗ 100 ਬੰਦੇ ਨੂੰ ਤੇ ਦੇਗ ਉਹ ਇਨਫ 1 ਕਿਲੋ ਦੀ 100 ਬੰਦਿਆਂ ਵਾਸਤੇ, ਠੀਕ ਆ। ਸੋ ਇਹ ਅੰਦਾਜ਼ਾ ਆਪਦੇ ਮਨ ਚ ਲਾਉਣਾ। ਘਰਾਂ 'ਚ ਬਣਾਉਣੀ ਆ ਜੇ ਤੁਸੀਂ 5-7 ਜੀ ਹੋ, ਇਹ ਨਹੀਂ ਵੀ ਆਪਾਂ ਇੱਕ ਚਮਚਾ ਦੀ ਦੇਗ ਬਣਾ ਦਿਓ ਤੇ ਬਣਨੀ ਵੀ ਨਹੀਂ ਹੈਗੀ, ਹੈ ਨਾ। ਥੋੜੀ ਜਿਹੀ ਵੱਧ ਬਣਾਓ, ਪਾਈਆ ਕ ਬਣਾਓ, ਪਾਈਆ ਕਹਿੰਦੇ ਕੌਲੀ ਕੀ ਜਿੰਨੀ ਬਣਾ ਲਓ, ਥੋੜੀ ਜਿਹੀ ਵੱਧ ਛਕ ਲਓ। ਪਰ ਜਿੱਥੇ ਤੁਸੀਂ ਆਮ ਅੰਦਾਜ਼ਾ ਲਾਉਣਾ 100 ਬੰਦਿਆਂ ਵਾਸਤੇ 1 ਕਿਲੋ ਦੀ ਦੇਗ ਹੁੰਦੀ ਆ। ਪਰ ਜਦੋਂ ਅੰਮ੍ਰਿਤ ਸੰਚਾਰ ਹੋਵੇ ਜਾਂ ਕੋਈ ਜ਼ਿਆਦਾ ਖੁਸ਼ੀ ਵਾਲਾ ਮੌਕਾ ਹੋਵੇ, ਫਿਰ ਤੁਸੀਂ ਅੰਮ੍ਰਿਤ ਸੰਚਾਰ ਕਰਕੇ ਖਾਸ ਕਰਕੇ ਉਦੋਂ ਬਹੁਤ ਖੁਸ਼ੀ ਹੁੰਦੀ ਹੈ। ਗੁਰਸਿੱਖੀ ਦੇ ਜਹਾਜ਼ ਤੇ ਚੜ੍ਹੇ ਹੁੰਦੇ ਆ, ਉਦੋਂ 1 ਕਿਲੋ ਦੀ ਦੇਗ 10 ਬੰਦਿਆਂ ਵਾਸਤੇ ਹੁੰਦੀ ਹੈ। ਇਹ ਇੰਡੀਆ 'ਚ ਇੱਦਾਂ ਬਣਦੀ ਹੈ। ਇੱਥੇ ਤਾਂ ਚਲੋ ਅੰਦਾਜ਼ੇ ਲਾ ਲੈਂਦੇ ਆ ਹਨਾ, ਪਰ ਤੁਸੀਂ ਸਮਝੋ ਵੀ ਆਪਾਂ ਸੋਚਦੇ ਆ ਵੀ ਕੋਈ ਵੀ ਪ੍ਰੋਗਰਾਮ ਹੋਵੇ 1 ਕਿਲੋ ਤੋਂ ਘੱਟ ਨਹੀਂ ਬਣਾਉਣੀ। ਘਰਾਂ ਦੇ ਵਿੱਚ ਚਲੋ ਘੱਟ ਵੀ ਬਣਾਈ ਜਾਂਦੀ ਆ, ਜਾਂ ਜਿੱਥੇ ਸੰਗਤ ਥੋੜੀ ਹੋਵੇ। ਪਰ ਤੁਸੀਂ ਕਹ ਲਓ ਵਿਸ਼ੇਸ਼ ਪ੍ਰੋਗਰਾਮ ਗੁਰਪੁਰਬ ਆ ਗਿਆ, ਉੱਥੇ 1 ਕਿਲੋ ਬਣਾਓ, ਭਾਵੇਂ ਸੰਗਤ ਉਨੀ ਹੈ, 1 ਕਿਲੋ ਤੋਂ ਘੱਟ ਨਹੀਂ ਬਣਾਉਣੀ, ਠੀਕ ਆ। ਇਹ ਜ਼ਰੂਰੀ ਕੰਮ ਆ। ਸੋ
ਆਪਾਂ ਪਹਿਲਾਂ ਸੋਚਦੇ ਸੀ ਵੀ ਆਪਾਂ ਅੱਧੀ ਕਿਲੋ ਬਣਾਵਾਂਗੇ, ਫਿਰ ਆਪਣੇ ਮਨ 'ਚ ਇਹ ਆ ਗਿਆ ਵੀ ਤੁਸੀਂ ਅੱਧੀ ਕਿਲੋ ਤਾਂ ਉਦਾਂ ਹੀ ਮੈਨੂੰ ਲੱਗਦਾ ਤੁਸੀਂ ਬਣਾਉਣੇ ਹੋ ਨਾ। ਉਹ ਸਿੰਘ ਨੇ ਮੈਨੂੰ ਦੱਸਿਆ ਸੀ ਪਿਛਲੀ ਵਾਰੀ ਜਦੋਂ ਮੈਂ ਆਇਆ ਸੀ, ਤੁਸੀਂ ਨਹੀਂ ਦੱਸਿਆ, ਉਹ ਦੂਜੇ ਸਿੰਘ ਨੇ ਮੈਨੂੰ ਦੱਸਿਆ ਸੀ ਵੀ ਅੱਧੀ ਕਿਲੋ ਤੁਸੀਂ ਬਣਾਉਣੇ ਹੋ, ਹੈ ਨਾ। ਤੇ ਪਰ ਮੈਂ ਸੋਚਦਾ ਆ ਵੀ ਇੱਕ ਵਾਰੀ ਆਪਾਂ ਬਣਾਵਾਂਗੇ, ਇੱਕ ਵਾਰੀ ਤੁਹਾਡੇ ਵਿੱਚੋਂ ਕਿਸੇ ਨੇ ਬਣਾਉਣੀ ਹੈ। ਤੇ ਬਣਾਉਣੀ ਨਵੇਂ ਨੇ ਜਿਹੜੇ ਨੇ ਦੇਗ ਨਹੀਂ ਕਦੇ ਬਣਾਈ, ਪ੍ਰੈਕਟਿਸ ਹੋ ਜਾਂਦੀ ਹੈ ਨਾ। ਤੇ ਆਪਾਂ ਫਿਰ ਜਾਂ ਪਹਿਲਾਂ ਕੁਆਟਰ ਕਿਲੋ ਦੇਗ ਬਣਾ ਲਈਏ ਤੇ ਦੂਜੀ ਵਾਰੀ ਕੁਆਟਰ ਫਿਰ ਬਣਾ ਲਾਂਗੇ, ਠੀਕ ਆ, ਹਨਾ। ਫਿਰ ਨਹੀਂ ਤੇ ਫਿਰ ਅੱਧੀ ਕਿਲੋ ਫਿਰ ਬਹੁਤ ਜ਼ਿਆਦਾ ਹੋ ਜਾਣੀ ਹੈ, ਹਨਾ। ਆਪਾਂ ਪਹਿਲਾਂ ਕੁਆਟਰ ਕੇ ਪਹਿਲਾਂ ਤਾਂ ਆਪਾਂ ਸੋਚਦੇ ਸੀ ਆਪਾਂ ਹੀ ਅੱਧੀ ਕਿਲੋ ਬਣਾਵਾਂਗੇ, ਫਿਰ ਆਪਾਂ ਮੈਂ ਸਵੇਰੇ ਵਿਚਾਰ ਕੀਤੀ ਵੀ ਤੁਹਾਨੂੰ ਵੀ ਪ੍ਰੈਕਟਿਸ ਦੇ ਦਈਏ ਵੀ ਤੁਸੀਂ ਵੀ ਇੱਕ ਵਾਰੀ ਆਪਾਂ ਬਣਾਵਾਂਗੇ, ਇੱਕ ਵਾਰੀ ਤੁਸੀਂ ਬਣਾ ਲਿਓ, ਠੀਕ ਆ। ਸੋ ਆਪਾਂ ਕੁਆਟਰ ਕਿਲੋ ਦੀ ਦੇਗ, ਸੋ ਆਪਾਂ ਖੋਲ ਕੇ ਆਪਾਂ ਹੁਣ ਮੈਜਰ ਕਰੀਏ ਸਾਰਾ ਕੁਝ। ਤੇ ਪਹਿਲਾਂ ਆਪਾਂ ਆਟਾ ਕਰਨਾ। ਸੋ ਆਹ ਬਾਟੇ ਧੋ ਦੇ, ਆਪਾਂ ਇਹਦੇ ਵਿੱਚ ਹੀ ਬਾਟੇ 'ਚ ਹੀ ਪਾ ਲਾਂਗੇ ਫਿਰ, ਹਨਾ। 3 ਬਾਟੇ ਆ ਛੋਟੇ ਬਾਟੇ ਧੋ ਦੇ। ਨਾਲ ਦੀ ਨਾਲ ਜੇ ਕੋਈ ਸਵਾਲ ਹੋਵੇ ਤੁਸੀਂ ਪੁੱਛ ਸਕਦੇ ਹੋ, ਤੁਸੀਂ ਪੁੱਛੀ ਜਾਇਓ। ਸੋ ਹੁਣ ਆਪਾਂ ਅੱਧੀ ਕਿਲੋ, ਸੋ ਆਨੀ ਜੀ ਤੁਸੀਂ ਕਰੋ ਹੁਣ ਥੋੜੀ ਸੇਵਾ। ਹੱਥ ਧੋ ਕੇ ਆਵੇ, ਕੋਈ ਗੱਲ ਨਾ, ਹੱਥ ਧੋ ਜਾਓ। ਹੁਣ ਮੀਡੀਆ ਦੇ ਵਿੱਚ ਬਹੁਤ ਹੀਟ ਹੁੰਦੀ ਹੈ, ਉਹ ਤਾਂ ਪਹਿਲਾਂ ਹੀ ਆਲਰੇਡੀ ਉਹ ਕੁੱਤਾ ਹੀ ਹੁੰਦਾ ਹੈਗਾ ਕਿ ਹੀਟ ਹੁੰਦੀ ਹੈ, ਇੰਨੇ ਕੱਪੜੇ ਪਾ ਕੇ ਪਹਿਲਾਂ ਹੀ ਹੀਟ ਹੋ ਜਾਂਦੀ ਹੈ ਕਿਚਨਾਂ ਦੇ ਵਿੱਚ, ਹੈ ਨਾ। ਸੋ ਜੇ ਤੁਸੀਂ ਹੁਣ ਬਾਣਾ ਗੁਰੂ ਦਾ ਹੈ, ਜੇ ਗੁਰੂ ਦਾ ਬਾਣਾ ਪਾ ਕੇ ਬਣਾਓ ਤਾਂ ਬੈਟਰ ਹੀ ਆ, ਹੈ ਨਾ। ਪਰ ਜ਼ਰੂਰੀ ਨਹੀਂ ਮਤਲਬ ਕੁੜਤਾ ਵੀ ਪਾ ਸਕਦੇ ਹੋ, ਕਿਉਂਕਿ ਹੀਟ ਬਹੁਤ ਹੁੰਦੀ ਹੈ। ਗੈਸ ਲਾਓ ਤੇ ਫਿਰ ਸੁਣਨਾ ਨਹੀਂ ਆ ਗੈਸ ਬਾਅਦ ਲਾਵਾਂਗੇ, ਆਪਾਂ ਮੈਜਰ ਕਰਕੇ ਕੌਲੀ 'ਚ ਪਾ ਲਈਏ। ਆਪਾਂ ਅੱਧੀ ਕਿਲੋ ਮੈਜਰ ਕਰਕੇ ਲਿਆਂਦੀ ਸੀ, ਪਰ ਹੁਣ ਆਪਾਂ 250 ਗ੍ਰਾਮ tiny bit more. ਸੋ ਤੁਸੀਂ ਆ ਪਹਿਲਾਂ ਭੈਣ ਜੀ ਉਹਨਾਂ ਨੇ ਇਹ ਸੁੱਚਾ ਕਰਤਾ ਸੀ ਸਕੇਲ, ਤੁਸੀਂ ਸੋਚਦੇ ਹੋਗੇ ਪਹਿਲਾਂ ਹੀ ਪਤਾ ਹੀ ਤਾਂ ਆਪਾਂ ਧੁੱਕਾ ਨਹੀਂ, ਇਹ ਪਹਿਲਾਂ ਤਿਆਰ ਹੋ ਗਿਆ ਸੀਗਾ। 250 ਗ੍ਰਾਮ ਹੈ ਨਾ। ਕੋਲੇ ਹੋ ਗਈ ਕਹਿੰਦਾ ਵੈਸੇ ਕਹਿੰਦਾ ਤਾਂ ਹੋ ਗਿਆ ਦਾ ਹਾਂ ਇਹਦੇ ਬਾਅਦ ਇੱਥੇ ਦਿਖਾ ਦਿਆ ਥੋੜੀ ਇੱਥੇ ਦਿਖਾ ਦਿਆ। ਆਪਾਂ ਫਿਰ ਬਾਟੇ 'ਚ ਕੱਢ ਲਿਓ। ਤੇ ਬਾਟੇ ਸਰਵਲੋ ਦੇ ਹੋਣੇ ਚਾਹੀਦੇ ਆ, ਕੜਾਹੀ ਵੀ ਸਰਵਲੋ ਦੀ, ਪਲਤਾ ਉੱਦਾਂ ਦਾ ਖੁਰਚਣਾ ਵੀ ਕਹਿ ਦਿੰਦੇ ਆ, ਪਰ ਖਾਲਸੇ ਦੇ ਵਜੇ ਨੂੰ ਪਲਤਾ ਕਹਿੰਦੇ ਆ। ਤੇ ਸਾਰਾ ਕੁਝ ਸਰਵਲੋ ਦਾ ਹੋਣਾ ਚਾਹੀਦਾ ਆ। ਆਹ ਦੇਖ ਲਓ, ਆਹ 250 ਗ੍ਰਾਮ ਜ਼ਿਆਦਾ ਮੱਚ 250 ਗ੍ਰਾਮ, ਠੀਕ ਆ, ਕੁਆਟਰ ਕਿਲੋ। ਜੇ ਤੁਸੀਂ ਘਰਾਂ 'ਚ ਬਣਾਉਣੀ ਹੈ ਇਹ ਵੀ ਬਹੁਤ ਜ਼ਿਆਦਾ ਦੇਗ ਬਣ ਜਾਣੀ ਆ। 100 ਗ੍ਰਾਮ ਬਹੁਤ ਆ, ਮਤਲਬ 5-7 ਜੀ 10 ਜੀ 100 ਗ੍ਰਾਮ ਬਹੁਤ 10 ਜੀਆਂ ਨੂੰ ਵਧੀਆ ਹੁੰਦੀ ਆ। ਸ਼ੂਗਰ ਪਾ ਦੇ 250 ਗ੍ਰਾਮ। ਇਹ ਜ਼ਰੂਰੀ ਹੁੰਦਾ ਆ ਇਕੁਅਲ ਅਮਾਉਂਟ। ਇਹ ਜਿੱਦਾਂ ਮੈਂ ਤੁਹਾਨੂੰ ਦੱਸਿਆ, ਇਹ ਮਰਿਆਦਾ 'ਚ ਵੀ ਆ, ਭਾਈ ਨੰਦ ਲਾਲ ਸਾਹਿਬ ਜੀ ਨੇ ਲਿਖਿਆ ਆ। ਬਸ 250 ਹੈ ਨਾ। ਸ਼ੂਗਰ ਤਾਂ ਸ਼ੂਗਰ ਹੀ ਆ, ਹਨਾ। ਉਹ ਵੀ ਰਿਫਾਈਨ ਆ ਤੇ ਇਹ ਵੀ ਰਿਫਾਈਨ ਆ। ਇੰਗਲੈਂਡ ਦੇ ਵਿੱਚ ਸਾਰੀ ਰਿਫਾਈਨ ਹੀ ਆ, ਭਾਵੇਂ ਚਿੱਟੀ ਆ ਭਾਵੇਂ ਬਰਾਊਨ ਆ, ਉਹਦੇ ਲਿਖਿਆ ਤਾਂ ਹੁੰਦਾ ਆ, ਹਨਾ। ਇਹ ਸਾਰੀ ਰਿਫਾਈਨ ਫੈਕਟਰੀਆਂ 'ਚ ਹੀ ਆਉਂਦੀ ਹੈ, ਹਨਾ। ਚਾਹੀਦੀ ਹੈ ਕੇਨ ਸ਼ੂਗਰ। ਇੰਡੀਆ 'ਚ ਤਾਂ ਕੇਨ ਸ਼ੂਗਰ ਹੀ ਚੱਲਦੀ ਹੁੰਦੀ ਸੀ ਪਹਿਲਾਂ। ਕੇਨ ਦੇ ਵਿੱਚੋਂ ਉਹਨਾਂ ਨੇ ਰਸ ਕੱਢ ਕੇ ਸ਼ੂਗਰ ਬਣ ਜਾਂਦੀ ਹੁੰਦੀ ਸੀ, ਤਾਂ ਹੀ ਉਹ ਕਹਿੰਦੇ ਨੇ ਬਰਾਊਨ। ਪਰ ਬਰਾਊਨ ਕਈ ਵਾਰੀ ਥੋੜੀ ਜਿਹੀ ਡਿਫਰੈਂਟ ਵੀ ਹੁੰਦੀ ਆ। ਸੋ ਕੇਨ ਸ਼ੂਗਰ ਬਣਨੀ ਚਾਹੀਦੀ, ਕੇਨ ਤੋਂ ਹੋਣੀ ਚਾਹੀਦੀ ਹੈ। ਸ਼ੱਕਰ ਦੀ ਬਣਾ ਸਕਦੇ
ਪਰ ਕਈ ਕਹਿੰਦੇ ਸ਼ੱਕਰ ਦੀ ਵੀ ਬਣਦੀ ਹੁੰਦੀ ਸੀ, ਪਰ ਆਪਾਂ ਕੇਨ ਦੀ ਬਣਾਉਣੇ ਆ, ਕੇਨ ਸ਼ੂਗਰ, ਕੇਨ ਦਾ ਰਸ ਕੱਢ ਕੇ। ਹੁਣ ਤੁਸੀਂ ਦੇਖੋਗੇ ਇਹ ਪੈਕਟ ਦੇ ਵਿੱਚ ਸ਼ੂਗਰ ਦੇ ਵਿੱਚ ਪੀਲਾ ਰੰਗ ਸੀ। ਹੁਣ ਇਹ ਨਹੀਂ ਵੀ ਉਹ ਸ਼ੂਗਰ ਖਰਾਬ ਆ, ਹਨਾ। ਸ਼ੂਗਰ ਦੇ ਵਿੱਚ ਇੰਪਿਊਰਿਟੀਜ਼ ਹੁੰਦੀ ਆ। ਚਾਸ ਜਿੱਦਾਂ ਆਪਾਂ ਬਣਾਉਣੀ ਆ, ਹਨਾ, ਉਹ ਅਸਲੀ ਤਰੀਕਾ ਆ ਚਾਸ ਬਣਾਉਣ ਦਾ। ਮੈਂ ਤੁਹਾਨੂੰ ਨਾਲ ਦੀ ਨਾਲ ਦੱਸੂਗਾ। ਸ਼ੂਗਰ ਦੇ ਵਿੱਚ ਇੰਪਿਊਰਿਟੀਜ਼ ਹੁੰਦੀ ਆ ਬਿਕੋਜ਼ ਇਹ ਰਿਫਾਈਨ ਹੁੰਦਾ ਆ। ਜਿਹੜਾ ਹੁੰਦਾ ਆ ਮਤਲਬ ਆਟਾ, ਜੇ ਆਪਾਂ ਪੀਸ ਕੇ ਕੱਢਣਾ ਆ ਆਟਾ, ਉਹ ਤਾਂ ਫਿਰ ਸੁੱਚਾ ਹੀ ਆ ਪਹਿਲਾਂ ਕਰਕੇ। ਜਿਹੜਾ ਪਹਿਲਾਂ ਆਟਾ ਸੀ ਉਹਦੇ ਆਪਦੇ ਮਤਲਬ ਕੀ ਕਹਿੰਦੇ ਹੁੰਦੇ ਆ ਉਹਨੂੰ, ਜਿਹੜਾ I forgot the word in English, but the atta is the pure atta, the flour, and then when you grind it you get this, ਠੀਕ ਆ। ਸੋ ਗ੍ਰਾਈਂਡ ਕਰਕੇ ਤਾਂ ਫਿਰ ਸੁੱਚਾ ਹੋ ਗਿਆ। ਤੇ ਜਿਹੜੀ ਸ਼ੂਗਰ ਹੁੰਦੀ ਆ ਉਹ ਤਾਂ ਬਣ ਕੇ, ਉਹ ਤਾਂ ਇੰਪਿਊਰਿਟੀ ਹੁੰਦੀ ਆ ਉਹਦੇ ਵਿੱਚ। ਘਿਓ ਵੀ ਸੁੱਚਾ ਮੰਨਿਆ ਗਿਆ ਜਦੋਂ ਇਹਨੂੰ ਉਬਾਲ ਲਓ ਘਿਓ ਨੂੰ, ਹਨਾ। ਸੋ ਇੱਕ ਵਾਰੀ ਪਹਿਲਾਂ ਉਬਾਲਿਆ ਹੁੰਦਾ ਆ ਘਿਓ, ਇਹ ਪਹਿਲਾਂ ਸੁੱਚਾ ਹੋ ਗਿਆ। ਆਟਾ ਤੋਂ ਤੁਸੀਂ ਪੀਸ ਕੇ ਕੱਢਿਆ, ਉਹ ਸੁੱਚਾ ਆ। ਤੇ ਜਿਹੜੀ ਸ਼ੂਗਰ ਆ, ਸ਼ੂਗਰ ਦੇ ਵਿੱਚ ਇੰਪਿਊਰਿਟੀ ਹੁੰਦੀ ਆ। ਪਰ ਪੋਤਾ ਜਿੱਥੇ ਵੀ ਕਿਸੇ ਨੇ ਬਣਾ ਕੇ ਉਹ ਮੈਂ ਤੁਹਾਨੂੰ ਦੱਸੂਗਾ ਵੀ ਮਹਾਰਾਜ ਨੇ ਕਿਉਂ ਇਹ ਤਰੀਕੇ ਵਰਤੇ, ਵੀ ਇਹ ਵੀ ਸੁੱਚਾ ਕਰਾ ਦਿੰਦੇ ਆ। ਹੁਣ ਤੁਸੀਂ ਦੇਖੋ, ਮੈਂ ਤੁਹਾਨੂੰ ਇਹ ਦਿਖਾਉਣੀ ਆ ਚੀਜ਼ ਵੀ ਇਹਦਾ ਅਮਾਊਂਟ ਦੇਖੋ। ਜੇ ਆਪਾਂ ਅੱਖਾਂ ਨਾਲ ਕਰੀਏ ਵਿਚ ਲੁਕਸ ਲੈਸ, ਸ਼ੂਗਰ ਲੈਸ ਲੱਗਦੀ ਹੈ ਨਾ। ਸੋ ਜੇ ਆਪਾਂ ਸੋਚੀਏ ਵੀ ਆਪਾਂ ਉਦਾਂ ਹੀ ਪਾ ਕੇ ਬਰਾਬਰ ਬਣ ਜਾਣੀ ਹੈ, ਨਹੀਂ, ਤੇ ਵੇਟ ਨਾਲ ਬਣਾਉਣੀ ਆ, ਇਹ ਲੈਸ ਲੱਗਦੀ ਹੈ ਤੇ ਜ਼ਿਆਦਾ ਲੱਗਦੀ ਹੈ। ਪਰ ਸ਼ੂਗਰ ਦਾ ਵੇਟ ਜ਼ਿਆਦਾ ਆ, ਆਟੇ ਦਾ ਘੱਟ ਆ। ਤਾਂ ਹੀ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਆਟਾ ਥੋੜਾ ਜਿਹਾ ਵੱਧ ਹੀ ਹੁੰਦਾ ਆ। ਪਰ ਜਦੋਂ ਤੁਸੀਂ ਬਣਾਉਣ ਲੱਗ ਜਾਓ, ਤੁਹਾਨੂੰ ਤਾਂ ਵੇਟ ਸਕੇਲ ਦੀ ਲੋੜ ਨਹੀਂ ਪੈਣੀ ਹੈ, ਤਾਂ ਤੁਹਾਨੂੰ ਦਿਖਾਉਣ ਵਾਸਤੇ ਆਪਾਂ ਕੀਤਾ ਆ। ਤੇ ਹੁਣ ਘਿਓ 250 ਗ੍ਰਾਮਸ, ਚਮਚਾ ਹੈਗਾ ਆ, ਚਮਚਾ ਸਾਨੂੰ ਚਮਚਾ ਵੀ ਦੇ ਦਿਓ। ਹੁਣ ਹੈ ਤਾਂ ਸਰਵਲੋ ਦੀ ਸਾਰੀ ਚੀਜ਼ ਹੋਣੀ ਚਾਹੀਦੀ। ਹੁਣ ਚਮਚਾ ਤਾਂ ਸਰਵਲੋ ਦਾ ਹੈ ਨਹੀਂ ਗਾ, ਆਪਾਂ ਬਣਾਉਣ ਲੱਗਣੀ ਆ ਕਰਕੇ ਸਰਵਲੋ ਤਾਂ ਥੋੜ੍ਹੋ ਆਈ ਆ, ਕਿਤੋਂ ਦੁਕਾਨਾਂ 'ਚੋਂ ਹੀ ਆਈ ਆ ਜਾਂ ਹੋਰ। ਪਰ ਜਦੋਂ ਆਪਾਂ ਇੱਥੇ ਕਰਤੀ ਸਰਵਲੋ ਹੀ ਚੱਲੂਗਾ। ਲਿਆਓ ਇੱਕ ਹੋਰ ਬਾਟਾ ਕਰ ਦਿਓ, ਇੱਕ ਹੋਰ ਬਾਟਾ, ਆ ਛੋਟਾ ਬਾਟਾ ਹੋਰ। ਜ਼ੀਰੋ ਕਰ ਦਿਓ। little bit. Halfway there. Huh? ਸਭ ਤੋਂ ਬੈਸਟ ਆ ਹਨਾ ਜੇ ਪਹਿਲਾਂ ਹੀ ਪਤਲੀ ਕੀਤੀ ਹੋਵੇ। ਕਿਉਂ? ਇਹਦੇ ਵਿੱਚ ਪਾਣੀ ਵੀ ਹੁੰਦਾ ਆ। ਜਦੋਂ ਆਪਾਂ ਗਰਮ ਕਰਨੇ ਉਹਨੂੰ ਇਵੈਪੋਰੇਟ ਹੋ ਜਾਣਾ ਹਨਾ, ਤੁਹਾਨੂੰ ਪਤਾ ਹੀ ਆ ਸਾਇੰਸ ਕਰਕੇ ਇਵੈਪੋਰੇਟ ਹੋਊਗੀ, ਇਹਦਾ ਭਾਰ ਘਟ ਜਾਣਾ ਆ। ਆਪਣੇ ਕੋਲ ਦੂਆ ਵੀ ਹੈਗਾ ਸੀਗਾ ਆਲਰੇਡੀ ਹਾਂ, ਉਹ ਆਲਰੇਡੀ ਹੈ ਨਾ, ਉਹ ਮੈਂ ਸਿੰਘ ਨੇ ਮੈਨੂੰ ਕਿਹਾ ਸੀ ਤੇ ਮੈਂ ਕਿਹਾ ਚਲੋ ਠੀਕ ਆ। ਨੈਕਸਟ ਟਾਈਮ ਤੁਸੀਂ ਜੇ ਉਹ ਵਰਤਣਾ ਉਹ ਵਰਤ ਲਿਓ ਹਨਾ। ਤੇ ਹੁਣ ਮੈਂ ਇੱਕ ਵਾਰੀ ਫਿਰ ਹੱਥ ਧੋ ਲੈਣੇ ਆ ਕਰਕੇ ਇਹ ਆਪਾਂ ਕਈ ਵਾਰੀ ਜਾਂ ਧੋ ਕੇ ਰੱਖ ਲਓ ਜੇ ਦੁਕਾਨਾਂ ਤੋਂ ਲਿਆਂਦੀਆਂ ਨੇ ਹਨਾ। ਦੁਕਾਨ ਉੱਥੇ ਸਾਰੇ ਦੇ ਹੱਥ ਲੱਗਦੇ ਆ
ਧੋ ਕੇ ਆਪਦੇ ਘਰਾਂ 'ਚ ਰੱਖ ਲਓ, ਫਿਰ ਤੁਹਾਨੂੰ ਹੱਥ ਧੋਣ ਦੀ ਲੋੜ ਨਹੀਂ। ਚਲੋ ਇਹਨਾਂ ਨੇ ਧੋਤਾ ਸੀ, ਪਰ ਮੈਂ ਤਾਂ ਧੋਣਾ ਕਰਕੇ ਘਿਓ ਵੀ ਲੱਗਿਆ। ਸ਼ੂਗਰ ਦਾ ਪੈਕਟ ਤਾਂ ਧੋ ਨਹੀਂ ਸਕਦੇ ਆਪਾਂ, ਬਾਹਰੋਂ ਗਿੱਲਾ ਹੋ ਜੂ ਸਾਰਾ, ਪਰ ਆਪਣਾ ਹੱਥ ਲੱਗਿਆ ਆ, ਉਹਦੇ ਸਾਰਿਆਂ ਦੇ ਹੱਥ ਲੱਗਦੇ ਆ। ਜਿਹੜੇ ਤੰਬਾਕੂ ਪੀਂਦੇ ਉਹਨਾਂ ਦੇ ਵੀ ਹੱਥ ਲੱਗਦੇ ਆ। ਤਾਂ ਆਪਾਂ ਇਹ ਵਰਤ ਕੇ ਮੈਜਰ ਕਰਕੇ ਆਪਾਂ ਫਿਰ ਇੱਕ ਵਾਰੀ ਹੱਥ ਧੋ ਲੈਣੇ ਆ। ਉਹਨੇ ਵੀ ਹੱਥ ਧੋ ਲਏ, ਉਹਨੇ ਸ਼ੂਗਰ ਦਾ ਪੈਕਟ ਕੀਤਾ ਸੀ, ਮੈਂ ਕੀਤਾ ਨਹੀਂ। ਆਪਾਂ ਪਹਿਲਾਂ ਭੈਣ ਜੀ ਨੇ ਧੋ ਕੇ ਰੱਖਿਆ ਸੀ, ਸੋ ਇਹ ਪਹਿਲਾਂ ਹੀ ਸੁੱਚਾ ਸੀ ਸਾਰਾ ਸਿਸਟਮ। ਉਹ ਸ਼ੂਗਰ ਦਾ ਪੈਕਟ ਹੱਥ ਲਾ ਕੇ ਆਪਾਂ ਫਿਰ ਹੱਥ ਧੋ ਲੈਣੇ ਆ। ਹੁਣ ਥੋੜੀ ਜਿਹੀ ਰਹਿ ਗਈ ਹੈ ਹਨਾ, ਪਰ ਆਪਾਂ ਇਹ ਵੀ ਕੱਢਣੀ ਹੈ, ਨਹੀਂ ਤਾਂ ਇਹਦਾ ਵੇਟ ਦੇ ਵਿੱਚ ਇਹਦਾ ਫਰਕ ਪੈ ਜਾਣਾ ਹੈ। ਹੁਣ ਸੇਮ ਬਾਟਾ ਤਾਂ ਨਹੀਂ ਹੈਗਾ, ਪਰ ਇਹਦਾ ਵੀ ਫਰਕ ਹੋਊਗਾ ਸਾਈਜ਼ ਦੇ ਵਿੱਚ, ਠੀਕ ਆ। ਸੋ ਇਸ ਕਰਕੇ ਵੇ ਕਰਨੀ ਹੈ। ਜਦੋਂ ਤੁਹਾਨੂੰ ਅੰਦਾਜ਼ਾ ਪਤਾ ਲੱਗੇ, ਜੇ ਤੁਸੀਂ ਐਵਰੀ ਵੀਕ ਬਣਾਉਣੀ ਆ, ਤੁਹਾਨੂੰ ਪਤਾ ਲੱਗ ਜਾਓ ਮੈਂ ਅੱਧੀ ਕਿਲੋ ਐਵਰੀ ਵੀਕ ਬਣਾਉਣੀ ਆ, ਅੱਧੀ ਕਿਲੋ ਇੰਨੀ ਕੁ ਹੁੰਦੀ ਆ, ਮਤਲਬ ਆਟੇ ਦੀ ਅੱਧੀ ਕਿਲੋ ਖੰਡ ਦੀ ਇੰਨੀ ਕੁ ਹੁੰਦੀ ਹੈ, ਅਤੇ ਘਿਓ ਦੀ ਅੱਧੀ ਕਿਲੋ ਇੰਨੀ ਕੁ ਹੁੰਦੀ ਹੈ। ਫਿਰ ਤੁਹਾਨੂੰ ਅੰਦਾਜ਼ਾ ਆ ਜਾਊਗਾ, ਤੁਹਾਨੂੰ ਆਪ ਹੀ ਪਤਾ ਵੀ ਜੇ ਮੈਂ ਇਹ ਬਾਟੇ 'ਚ ਕੱਢਣੇ ਆ, ਇੰਨੀ ਕੁ ਚਾਹੀਦੀ, ਇੰਨੀ ਕੁ ਚਾਹੀਦੀ, ਅਤੇ ਇੰਨੀ ਕੁ ਚਾਹੀਦੀ ਹੈ। ਪਰ ਪਹਿਲੀ ਵਾਰੀ ਜਦੋਂ ਤੁਸੀਂ ਸ਼ੁਰੂਆਤ ਵੇ ਕਰਕੇ ਕਰੋ, ਫਿਰ ਉਹ ਇੰਗਰੀਡੀਅੰਟ ਸਹੀ ਹੁੰਦੇ ਆ। ਹੁਣ ਆਪਾਂ ਕਰਨੀ ਹੈ ਤਿਆਰ ਚਾਸ। ਹੁਣ ਚਾਸ ਸੈਪਰੇਟ ਬਣਾਉਣੀ ਆ। ਕਈ ਤੁਸੀਂ ਦੇਖੇ, ਸ਼ਾਇਦ ਦੇਖੇ ਹੋਣਗੇ, ਮੈਂ ਨਹੀਂ ਕਹਿੰਦਾ, ਇੱਥੇ ਮੈਂ ਹੋਰ ਆਪਣੇ ਦੇਖੇ ਆ ਵੀ ਇਹ ਸਾਰੇ ਇੰਗਰੀਡੀਅੰਟਸ ਇਕੱਠੀ ਕਰ ਦਿੰਦੇ ਆ, ਵਿੱਚ ਹੀ ਸ਼ੂਗਰ, ਵਿੱਚ ਹੀ ਸਭ ਕੁਝ ਇੱਕੋ ਹੀ ਮਿਕਸ ਕਰ ਦਿੰਦੇ ਆ। ਪਰ ਚਾਸ ਹੀ ਵੱਖਰੀ ਬਣਾਈ ਦੀ ਹੈ, ਸੈਪਰੇਟ ਪਹਿਲਾਂ ਚਾਸ ਬਣਾਈ ਦੀ ਹੈ। ਚਾਸ ਨੂੰ ਵੀ ਜਿੱਦਾਂ ਖਾਲਸੇ ਅੰਮ੍ਰਿਤ ਰੂਪ ਕਹਿੰਦੇ ਆ ਵੀ ਅੰਮ੍ਰਿਤ ਬਣ ਜਾਂਦਾ ਉਹਦਾ, ਉਹ ਫਿਰ ਉਹ ਮਿੱਠੀ ਹੋ ਕੇ ਉਹਦੇ ਵਿੱਚ ਦੇਗ 'ਚ ਆ ਜਾਂਦੀ ਹੈ। ਤੇ ਚਾਸ ਵੱਖਰੀ ਬਣਾਉਣ ਦਾ ਇੱਕ ਤਰੀਕਾ, ਜਿਹੜੇ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ, ਜਿਹੜੀ ਇੰਪਿਓਰਿਟੀਜ਼ ਆ ਸ਼ੂਗਰ ਦੇ ਵਿੱਚ ਉਹ ਨਿਕਲ ਜਾਣਗੀਆਂ। ਉਹ ਇਹਨੂੰ ਵੱਖਰਾ ਉਬਾਲਾ ਦੇ ਕੇ ਜਿਹੜੀ ਸ਼ੂਗਰ ਹੁੰਦੀ ਆ ਉਹ ਡਿਜ਼ੋਲਵ ਹੋ ਜੂਗੀ, ਉਹ ਪਾਣੀ ਦੇ ਵਿੱਚ ਰਚ ਜਾਣੀ ਆ। ਜਿਹੜੇ ਇੰਪਿਓਰਿਟੀਜ਼ ਹੋਣਗੇ ਉਹਨਾਂ ਨੇ ਡਿਜ਼ੋਲਵ ਨਹੀਂ ਹੋਣਾ, ਉਹਨਾਂ ਨੇ ਜਲ ਦੇ ਵਿੱਚ ਰਾਈਜ਼ ਹੋ ਕੇ ਟੌਪ ਤੇ ਆ ਜਾਣਾ। ਜਦੋਂ ਹੀਟ ਕਰੀਦੀ ਹੈ ਕੋਈ ਚੀਜ਼, ਇੰਪਿਓਰਿਟੀ ਉੱਪਰ ਆ ਜਾਂਦੀ ਹੈ। ਜਿਹੜੀ ਸ਼ੂਗਰ ਹੋਊਗੀ, ਜਿਹੜਾ ਦਾ ਤਾਤਾ, ਜਿਹੜੀ ਕੇਨ ਤੋਂ ਆਈ ਹੈ ਸ਼ੂਗਰ ਜਿਹਨੂੰ ਕਹਿੰਦੇ ਆ, ਉਹਨੇ ਹੋ ਜਾਣੀ ਡਿਜ਼ੋਲਵ, ਉਹ ਫਿਰ ਪਾਣੀ ਨੇ ਬਣ ਜਾਣਾ ਚਾਸ। ਜਿਹੜੇ ਇੰਪਿਓਰਿਟੀਜ਼ ਹੋਣਗੇ ਉਹਨੇ ਰਾਈਜ਼ ਹੋ ਕੇ ਟੌਪ ਤੇ ਆ ਜਾਣਾ ਆ। ਫਿਰ ਇਹ ਜਿਹੜੀ ਚਾਸ ਹੋਊਗੀ, ਆਪਾਂ ਆਹ ਮਲ ਤਾਂ ਲਿਆਂਦਾ, ਮਲ ਇੱਕ ਬਾਟੇ ਚੋਂ ਕੱਢ ਕੇ ਦੂਜੇ 'ਚ ਪਾ ਦੇਣੀ ਹੈ। ਇੰਪਿਓਰਿਟੀਜ਼ ਮਲ 'ਚ ਰਹਿ ਜੂਗੀ, ਚਾਸ ਸੁੱਚੀ ਆ ਜੂਗੀ ਬਾਹਰ। ਇਹ ਤਾਂ ਪਹਿਲਾਂ ਹੀ ਸੁੱਚਾ ਆ ਕਰਕੇ ਤੁਸੀਂ ਪੀਸ ਕੇ, ਜਾਂ ਪੁਰਾਤਨ ਸਮੇਂ ਜਿੱਦਾਂ ਮੈਂ ਤੁਹਾਨੂੰ ਓਰੀਜਨਲ ਸਿਸਟਮ ਦੱਸਦਾ, ਪੀਸ ਕੇ ਆਟਾ ਸੁੱਚਾ ਕੱਢਿਆ। ਘਿਓ ਵੀ ਸੁੱਚਾ ਆ, ਦੇਸੀ ਘਿਓ ਆਇਆ ਤਾਂ ਦੁੱਧ 'ਚੋਂ ਆ, ਦੁੱਧ ਵੀ ਹੋਰ ਕਿਤੋਂ ਆਉਂਦਾ ਆ, ਪਰ ਤੁਸੀਂ ਉਬਾਲ ਕੇ ਇਹਨੂੰ ਸੁੱਚਾ ਕਰਤਾ। ਇਹਨੂੰ ਉਬਾਲ ਕੇ ਕੱਢ ਕੇ ਇੰਪਿਓਰਿਟੀ ਇਹਨੂੰ ਸੁੱਚਾ ਕਰਤਾ। ਸ਼ੂਗਰ ਨੂੰ ਆਪਾਂ ਸੁੱਚੀ ਨਹੀਂ ਕਰ ਸਕਦੇ ਇੱਦਾਂ, ਇਹਨੂੰ ਚਾਸ ਬਣਾ ਕੇ ਮਲ 'ਚੋਂ ਕੱਢ ਕੇ ਇਹਨੇ ਵੀ ਸੁੱਚੀ ਹੋ ਜਾਣਾ। ਇਹ ਤਿੰਨ ਚੀਜ਼ਾਂ ਫਿਰ ਪੂਰੀਆਂ ਸੁੱਚੀਆਂ ਹੋਣਗੀਆਂ। ਇਹਦਾ ਰੀਜ਼ਨ ਇਹ ਆ। ਪਰ ਹੁਣ ਦੇ ਸਮੇਂ ਦੇ ਵਿੱਚ ਸਾਰੇ ਮਲ ਨਹੀਂ ਵਰਤਦੇ, ਮਤਲਬ ਕੱਢਣ ਵਾਸਤੇ। ਕਈ ਉਹ ਤੋਂ ਵੀ ਜ਼ਿਆਦਾ ਉਹਦੇ ਜੇ ਟਾਈਮ ਹੋਵੇ, ਚਲੋ ਅੱਜ ਕੱਲ੍ਹ ਜਿੱਦਾਂ ਕਹਿੰਦੇ ਆ ਵੀ ਇਹ ਇੰਪਿਓਰਿਟੀਜ਼ ਤਾਂ ਹੁੰਦੀ ਨਹੀਂ। ਮੈਂ ਤੁਹਾਨੂੰ ਦੱਸਦਾ ਵੀ ਜਿੱਥੇ ਵੀ ਜਿਹੜਾ ਸਿਸਟਮ, ਪੁਰਾਣਾ ਸਿਸਟਮ ਇਹ ਆ, ਪਰ ਉਹ ਕਹਿੰਦੇ ਆ ਵੀ ਇੰਪਿਓਰਿਟੀਜ਼ ਤਾਂ ਹੈ ਹੀ ਨਹੀਂ ਸ਼ੂਗਰ ਦੇ ਵਿੱਚ, ਆਲਰੇਡੀ ਇੰਪਿਓਰਿਟੀਜ਼ ਕੱਢੀ ਹੋਈ ਆ, ਉਹ ਸੁੱਚੀ ਆ। ਚਲੋ ਤੁਸੀਂ ਵਰਤ ਲਓ। ਮਲ ਨਾ ਹੀ ਹੋਵੇ, ਜੇ ਤੁਸੀਂ ਇਕੱਲੇ ਬੰਦੇ ਹੋ ਘਰੇ, ਤੁਸੀਂ ਕਿੱਦਾਂ ਕੱਢੋਗੇ ਮਲ 'ਚ ਸਿਵ ਕਿੱਦਾਂ ਕਰੋਗੇ? ਉਹ ਫਿਰ ਤੁਸੀਂ ਲੈਟਸ ਸੇ ਵੀ ਤੁਸੀਂ ਉਹ ਸ਼ਾਰਟਕਟ ਵਰਤ ਸਕਦੇ ਹੋ। ਨਹੀਂ ਹੁੰਦਾ ਨਾ ਕਰੋ, ਨਹੀਂ ਤਾਂ ਤੁਸੀਂ ਇਕੱਲਾ ਬੰਦਾ ਮਲ ਕਿੱਥੋਂ ਫੜੂਗਾ ਤੇ ਚਾਸ ਕਿੱਦਾਂ ਕੱਢੂਗਾ? ਨਹੀਂ ਕਰ ਸਕਦਾ ਹਨਾ। ਤੇ ਜੇ ਇਕੱਲਾ ਹੋਵੇ ਫਿਰ ਉੱਦਾਂ ਵਰਤ ਲਓ। ਪਰ ਜਿਹੜੀ ਇਕੱਠੀ ਬਣਾਉਣ ਨੂੰ ਦੇਗਾ, ਉਹ ਮੈਂ ਸਮਝਦਾ ਗਲਤ ਆ। ਕਰਕੇ ਮਹਾਰਾਜ ਨੇ ਇੱਦਾਂ ਨਹੀਂ ਕਿਹਾ ਵੀ ਦੇਗ ਮਤਲਬ ਇਕੱਠੀਆਂ ਪਾ ਕੇ ਸਾਰੇ ਇੰਗਰੀਡੀਅੰਟਸ ਦਾ ਮਤਲਬ ਇਕੱਠੇ ਪਾ ਕੇ ਇਕੱਠੇ ਹੀ ਬਣਾ ਲਓ ਹਨਾ। ਕਈ ਬਣਾਉਂਦੇ ਵੀ ਪਹਿਲਾਂ ਦੇਗ ਬਣਾਉਂਦੇ ਆ, ਫਿਰ ਸ਼ੂਗਰ ਦਾ ਪੈਕਟ ਫੜਿਆ ਹੁੰਦਾ, ਨਾਲ ਸ਼ੂਗਰ ਪਾਈ ਜਾਂਦੇ ਆ ਵਿੱਚ। ਤੁਸੀਂ ਦੇਖਿਆ ਵੀ ਹੋਊਗਾ ਕਈਆਂ ਨੇ। ਚਲੋ ਤੇ ਉਹ ਨਹੀਂ ਕਰੀਦਾ, ਕਰਕੇ ਸ਼ੂਗਰ ਤਾਂ ਡਿਜ਼ੋਲਵ ਪਹਿਲਾਂ ਨਹੀਂ ਹੋਈ, ਉੱਥੇ ਬਾਅਦ 'ਚ ਡਿਜ਼ੋਲਵ ਹੋਊਗੀ ਤੇ ਇੰਪਿਓਰਿਟੀਜ਼ ਨਾਲ ਹੀ ਆਉਣਗੇ। ਉਹ ਚਾਸ ਬਣਾ ਕੇ ਚਾਸ ਬਾਅਦ 'ਚ ਪਾਉਣੀ ਹੈ। ਸੋ ਹੁਣ ਆਪਾਂ ਚਾਸ ਬਣਾਵਾਂਗੇ। ਜੇ ਤੁਸੀਂ ਇਕੱਠੀ ਬਣਾਉਣੀ ਹੈ, ਤੁਸੀਂ ਇਕੱਠੀ ਵੀ ਬਣਾ ਸਕਦੇ ਹੋ, ਜੇ ਤੁਹਾਡੇ ਕੋਲ 2-3 ਹੈਗੇ ਆ। ਪਰ ਅੱਜ ਆਪਾਂ ਵੱਖਰੀ ਬਣਾਉਣੀ। ਪਹਿਲਾਂ ਚਾਸ ਬਣਾਵਾਂਗੇ, ਦਿਖਾਵਾਂਗੇ ਵੀ ਬਣ ਗਈ ਆ। ਸੈਪਰੇਟ ਕੱਢ ਕੇ ਮਲ ਦੇ ਵਿੱਚੋਂ ਉਹ ਸਾਈਡ 'ਤੇ ਰੱਖ ਦੇਣੀ ਆ। ਫਿਰ ਆਪਾਂ ਦੇਗ ਦੂਜੀ 'ਚ ਬਣਾਵਾਂਗੇ। ਠੀਕ ਆ। ਹੁਣ ਆਪਾਂ ਕੜਾਹੀ ਦੇ ਵਿੱਚ ਚਾਸ ਬਣਾਉਣੀ ਆ। ਤੇ ਕੜਾਹੀ ਆਪਾਂ ਇੱਥੇ ਪਾਉਣੀ ਨਹੀਂ ਹੈ ਨਾ, ਇੱਥੇ ਹੀ ਇੱਥੇ ਚਾਸ ਬਣਾ ਲਈਏ, ਇੱਥੇ ਬਣਾ ਲਈਏ ਹੈ ਨਾ।
ਆਨ ਕਰੋ ਤੁਸੀਂ ਤੁਹਾਨੂੰ ਆ ਦਿੰਦਾ ਆ ਮੂਰੇ ਹਨਾ ਇਹ ਨਹੀਂ ਤਾਂ ਦੇਖ ਵੀ ਇੱਥੇ ਹੀ ਬਣਾ ਲਾਂਗੇ ਹਨਾ ਤਾਂ ਥੋੜੀ ਜਿਹੀ ਹੋਰ ਇੱਧਰ ਨੂੰ ਆ ਜਿਓ ਅੰਦਰ ਤੇ ਆਹ ਤੁਸੀਂ ਸੋ ਹੁਣ ਚਾਸ ਬਣਾਉਣ ਨੂੰ ਆਪਾਂ ਸ਼ੂਗਰ ਪਾਉਣੀ ਆ ਉਹ ਬਰਾਬਰ ਕਰਦੇ ਹੈ ਨਾ 250 ਗ੍ਰਾਮ ਈਚ ਸ਼ੂਗਰ ਆਪਾਂ ਪਾ ਦੇਣੀ ਆ ਤੇ ਆਨ ਕਰਨਗੇ 1 ਮਿੰਟ ਚ ਹੁਣ ਇਹਦੇ ਵਿੱਚ ਸਾਨੂੰ ਹੋਰ ਵੀ ਚੀਜ਼ ਦੀ ਲੋੜ ਆ ਚਾਸ ਕਿੱਦਾਂ ਬਣਾਉਣੀ ਆ ਹੋਰ ਵੀ ਕੀ ਚਾਹੀਦਾ ਆ ਪਾਣੀ ਪਾਉਣਾ ਆ ਪਾਣੀ ਕਿੰਨਾ ਕੁ ਚਾਹੀਦਾ ਫਿਰ 4 ਗੁਣਾ ਸੋ 4 ਗੁਣਾ ਕਿੰਨਾ ਹੁੰਦਾ 4 times of 250 grams ਕਿੰਨੇ ਬਣਨਗੇ 1 ਕਿਲੋ ਸੋ 1 ਕਿਲੋ ਆਪਾਂ ਜਿੱਦਾਂ ਉਹ ਵੇ ਕੀਤਾ ਆ ਹਨਾ ਇਹ ਵੀ ਆਪਾਂ ਵੇ ਕਰਕੇ ਤੁਹਾਨੂੰ ਦਿਖਾਉਣਾ ਆ ਸੋ ਦੇਖੋ ਇਹ ਆਪਾਂ ਰੱਖਿਆ ਹੋਇਆ ਸਾਨੂੰ ਇਹ ਪਤਾ ਵੀ 1 ਕਿਲੋ ਦਾ ਆ ਇਹਦੇ ਵਿੱਚ ਕਿਲੋ ਪਾਣੀ ਤਕਰੀਬਨ ਪੈਂਦਾ ਆ ਇਹਦੇ ਵਿੱਚ ਇਹ ਸਾਨੂੰ ਹੈਲਪ ਕਰਦਾ ਜਦੋਂ ਆਪਾਂ ਚਾਸ ਵੀ ਬਾਅਦ ਚ ਪਾਉਣੀ ਹੁੰਦੀ ਹੈ ਤੁਸੀਂ ਦੇਖੋਗੇ ਸੋ ਆਪਾਂ ਫਿਲ ਦਿਸ ਇੱਥੇ ਤੁਸੀਂ ਦੇਖਿਓ ਵੀ ਇਹ ਕਿਤੇ ਤੋਂ ਹੋ ਗਿਆ ਆ ਵੀ ਸਾਫ ਕਰ ਆ ਕਿਉਂ ਨਿਕਲਾ ਕਿਉਂ ਕੱਢ ਦੇ ਆਹੀ ਕੱਲ ਰਾਤ ਆਪਾਂ ਕਰ ਦਾਂਗੇ ਬਾਅਦ बस जरा सिंह खेती बस पानी तो काट रखियो जीरो एक किलो चाहिए थोड़े जे घट थोड़े जे और पाओ बस देखो मैं ਤੁਹਾਨੂੰ ਦੱਸਿਆ ਸੀ ਪੂਰਾ 1 ਕਿਲੋ ਤੁਸੀਂ ਸੀ ਦੈਟਸ ਫੁੱਲ ਟੂ ਦ ਟਾਪ ਇਹ ਆਪਾਂ ਤਾਂ ਰੱਖਿਆ ਵੀ ਸਾਨੂੰ ਪਤਾ ਵੀ ਇਹ 1 ਕਿਲੋ ਦਾ ਇਹ ਵੀ ਸਰਵਲੋ ਦਾ ਬਣਾਇਆ ਆਪਾਂ ਤੇ 1 ਕਿਲੋ ਜਲ ਪੈ ਗਿਆ ਇਹਦੇ ਵਿੱਚ ਚਾਸ ਰੱਖ ਦੋ ਇਹ ਚਾਸ ਦੇਖੀ ਜਾਣੀ ਹੈ ਸੋ 1 ਕਿਲੋ ਹੁਣ ਸਾਨੂੰ ਪਤਾ ਵੀ 1 ਕਿਲੋ ਦਾ ਆ ਆਪਾਂ ਆਪਣਾ ਇਹ ਚੀਜ਼ ਰੱਖੀ ਅੰਦਾਜ਼ਾ ਉਹਨਾਂ ਦਾ ਆਪਾਂ ਇਹਦੇ ਵਿੱਚ ਦੇਖ ਲੈਣਾ ਵੀ ਕਿੰਨਾ ਕੁ ਇਹ ਹੁੰਦਾ ਆ ਉਹਨਾਂ ਕੋ ਪਾ ਲਈ ਸਾਨੂੰ ਇਹਦੇ ਨਾਲ ਅੰਦਾਜ਼ਾ ਆਇਆ ਵੀ 1 ਕਿਲੋ ਦੀ ਦੇਖ ਕਿੰਨੀ ਬਣਾਉਣੀ ਹੈ ਤੇ ਉਹ ਚਾਸ ਸ਼ੁਰੂ ਹੋ ਗਈ ਹੈ ਤੇ ਹੀਟ ਕਰ ਦੇ ਉੱਪਰ ਫੁੱਲ ਹੀਟ ਤੇ ਕਰ ਦੋ ਪਮਾ ਉਹ ਛੇਤੀ ਬਣ ਜੂਗੀ ਛੇਤੀ ਡਿਸੋਲਵ ਹੋ ਜੂਗੀ ਪੱਕਾ ਦਵਾਈ ਜਦੋਂ ਚਾਸ ਪਾਉਣੀ ਪੱਖਾ ਜ਼ਰੂਰੀ ਹੈ ਰਹਿਣ ਦੀ ਫਿਰ ਇਹਨੂੰ ਤੁਹਾਡੀ ਮਰਜ਼ੀ ਆ ਤੁਹਾਨੂੰ ਪਤਾ ਵੀ ਸਿਸਟਮ ਦਾ ਕਿੱਦਾਂ ਉਦੋਂ ਇੱਕ ਜਦੋਂ ਚਾਸ ਪਾਉਣੀ ਉਦੋਂ ਧੂਆਂ ਹੋਣਾ ਉਦੋਂ ਲਾ ਦਿਓ ਠੀਕ ਆ ਡੋਰ ਆ ਸ਼ੀਸ਼ੇ ਖੋਲ ਲਓ ਉਹ ਵੀ ਡੋਰ ਖੋਲ ਲਓ ਆਪਾਂ ਕੜਾਹੀ ਵੱਡੀ ਲਿਆਉਣੀ ਆ ਤੁਹਾਡੇ ਵਾਸਤੇ ਸੌਖਾ ਹੋਊਗਾ ਦੇਖਣ ਵਾਸਤੇ ਆਪਾਂ ਇਹ ਉਹਦੇ ਵਿੱਚ ਵੀ ਬਣ ਜੂਗੀ ਪਰ ਆਪਾਂ ਵੱਡੀ ਜੀ ਬਣਾ ਲੈਣੀ ਆ ਤੁਹਾਨੂੰ ਤੁਸੀਂ ਦੇਖ ਲਓਗੇ ਨਾਲੇ ਮਿਕਸ ਕਰਨ ਨੂੰ ਸੌਖਾ ਆ ਜਿਹਨੇ ਨਾਲ ਹੱਥ ਲਾਉਣਾ ਆ ਉਹ ਵੀ ਨਾਲ ਆ ਕੇ ਮਿਕਸ ਕਰੀ ਜਾਊਗਾ ਤੁਹਾਨੂੰ ਪਤਾ ਲੱਗ ਜੂਗਾ ਇਹ ਤਾਂ ਛੇਤੀ ਬਣ ਜਾਣੀ ਗੁਰੂ ਦੀ ਕਿਰਪਾ ਨਾਲ ਜਦੋਂ ਦੇਗ ਬਣਾਉਣੀ ਆ ਨਾ ਅੱਜ ਤਾਂ ਚਲੋ ਮੈਂ ਗੱਲਾਂ ਕਰਦਾ ਤੁਹਾਡੇ ਨਾਲ ਆਪਾਂ ਅੱਜ ਉਹ ਬਾਣੀ ਨਹੀਂ ਪੜ੍ਹਨੀ ਜਿਹੜੀ ਪੜ੍ਹੀ ਦੀ ਆ ਕਰਕੇ ਆਪਾਂ ਗੱਲਾਂ ਕਰਦੇ ਆ ਠੀਕ ਆ ਗੱਲਾਂ ਕਰਨ ਨਾਲ ਉਹ ਜਿਹੜੀ ਇਹਨੂੰ ਕਹਿੰਦੇ ਪੰਚਾਂ ਅੰਮ੍ਰਿਤ ਪੰਚ ਦਾ ਅਰਥ ਹੁੰਦਾ ਆ ਪਵਿੱਤਰ ਪਿਓਰ ਠੀਕ ਆ ਸ਼ੁੱਧ ਪੰਜ ਦਾ ਅਰਥ ਇਹ ਵੀ ਹੁੰਦਾ ਪੰਜ ਕਰਕੇ ਇਹਦੇ ਵਿੱਚ 5 ਇੰਗਰੀਡੀਐਂਟਸ ਪੈਂਦੇ ਆ 4 ਤਾਂ ਆਪਾਂ ਤੁਹਾਨੂੰ ਦਿਖਾਤੇ ਆ ਤੇ ਜਿਹੜਾ ਪੰਜਵਾਂ ਸਭ ਤੋਂ ਇੰਪੋਰਟੈਂਟ ਇੰਗਰੀਡੀਐਂਟਸ ਉਹ ਬਾਣੀ ਆ ਜੇ ਆਪਾਂ ਗੱਲਾਂ ਕਰਾਂਗੇ ਤੇ ਫਿਰ ਗੱਲਾਂ ਕਰਨ ਵਾਲੇ ਦੇ ਵਿੱਚ ਉਹ ਗੱਲਾਂ ਆਉਣੀਆਂ ਸਾਇੰਸ ਨੇ ਪ੍ਰੂਵ ਕੀਤਾ ਨਾ ਜਿਹੜਾ ਜਲ ਹੁੰਦਾ ਹੈ ਨਾ
ਜਿਹੜੀ ਉਹ ਗੱਲ ਕੀਤੀ ਹੋਈ ਜਲ ਦੇ ਵਿੱਚ, ਜਲ ਦੇ ਉੱਪਰ ਉਹਦੀ ਜਿਹੜੇ ਪਾਰਟੀਕਲਸ ਨੈਗੇਟਿਵ ਪੋਜ਼ਿਟਿਵ ਮੈਂ ਸਿੰਪਲ ਐਕਸਪਲੇਨ ਕਰਦਾ ਹੋ ਜਾਂਦੇ ਆ। ਤੇ ਜਦੋਂ ਬਾਣੀ ਤੁਸੀਂ ਭਰਦੇ ਹੋ ਜਲ ਦੇ ਵਿੱਚ ਛਕਦੇ ਹੋ ਉੱਥੋਂ ਦੇ ਵਿੱਚ ਛੇਤੀ ਬਾਣੀ ਪ੍ਰਵੇਸ਼ ਹੁੰਦੀ ਆ। ਮਹਾਰਾਜ ਨੇ ਫਿਰ ਇਹ ਤਰੀਕੇ ਜਲ ਦੇ ਅੰਮ੍ਰਿਤ ਛਕਾਉਣ ਦਾ ਤਾਂ ਆ ਸਰੋਵਰ ਪਵਿੱਤਰ ਕਿਉਂ ਨੇ ਕਰਕੇ ਉਹਦੇ ਵਿੱਚ ਜਦੋਂ ਬਾਣੀ ਪੈ ਜਾਂਦੀ ਛੇਤੀ ਪਵਿੱਤਰ ਹੋ ਜਾਂਦਾ ਆ। ਤੇ ਆਪਾਂ ਥੋੜੀ ਜਿਹੀ ਮਿਕਸ ਕਰ ਲਈਏ, ਨਹੀਂ ਤਾਂ ਜੇ ਜ਼ਿਆਦਾ ਤੁਸੀਂ ਡਿਜ਼ੋਲਵ ਕਰਦੇ ਹੋ ਨਾ, ਜ਼ਿਆਦਾ ਹੀਟ ਦੇਈ ਜਾਓ, ਜਿੱਦਾਂ ਕਹਿੰਦੇ ਇੰਗਲਿਸ਼ ਕਾਰਮਲਾਈਜ਼, ਇਹਨੇ ਕਾਰਮਲਾਈਜ਼ ਹੋ ਜਾਣਾ ਆ, ਫਿਰ ਇਹ ਜ਼ਿਆਦਾ ਹੋ ਜਾਣਾ ਕੰਮ, ਹਨਾ। ਤਾਂ ਆਪਾਂ ਬਸ ਡਿਜ਼ੋਲਵ ਹੀ ਕਰਨੀ ਹੁੰਦੀ ਆ। ਆਪਾਂ ਇਹ ਵਰਤ ਕੇ ਆਪਣਾ ਮਿਕਸਰ ਜਿੱਥੇ ਦੇਗ ਬਣਾਉਣੀ ਆ, ਹੁਣ ਜਪਜੀ ਸਾਹਿਬ ਦਾ ਆਪਾਂ ਕਰਨਾ ਜਦੋਂ ਆਟਾ ਭੁੰਨਣਾ ਆ, ਜਦੋਂ ਚਾਸ ਬਣਾਉਣੀ ਆ ਉੱਥੇ ਮੂਲ ਮੰਤਰ ਜਾਂ ਗੁਰਮੰਤਰ, ਗੱਲਾਂ ਨਹੀਂ ਕਰਨੀ। ਜਿੱਦਾਂ ਹੁਣ ਮੂਲ ਮੰਤਰ ਗੁਪਤ ਕਰੀ ਜਾਓ ਜਾਂ ਵਾਹਿਗੁਰੂ ਵਾਹਿਗੁਰੂ ਗੁਪਤ ਕਰੀ ਜਾਓ, ਬਸ ਜਿਹਨੇ ਬਣਾਉਣੀ ਆ ਉਹਨੇ ਕਰੀ ਜਾਣਾ ਆ, ਜਾਂ ਜਿਹੜਾ ਲਾਗੇ ਖੜਾ ਹੋਊਗਾ। ਤੇ ਇੱਕ ਹੋਰ ਵੀ ਚੀਜ਼ ਆ, ਜਿਹੜੀ ਨਿਗਾਹ ਆ ਆਪਣੀ ਵੱਧ ਤੋਂ ਵੱਧ ਨਿਗਾਹ ਉਹਦੇ ਵਿੱਚ ਪਾਓ, ਜਿਹਨੇ ਬਾਣੀ ਪੜ੍ਹੀ ਜਾਣੀ ਆ। ਜਿਹਨੇ ਗੱਲਾਂ ਕਰਨੀਆਂ ਨਿਗਾਹ ਪਾਈ ਜਾਣੀ ਆ, ਉਹ ਨਿਗਾਹ 'ਚ ਵੀ ਹੋਰ ਉਹ ਇਫੈਕਟ ਹੋਰ ਹੋਊਗਾ ਦੂਜਾ। ਬੰਦ ਕਰ ਦੋ, ਬੰਦ ਕਰ ਦੋ ਕਰਕੇ ਥੋੜੀ ਆ, ਹਨਾ। ਇਹਦੇ ਚਾਸ ਸ਼ੂਗਰ ਇਵਾਪਰੇਟ ਹੋ ਗਈ। ਹਾਂ, ਇਹ ਹੋ ਗਿਆ ਇਵਾਪਰੇਟ ਸਾਰਾ, ਠੀਕ ਆ। ਹੁਣ ਆਪਾਂ ਜਿਹੜੀ ਮੈਂ ਤੁਹਾਨੂੰ ਦੱਸੀ ਸੀ ਇੰਪਿਓਰਿਟੀਜ਼ ਕੱਢਣੀ ਆ, ਆਪਾਂ ਇਹ ਚਾਸ ਇਹ ਪਤੀਲੇ 'ਚ ਕੱਢ ਦੇਣੀ ਆ ਮਲ ਨਾਲ, ਠੀਕ ਆ। Two people to hold up. Quite hot. ਵਾਹਿਗੁਰੂ ਇੱਕ ਜਣਾ ਆਹ ਮਾਲ ਫੜ ਲਓ। ਹਰ ਸਿੰਘ ਲੀਵ ਉਹ ਥੱਲੇ ਰੱਖ ਕੇ ਹੱਥ ਫੜ ਲਓ, ਦੇ ਅਸੀਂ ਨਹੀਂ ਲਿਆ ਵਾਪਸ। Something to hold it उधर हो जाओ, come around. Maybe right low. Put the mouth on it. Move your hand down. Lift the mouth up now. ਇਹ ਚਾਸ ਆਪਣੀ ਸੁੱਚੀ ਕਰਤੀ ਹੈ, ਜਿਹੜੀ ਇੰਪਿਓਰਿਟੀਜ਼ ਆ ਉਹਦੇ ਵਿੱਚ ਰਹਿ ਗਏ ਆ, ਤੇ ਇਹ ਚਾਸ ਜਲ ਸੁੱਚਾ ਮਲ ਦੇ ਵਿੱਚ ਆ ਗਿਆ, ਠੀਕ ਆ। ਇਹ ਜਿੱਦਾਂ ਲਿਖਤੀ ਚਾਸ ਇਦਾਂ ਬਣਾਏ, ਇਦਾਂ ਚਾਸ ਬਣਾਈ ਦੀ ਆ। ਹੁਣ ਇੰਡੀਆ ਦੇ ਵਿੱਚ ਉੱਥੇ ਪਹਿਲਾਂ ਹੀ ਗਰਮੀ ਬਹੁਤ ਹੁੰਦੀ ਹੈ, ਹਨਾ, ਇਹ ਗਰਮੀ ਰਹਿੰਦੀ ਹੈ। ਕਈ ਵਾਰੀ ਇੱਥੇ ਜੇ ਜ਼ਿਆਦਾ ਦੇਗ ਬਣਾਉਣੀ ਹੋਵੇ, ਹਨਾ, ਤੇ ਟਾਈਮ ਬਹੁਤ ਲੱਗਦਾ, ਤੁਹਾਨੂੰ ਪਤਾ ਜਿਹੜੇ ਬਣਾਉਂਦੇ ਆ, ਹਨਾ, ਜਾਂ ਜਿਹੜੇ ਲੰਗਰਾਂ 'ਚ ਸੇਵਾ ਕੀਤੀ ਆ, ਇਹ ਠੰਡੀ ਵੀ ਛੇਤੀ ਹੋ ਜਾਂਦੀ ਆ। ਸੋ ਠੰਡੀ ਹੋਣ ਕਰਕੇ ਜੇ ਤੁਹਾਨੂੰ ਦੁਬਾਰਾ ਇਹਨੂੰ ਗੈਸ ਤੇ ਰੱਖਣਾ ਹੋਵੇ, ਤੁਸੀਂ ਇਹਨੂੰ ਦੁਬਾਰੇ ਗੈਸ ਤੇ ਰੱਖ ਸਕਦੇ ਹੋ, ਹੀਟ ਦੇ ਸਕਦੇ ਹੋ, ਕਰਕੇ ਉੱਥੋਂ ਆਪਾਂ ਇੰਪਿਓਰਿਟੀਜ਼ ਪਾਸੇ ਕਰਤੇ ਆ। ਇੰਪਿਓਰਿਟੀ ਚਾਸ ਮਤਲਬ ਮਲ ਦੇ ਵਿੱਚ ਉਦੋਂ ਕੱਢਣੀ ਆ ਜਦੋਂ ਸਾਰੀ ਸ਼ੂਗਰ ਡਿਜ਼ੋਲਵ ਹੋ ਗਈ। ਇਹ ਨਹੀਂ ਵੀ ਪਹਿਲਾਂ ਹੀ ਆਪਾਂ ਪਹਿਲਾਂ ਨਾ ਸੁੱਚਾ ਕਰ ਲਈ, ਜੇ ਬੰਦਾ ਸੋਚੇ ਵੀ ਪਹਿਲਾਂ ਹੀ ਸੁੱਚੀ ਉਹਦੇ ਵਿੱਚ ਕਰਕੇ ਕਰਨਾਗੇ, ਨਹੀਂ। ਜਦੋਂ ਸ਼ੂਗਰ ਡਿਜ਼ੋਲਵ ਹੋ ਗਈ ਫਿਰ ਦੂਜੇ ਪਤੀਲੇ 'ਚ ਕਰਨੀ ਆ, ਉਸ ਤੋਂ ਬਾਅਦ ਤੁਸੀਂ ਫੇਰ ਹੀਟ ਦੇ ਸਕਦੇ ਹੋ ਜੇ ਦੇਣੀ ਆ। ਜੇ ਦੇਣੀ ਆ ਹਜੇ ਫੇਰ ਦੇ ਸਕਦੇ ਤੁਸੀਂ ਹੀਟ। ਇਹ ਹੁਣ ਆਪਾਂ ਇਦਾਂ ਰਹਿਣ ਦੇਣੀ ਆ, ਜਦੋਂ ਦੇਗ ਬਣੂਗੀ ਜੇ ਠੰਡੀ ਹੋ ਜੂਗੀ ਆਪਾਂ ਥੋੜੀ ਜਿਹੀ ਫੇਰ ਹੀਟ ਲਾ ਦਾਂਗੇ। ਆਪਾਂ ਲਾਈਕ ਕਰਦੇ ਵੀ ਹੌਟ ਹੋਵੇ, ਜਦੋਂ ਹੌਟ ਹੋ ਕੇ ਦੇਗ ਦੇ ਵਿੱਚ
ਮਿਲਦੀ ਆ ਉਹ ਛੇਤੀ ਇਕੱਠੀ ਹੁੰਦੀ ਆ। ਉਹ ਆਪਣਾ ਜਿੱਦਾਂ ਬਣਾਉਣ ਦਾ ਅੰਦਾਜ਼ਾ ਆ ਉੱਦਾਂ ਜੇ ਠੰਡੀ ਪਾਵੋ ਫਿਰ ਉਹ ਕਈ ਵਾਰੀ ਇੰਨੀ ਛੇਤੀ ਇਕੱਠੀ ਨਹੀਂ ਹੁੰਦੀ ਉੱਥੇ, ਉਹ ਮਤਲਬ ਪਤਲੀ ਰਹਿ ਜਾਂਦੀ ਹੈ ਦੇਗ। ਇਸ ਕਰਕੇ ਆਪਾਂ ਇਹਨੂੰ ਗਰਮ ਰੱਖਦੇ ਹੁੰਦੇ ਆ, ਪਰ ਆਪਾਂ ਵੱਖਰਾ ਕਰਤਾ। ਇੰਡੀਆ ਦੇ ਵਿੱਚ ਬਣਾਉਂਦੇ ਆ ਵੀ ਜਦੋਂ ਪੱਠੀ ਦੇ ਵਿੱਚੋਂ ਉਹ ਬਣਾਉਂਦੇ ਆ ਅਸਲ ਵਿੱਚ ਚਾਸ ਕੜਾਹੀ ਦੇ ਵਿੱਚ ਫਿਰ ਉਹ ਡੱਬਾ ਜਿਹਾ ਇੰਨਾ ਹੁੰਦਾ ਉਹਨਾਂ ਨੇ ਉਹਦੇ ਵਿੱਚ ਪਾ ਲੈਂਦੀ ਹੁੰਦੀ ਆ, ਪਰ ਉਹ ਦੇਗ ਬਹੁਤ ਛੇਤੀ ਬਣ ਜਾਂਦੀ ਹੈ। ਭਾਵੇਂ ਤੁਸੀਂ 4 ਕਿਲੋ 5 ਕਿਲੋ ਵੀ ਬਣਾਉਣੀ ਹੋਵੇ ਬਹੁਤ ਛੇਤੀ ਬਣ ਜਾਓ, ਗਰਮੀ ਰਹਿੰਦੀ ਹੈ ਕਰਕੇ ਉਹ ਡੱਬਾ ਹੀ ਉਸ ਤਰੀਕੇ ਦਾ ਹੁੰਦਾ ਵੀ ਇੰਨੀ ਗਰਮੀ ਨਹੀਂ ਨਿਕਲਦੀ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਤੇ ਫਿਰ ਉਹ ਫਿਰ ਤਾਂ ਪਾ ਦਿੰਦੀ ਆ ਬਾਅਦ ਚ। ਇਹ ਜਿਹੜਾ ਮੈਂ ਫੇਰਿਆ ਸੀ ਮੈਂ ਫਿਰ ਜਾ ਕੇ ਧੋਤਾ। ਕਿਉਂ ਧੋਤਾ? ਕਾਰਨ ਇਹਦੇ ਉੱਪਰ ਚਾਸ ਲੱਗੀ ਆ, ਇਹਦੇ ਵਿੱਚ ਆਪਾਂ ਇਹਨੂੰ ਹੁਣ ਆਪਾਂ ਘਿਓ ਦੇ ਵਿੱਚ ਰਲਾਉਣਾ, ਉਹੀ ਚਾਸ ਪਹਿਲਾਂ ਰਲ ਜਾਣੀ ਇਹਦੇ ਵਿੱਚ। ਸੋ ਇਸ ਕਰਕੇ ਇਹਨੂੰ ਧੋ ਕੇ ਜਿਹੜੀ ਇਹਦੀ ਚਾਸ ਲੱਗੀ ਹੋਵੇ ਉਹ ਲੱਥ ਜਾਂਦੀ ਆ। ਮੁੜ ਕੇ ਹੁਣ ਇਹ ਦੁਬਾਰੇ ਇਹਨੂੰ ਯੂਟੈਂਸਿਲ ਨੇ ਪਿਓਰ ਹੋ ਕੇ ਇਹਨੂੰ ਵਰਤਣਾ ਆ। ਜੇ ਆਪਾਂ ਉਹੀ ਕੜਾਹੀ ਵਰਤਣੀ ਆ ਦੇਗ ਬਣਾਉਣ ਵਾਸਤੇ, ਉਹਨੂੰ ਵੀ ਇੱਕ ਵਾਰੀ ਪਾਣੀ ਤੋਂ ਕੱਢਣਾ ਵੀ ਜਿਹੜੀ ਚਾਸ ਲੱਗੀ ਹੋਈ ਆ ਸਾਈਡਾਂ ਤੇ ਉਹ ਉੱਤਰ ਜਾਵੇ, ਨਹੀਂ ਉਹ ਆਟਾ ਪੁੰਨੀ ਉਹਦੇ ਵਿੱਚ ਬਣਨਾ ਨਹੀਂ। ਉਹ ਪਹਿਲਾਂ ਚਾਸ ਲੱਗੀ ਹੋਣੀ ਆ ਤੇ ਪਹਿਲਾਂ ਉਹਦੇ ਵਿੱਚ ਇਕੱਠੀ ਹੋ ਜਾਣੀ ਆ। ਠੀਕ ਆ, ਉਹ ਧੋ ਕੇ ਇੱਕ ਜ਼ਰੂਰੀ ਨਹੀਂ ਵੀ ਫੈਰੀ ਲਾਉਣੀ ਸਾਰੇ ਪਾਸੇ, ਬਸ ਪਾਣੀ ਚੋਂ ਕੱਢ ਕੇ ਵਿੱਚ ਸਾਫ਼ ਲੀਰ ਫੇਰ ਕੇ ਤੌਲੀਆ ਫੇਰ ਕੇ ਵਿੱਚ ਤੇ ਫਿਰ ਉਹਦੇ ਵਿੱਚ ਦੇਗ ਬਣਾਉਣ ਲੱਗ ਜਾਣੀ ਆ। ਪਰ ਆਪਾਂ ਤਾਂ ਹੁਣ ਆਹ ਕੜਾਹੀ ਵੱਡੀ ਲੋੜ ਨਹੀਂ, ਉਹਦੇ ਵਿੱਚ ਹੀ ਬਣ ਜਾਣੀ ਅਸਲ ਵਿੱਚ, ਪਰ ਆਪਾਂ ਇਹਦੇ ਵਿੱਚ ਬਣਾ ਲਾਂਗੇ ਵੀ ਤੁਹਾਨੂੰ ਦਿਸੂਗਾ, ਤੁਹਾਨੂੰ ਪਤਾ ਲੱਗ ਜੂ। ਨਾਲੇ ਮਿਕਸ ਕਰਨ ਨੂੰ ਸੌਖਾ ਆ, ਤੁਸੀਂ ਵੀ ਜਦੋਂ ਆਓਗੇ ਬਣਾਓਗੇ ਤੁਹਾਡੇ ਵਾਸਤੇ ਵੀ ਸੌਖਾ ਹੋਵੇਗਾ। ਇਹਦੇ ਤੁਹਾਨੂੰ ਇਹ ਇੱਥੇ ਬਣਾ ਲਓ, ਇੱਥੇ ਇਹ ਵੀ ਦੇਖ ਲੈਣਗੇ ਨਾ। ਸੋ ਚਾਸ ਬਣਾਉਣ ਨੂੰ ਜਾਂ ਵਾਹਿਗੁਰੂ ਜਾਂ ਮੂਲ ਮੰਤਰ, ਹੋਰ ਕੋਈ ਗੱਲ ਨਹੀਂ ਕਰਨੀ। ਨਿਗਾਹ ਵੀ ਉਹਨੇ ਕਿ ਜਿਨ੍ਹਾਂ ਨੇ ਬਣਾਉਣੀ ਹੈ ਦੇਗ ਉਹੀ ਨਿਗਾਹ ਪਾਉਣ, ਤੇ ਉਹਦਾ ਮੈਂ ਬੇਨਤੀ ਕਰਦਾ ਕੋਈ ਵਿਤਕਰਾ ਨਹੀਂ। ਤੇ ਅਸਲ ਵਿੱਚ ਮਹਾਰਾਜ ਨੇ ਜਿਹੜਾ ਅੰਮ੍ਰਿਤਧਾਰੀ ਤਿਆਰ ਪਰ ਤਿਆਰ ਹੋਵੇ ਉਹਨੂੰ ਦੇਗ ਬਣਾਉਣੀ ਚਾਹੀਦੀ ਹੈ। ਜੇ ਅਰਦਾਸ ਕਿਸੇ ਕਾਰਜ ਵਾਸਤੇ ਹੋਵੇ ਤੇ ਨਿਗਾਹ ਵੀ ਉਹੀ ਪਾਉਣ ਦੇਗ ਦੇ ਵਿੱਚ। ਅੱਜ ਤਾਂ ਆਪਾਂ ਉੱਦਾਂ ਛਕਣ ਵਾਸਤੇ ਬਣਾਉਣੀ ਆਪਾਂ ਤਾਂ ਸਾਰੇ ਦੇਖਦੇ ਕੋਈ ਗੱਲ ਨਹੀਂ। ਇਹ ਵੀ ਨਾ ਹੋਵੇ ਹਨਾ ਵੀ ਜਦੋਂ ਦੇਗ ਬਣਾਉਣੀ ਆ ਅਸਲ ਵਿੱਚ ਵੀ ਸਾਰੇ ਮੋਢਿਆਂ ਤੇ ਚੜ੍ਹ ਕੇ ਦੇਖੀ ਜਾਣ। ਜਿਹੜੇ 2-4 ਸਿੰਘ ਨੇ ਉਹੀ ਦੇਖਣ, ਬਾਕੀ ਆਪਦਾ ਕੰਮ ਕਰੋ, ਸੇਵਾ ਕਰੋ। ਸਾਰੇ ਨਾਲ ਚੜ੍ਹ ਕੇ ਦੇਖੋ ਜਦੋਂ ਕੋਈ ਕਿਸੇ ਸੇਵਾਦਾਰ ਨੇ ਦੇਗ ਬਣਾਉਣੀ ਆ, ਕਰਕੇ ਜਿਹੜੀ ਵੀ ਚੀਜ਼ ਸਾਡੇ ਮਨਾਂ 'ਚ ਆਉਂਦੀ ਆ ਉਹਦੇ ਵਿੱਚ ਪ੍ਰਵੇਸ਼ ਹੁੰਦੀ ਆ। ਉਹ ਦੇਗ ਇੱਕ ਆਪਾਂ ਜਿੱਦਾਂ ਮੈਂ ਤੁਹਾਨੂੰ ਦੱਸਿਆ ਪ੍ਰਸਾਦ ਆ, ਇਹ ਆਨੰਦ ਦੇਣ ਵਾਲਾ ਪ੍ਰਸਾਦ ਆ। ਜਿਹੜੀ ਮਨਾਂ 'ਚ ਆਊਗੀ ਚੀਜ਼ ਆਪਾਂ ਪਿੱਛੋਂ ਹੋ ਕੇ ਦੇਖਦੇ ਆ, ਸਾਡੇ ਮਨ 'ਚ ਕੋਈ ਗੱਲ ਆ ਗਈ ਉਹ ਵੀ ਉੱਥੇ ਚੱਲ ਜਾਣੀ, ਸਾਰੀ ਗੱਲਾਂ ਚੱਲ ਜਾਣੀਆਂ ਵਿੱਚ। ਇਸ ਕਰਕੇ ਜਦੋਂ ਸੇਵਾਦਾਰ ਨੇ ਦੇਗ ਬਣਾਉਣੀ, ਜਿਹੜੇ 2 ਜਾਂ 3 ਹਨਾ ਸਿੰਘ ਜਾਂ ਸਿੰਘਣੀਆਂ ਨੇ ਬਣਾਉਣ ਵਾਲੀਆਂ ਉਹੀ ਉੱਥੇ ਖੜੇ ਹੋਣ, ਬਾਕੀ ਆਪਦੀ ਸੇਵਾ ਕਰੋ, ਵੱਖਰੇ ਹੋਵੋ, ਵਿੱਚ ਨਾ ਦਖਲਅੰਦਾਜ਼ੀ ਦਿਓ। ਹੁਣ ਤਾਂ ਚਲੋ ਆਪਾਂ ਸਾਰੇ ਦੇਖਦੇ ਹਾਂ ਲਰਨ ਕਰਨ ਵਾਸਤੇ, ਉਹ ਬਾਅਦ ਵਾਸਤੇ ਆ। ਸੋ ਹੁਣ ਆਪਾਂ ਜਿਹੜਾ ਘਿਓ ਆ ਹਨਾ, ਘਿਓ ਪਹਿਲਾਂ ਘਿਓ ਪਾ ਦੇਣਾ ਆ ਹੀਟ ਔਨ ਕਰ ਦਿਓ। ਹੁਣ ਇਹ ਥੋੜਾ ਜਿਹਾ ਵਿੱਚ ਰਹਿ ਗਏ ਆ, ਇੱਥੇ ਆਪਣਾ ਹੱਥ ਥੋੜਾ ਜਿਹਾ ਜਿੱਦਾਂ ਕਈ ਵਾਰੀ ਮੈਂ ਲਾਈ ਨਹੀਂ ਗਈ ਅੰਕਲ ਨੂੰ ਪਤਾ ਮੈਂ ਜਲਾਈ ਨਹੀਂ ਅੱਛਾ ਦੀ ਦੇਖੋ ਹੱਥ ਉੱਚੇ ਹੈ ਨਾ, ਹੱਥੋਂ ਲਿਆ ਕੇ ਕੋਈ ਨਾ ਲਾਓ ਠੀਕ ਹੈ। ਲਾਈਟ ਤੁਸੀਂ ਗੈਸ ਔਨ ਕਰੋ, ਇਹ ਆਹ ਥੋੜੀ ਹੈ। ਲੱਗੀ, ਥੈਂਕ ਯੂ। ਕੱਟ ਕਰ ਲਓ ਜੀ, ਕੱਟ ਕਰ ਦਿਓ। ਹਾਂ ਬਸ ਇੰਨੀ ਕੁ ਰਹਿਣ ਦਿਓ, ਆਪਾਂ ਫਿਰ ਹੁਣੀ 2 ਮਿੰਟਾਂ 'ਚ ਸ਼ੁਰੂ ਕਰ ਦੇਣਾ ਕੰਮ ਗੁਰੂ ਦੀ ਕਿਰਪਾ ਨਾਲ। ਤੇ ਪਹਿਲੀ ਚੀਜ਼ ਜਿਹੜੀ ਕੋਈ ਇੰਗਰੀਡੀਅੰਟਸ ਹੋਵੇ ਹਨਾ ਵਿੱਚ ਨਹੀਂ ਛੱਡਣੀ, ਠੀਕ ਆ। ਇਹ ਸਾਰੀ ਦੇ ਵਿੱਚ ਪਾਉਣੀ ਕਰਕੇ ਆਪਾਂ ਮਿਣ ਕੇ ਇੱਥੇ ਰੱਖ ਦਿਓ। ਆਪਾਂ ਮਿਣ ਕੇ ਪਾਈਆ ਦੇ ਵਿੱਚ
ਸੋ ਆਪਦੇ ਹੱਥਾਂ ਨਾਲ ਸਾਰਾ ਕੁਝ ਕੱਢ ਲੈਣਾ। ਹੁਣ ਜੇ ਹੀਟ ਇਹਦੀ ਪਹਿਲਾਂ ਜ਼ਿਆਦਾ ਕਰ ਲਓ ਹਨਾ, ਤੇ ਪਹਿਲਾਂ ਇਹਨੇ ਡਾਰਕ ਹੋਣ ਲੱਗ ਜਾਣਾ, ਇਹਨੇ ਘਿਓ ਨੇ ਸੜਨ ਲੱਗ ਜਾਣਾ ਹੈ। ਇਸ ਕਰਕੇ ਹੀਟ ਪਹਿਲਾਂ ਥੋੜੀ ਰੱਖੋ। ਹੀਟ ਪਹਿਲਾਂ ਥੋੜੀ ਰੱਖੋ। ਜੇ ਘਿਓ ਜਿੱਦਾਂ ਇਹਦਾ ਹਾਰਡ ਹੋਇਆ ਹੋਇਆ ਥੋੜਾ ਜਿਹਾ ਤੋੜ ਲਓ, ਵੀ ਮਤਲਬ ਇਹ ਪਤਲਾ ਹੋ ਜਾਵੇ। ਤੇ ਜਿਹੜੀ ਭੱਠੀ ਤੇ ਦੇਗ ਬਣਾਉਣ ਵਾਲੀ ਉਹ ਹਾਰਡ ਤਾਂ ਹੁੰਦੀ ਹੈ, ਜਿਹੜੀ ਹੀਟ ਹੁੰਦੀ ਆ ਉਹ ਸਾਰੇ ਪਾਸੇ ਲੱਗੀ ਹੁੰਦੀ ਆ, ਕਰਕੇ ਉਹ ਭੱਠੀ ਦੇ ਵਿੱਚ ਸਾਰੇ ਕੜਾਹੀ ਨੂੰ ਇੱਧਰ ਵੀ ਹੀਟ ਸਾਰੇ ਪਾਸੇ ਹੁੰਦੀ ਆ। ਜਦੋਂ ਹਿਲਾਉਣੀ ਆ ਸਾਰੇ ਪਾਸੇ ਦੇਗ ਲਾਉਣੀ ਪੈਂਦੀ ਆ। ਜਿਹੜੇ ਇਹ ਗੈਸ ਨੇ ਇਕੱਲੇ ਥੱਲੇ ਸੈਂਟਰ 'ਚ ਹੁੰਦੀ ਹੈ ਹੀਟ, ਤੁਹਾਨੂੰ ਇਕੱਲੇ ਸੈਂਟਰ ਦੇ ਵਿੱਚ ਹਿਲਾਉਣਾ ਪੈਂਦਾ ਆ। ਸੋ ਮੂਲ ਮੰਤਰ ਜਾਂ ਵਾਹਿਗੁਰੂ ਮੰਤਰ, ਇੱਥੇ ਤੱਕ ਮੂਲ ਮੰਤਰ ਜਾਂ ਵਾਹਿਗੁਰੂ ਮੰਤਰ। ਜਦੋਂ ਇਹ ਆਟਾ ਇੱਕ ਕਿਣਕਾ ਪੈ ਗਿਆ ਇਹਦੇ ਵਿੱਚ, ਉਦੋਂ ਨਾਲ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰ ਦੇਣਾ ਹੈ। ਠੀਕ ਆ, ਤੁਸੀਂ ਹੁਣ ਜਾਣਾ ਇੱਕ ਜਣਾ ਆਓ ਤੇ ਮਿਕਸ ਕਰੋ, ਮੈਂ ਫਿਰ ਇੱਥੇ ਦੱਸਣਾ ਹੈ। ਸੋ ਜਦੋਂ ਪੱਖਾ ਚਲਾ ਲਈ ਹਾਂ। मैं मूड कहाँ करता है जिसमें हॉप है ना, क्यों पहला ही ज़्यादा मतलब सड़ जाना है तो अपनी देख शुरू ही नहीं हुई होने का काम किया सी। ਹੁਣ ਆਪਾਂ ਤਿਆਰੀ ਕਰ ਲਈ ਆ, ਹੁਣ ਆਪਾਂ ਵਾਪਸ ਰੱਖ ਲੈਣੀ ਆ। ਜਦੋਂ ਆਟਾ ਪਾਉਣਾ, ਹੁਣ ਇਹਨਾਂ ਨੇ ਜਪਜੀ ਸਾਹਿਬ ਆਪਦੇ ਪਾਠ ਆਪਦਾ ਇਹ ਆਪਦਾ ਕਰੀ ਜਾਂਦੇ ਆ, ਪਰ ਆਪਾਂ ਜਪਜੀ ਸਾਹਿਬ ਨੂੰ ਉਸ ਤਰੀਕੇ ਨਾਲ ਨਹੀਂ ਬਣਾਉਣਾ ਜਦੋਂ ਆਪਾਂ ਸਾਰੀ ਦੇਖਦੇ ਗੱਲਾਂ ਕਰਦੇ ਆ। ਆਪਾਂ ਛਕਣ ਵਾਸਤੇ ਉੱਦਾਂ ਛਕਣ ਵਾਸਤੇ ਦੇਗ ਬਣਾਉਣੀ ਆ, ਉੱਦਾਂ ਪ੍ਰਸ਼ਾਦ ਭੋਗ ਲਵਾਉਣ ਵਾਸਤੇ ਨਹੀਂ ਬਣਾਉਣੀ। ਪਰ ਜਦੋਂ ਆਟਾ ਪਾਤਾ, ਇੱਥੇ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਜਪਜੀ ਸਾਹਿਬ ਸ਼ੁਰੂ ਕਰ ਦੇਣਾ। ਤੇ ਜਿਹੜਾ ਆਟਾ ਆ, ਆਟਾ ਕਈ ਵਾਰੀ ਥੋੜਾ ਜਿਹਾ ਘਿਓ ਚਾਹੀਦਾ ਸਾਨੂੰ ਕੋਲ। ਸਾਨੂੰ ਪਤਾ ਦੇਖੋ ਇੱਥੇ ਘਿਓ ਕਾਫੀ ਰਹਿ ਗਿਆ ਆ, ਘਿਓ ਚਾਹੀਦਾ ਹੋਰ। ਘਿਓ ਪਾ ਦੇ ਥੋੜਾ ਜਿਹਾ ਹੋਰ ਚਮਚਾ ਪਾ ਦੇ। हीट ऑन करो थोड़ी। ਦੇਗ ਬਣਾਉਂਦੇ ਸਮੇਂ ਜਿੱਦਾਂ ਆਪਣਾ ਫੁੱਕਣਾ ਪਵੇ ਉਹਦੇ ਵਿੱਚ, ਜਿਹੜਾ ਦੇਗ ਬਣਾਉਂਦਾ ਜੇ ਪਿੱਛੋਂ ਬਣਾਓ ਜਿੱਦਾਂ ਜਾਂ ਆਪਦਾ ਮੂੰਹ ਢੱਕ ਕੇ ਆਪਦੀ ਦੇਗ ਮਤਲਬ ਤਿਆਰ ਕਰੋ। ਤੇ ਆਪਾਂ ਥੋੜੀ ਬਣਾਉਣ ਕਰਕੇ ਹੈ ਨਾ, ਇਹ ਥੋੜੀ ਜਿਹੀ ਪਹਿਲਾਂ ਕੱਚੀ ਹੋ ਜਾਂਦੀ ਆ। ਘਿਓ ਸਾਡੇ ਅੰਦਾਜ਼ੇ ਨਾਲ ਆਪਾਂ ਥੋੜਾ ਜਿਹਾ ਘਿਓ ਹੋਰ ਪਾ ਲਿਆ, ਬਿਕੋਜ਼ ਘਿਓ ਥੋੜਾ ਜਿਹਾ ਆਪਣਾ ਵੀ ਰਹਿ ਗਿਆ ਆ। ਆਪਣਾ ਥੋੜਾ ਜਿਹਾ ਘਿਓ ਜਿੰਨਾ ਵੀ ਇਹਦੇ ਵਿੱਚ ਆਪਾਂ ਅੰਦਾਜ਼ਾ ਲਾਇਆ ਵੀ ਉਹਦੇ ਵਿੱਚ ਆਪਾਂ ਪਾ ਲਿਆ। ਜਦੋਂ ਦੇਗ ਮਿਕਸ ਕਰਨੀ ਆ ਨਾ, ਜਦੋਂ ਦੇਗ ਮਿਕਸ ਕਰਨੀ ਹੈ, ਇੱਕ ਤਰੀਕਾ ਹਜੇ ਤਾਂ ਠੰਡੀ ਆ, ਮੈਂ ਤਾਂ ਤੁਹਾਨੂੰ ਦੱਸਦਾ। ਮਿਕਸ ਇੱਦਾਂ ਕਰਨੀ ਆ, ਇੱਥੋਂ ਇੱਕ ਸਿਸਟਮ ਬਣਾ ਲੈਣਾ। ਇਹ ਥੋੜੀ ਦੇਗ ਆ, ਇਹਦੇ ਵਿੱਚ ਤਾਂ ਨਹੀਂ ਪਤਾ ਲੱਗਦਾ ਤੁਹਾਨੂੰ। ਜੇ ਆਪਾਂ ਜ਼ਿਆਦਾ ਬਣਾਉਂਦੇ ਤੁਹਾਨੂੰ ਪਤਾ ਲੱਗ ਜਾਣਾ ਸੀ। ਜਿਹੜੀ
the chaal of the palta is like this. Down the middle, back round this side. Down the middle, back round this side. You see that? ये चाल नाल मिक्स करना, इधर नहीं करी जाना, ठीक है? Down the middle, back round the side. Down the middle, back round the side. थोड़ी सी दे दें, थोड़ी सी करेगा। ਹੁਣ ਆਪਾਂ 250 ਗ੍ਰਾਮ ਬਣਾਈ ਆ, ਅਸਲ ਕੜਾਹੀ ਵੱਡੀ ਆ ਤੇ ਤਾਂ ਹੀ ਤਾਂ ਇਕੱਠੀ ਨਹੀਂ ਲੱਗਦੀ ਆ। ਹੁਣ ਤੁਸੀਂ ਜੇ ਕਿਸੇ ਨੇ ਆ ਕੇ ਸਮੈਲ ਕਰਨੀ ਹੈ ਦੇ ਇੱਥੇ ਆ ਕੇ ਸਮੈਲ ਕਰਕੇ ਮਤਲਬ ਨਾਲ ਤੁਰੀ ਜਾਓ। ਮੈਂ ਤੁਹਾਨੂੰ ਕੁਝ ਚੀਜ਼ ਦਿਖਾਊਂਗਾ ਬਾਅਦ 'ਚ ਆ ਕੇ ਸਿੱਖ ਸਮੈਲ। ਜਿਹੜੀ ਘਿਓ ਦੀ ਸਮੈਲ ਆ, ਛੇਤੀ ਇੱਕ ਵਾਰੀ ਦੇਖ ਲਓ, ਸਾਰੇ ਜਣੇ ਨੇ ਛੇਤੀ ਬਣ ਜਾਣੀ ਆ। ਛੇਤੀ 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 ਛੇਤੀ। ਆ ਹੀਟ ਆਨ ਕਰੋ ਪਲੀਜ਼, ਹਾਂ ਆਨ ਕਰੋ, ਇਦਾਂ ਹੀ ਹੋ ਜਾਣਾ। ਕਰਕੇ ਚਾਸ ਠੰਡੀ ਹੋ ਗਈ, ਮੈਂ ਥੋੜੀ ਜਿਹੀ ਹੀਟ ਇਹਨੂੰ ਦੇਣੀ ਹੈ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ। ਸੋ ਇਹਦਾ ਹੁਣ ਰੰਗ ਦੇਖੀ ਜਾਓ, ਪਹਿਲਾਂ ਪੂਰਾ ਪੀਲਾ ਰੰਗ ਸੀਗਾ, ਜਦੋਂ ਇਹਦੇ ਹੁਣ 3 ਨਿਸ਼ਾਨੀਆਂ ਨੂੰ ਦੇਖਦੀਆਂ, ਰੰਗ ਬਦਲਣਾ, ਸਮੈਲ ਬਦਲਣੀ, ਤੇ ਜਿਹੜਾ ਘਿਓ ਆ ਸਾਈਡ ਤੇ ਘਿਓ ਨੇ ਥੋੜਾ ਜਿਹਾ ਸੈਪਰੇਟ ਹੋ ਜਾਣਾ ਆਟੇ ਤੋਂ। ਤੁਸੀਂ ਨੋਟ ਕਰੋ ਹੁਣ ਇਹਦਾ ਰੰਗ ਬਦਲਣ ਲੱਗਿਆ ਆ। ਜਦੋਂ ਬਦਾਮੀ ਰੰਗ ਹੋਵੇਗਾ ਉਦੋਂ ਆਪਾਂ ਚਾਸ ਪਾ ਦੇਣੀ ਆ। ਹੁਣ ਆਲਰੇਡੀ ਇਹ ਬਣ ਚੱਲੀ ਆ। ਜੇ ਤੁਹਾਨੂੰ ਇੱਕ ਮਿੰਟ ਜੀ, ਜੇ ਤੁਸੀਂ ਰੋਜ਼ ਦੇ ਚੱਲੇ ਹੋ ਘਰੇ, ਖੀਰ ਖੱਤੇ ਕਰ ਲਓ, ਸਮੈਲ ਵੀ ਕਾਫੀ ਸਟਰੋਂਗ ਹੋ ਗਈ ਇਹਦੀ, ਬਦਾਮੀ ਰੰਗ ਵੀ ਹੋ ਗਿਆ ਥੋੜੇ ਜਿਹੇ ਦੇ ਮਾਂ। ਹੁਣ ਪਾ ਦੇ, ਇਹ ਰੰਗ ਹੋ ਗਿਆ ਬਦਾਮੀ ਰੰਗ। ਹੁਣ ਆਪਾਂ 50 ਪਾ ਦੇਣੀ ਆ। ਪਾ ਦੇ ਪਾ ਦੇ ਪਾ ਦੇ ਅੱਧੀ ਪਾ ਕੇ ਫਿਰ ਬਾਕੀ ਪਾਓ, ਕਿਉਂਕਿ ਇੱਕ ਵਾਰੀ ਚਾਸ ਭਾਫ ਹੋਣੀ ਆ। ਪਾ ਦੇ ਪਾ ਦੇ ਪਾ ਦੇ ਸਾਰੀ ਪਾ ਦੇ ਪਾ ਦੇ ਸਾਰੇ ਕਰ ਲਓ। ਮਿਕਸ ਆਓ ਇੱਦਾਂ ਤੋਂ ਚਿੱਟੇ ਪੈਂਦੇ ਆ। ਬੰਦ ਕਰ ਦੇ, ਬੰਦ ਕਰ ਦੇ, ਬੰਦ ਕਰ, ਆ ਬੰਦ ਕਰ ਦੇ। ਉਹ ਵੀ ਬੰਦ ਕਰ ਦੇ। ਆ ਗੁਰੂ ਸਾਹਿਬ ਦੀ ਕਿਰਪਾ ਨਾਲ ਦੇਗ ਤਿਆਰ ਹੋ ਗਈ ਆ। ਰੰਗ ਵੀ ਇਹਦਾ ਬਦਾਮੀ ਰੰਗ ਆ। ਤੁਸੀਂ ਪਹਿਲਾਂ ਜਿਹੜੀ ਸਮੈਲ ਦਈ ਸੀ ਹੈ ਨਾ, ਉਹ ਘਿਓ ਦੀ ਸਮੈਲ ਸੀ। ਕੱਲ ਆਪਾਂ ਥੋੜੀ ਬਣਾਈ, ਛੇਤੀ ਬਣ ਗਈ ਆ। ਕਿੱਦੋਂ ਬਣਾਉਂਦੇ 10 ਮਿੰਟ ਲੱਗਦੇ ਆ, 15 ਮਿੰਟ ਵੀ ਲੱਗ ਸਕਦੇ ਆ। ਹੀਟ ਤੁਸੀਂ ਆਪਦੇ ਹਿਸਾਬ ਨਾਲ ਦੇਈ ਜਾਓ, ਘੱਟ ਕਰੀ ਜਾਓ, ਵੱਧ ਕਰੀ ਜਾਓ। ਤੇ ਇਹ ਮਤਲਬ ਇੱਕ ਤੁਸੀਂ ਰੰਗ ਦੇਖਿਆ, ਇੱਕ ਇਹਦੀ ਸਮੈਲ, ਫਿਰ ਆਟਾ ਭੁੰਨਿਆ ਗਿਆ ਤੁਸੀਂ ਦੇਖਿਆ ਹੋਊਗਾ। ਉਹ ਮੈਂ ਦਿਖਾ ਨਹੀਂ ਸਕਿਆ। ਉਹ ਆਟਾ ਵੀ ਤੁਸੀਂ ਪੂਰਾ, ਜਿਹੜੇ ਦਾਣੇ ਹੁੰਦੇ ਆਟੇ ਦੇ ਉਹ ਸੈਪਰੇਟ ਜਿਹੇ ਹੋ ਜਾਂਦੇ ਆ, ਕਿ ਉਹ ਥੋੜਾ ਜਿਹਾ ਸਾਈਡ ਤੇ ਹੋ ਜਾਂਦਾ ਆ। ਜਿਹੜੇ ਘਰਾਂ 'ਚ ਬਣਾਉਂਦੇ ਆ, ਬੀਬੀਆਂ ਬਣਾਉਂਦੀਆਂ, ਉਹਨਾਂ ਨੂੰ ਪਤਾ ਉਹਨਾਂ ਨੂੰ ਅੰਦਾਜ਼ਾ ਹੁੰਦਾ ਵੀ ਸਾਨੂੰ ਪਤਾ ਇਹ ਬਣ ਗਿਆ। ਸਿੰਘਾਂ ਨੂੰ ਥੋੜੀ ਪ੍ਰੈਕਟਿਸ ਦੀ ਲੋੜ ਹੁੰਦੀ ਹੈ ਕਿ ਪਹਿਲਾਂ ਚਾਸ ਪਾ ਕੇ, ਜੇ ਚਾਸ ਪਹਿਲਾਂ ਪਾ ਦਿਓ ਫਿਰ ਕੱਚੀ ਰਹਿ ਜਾਂਦੀ ਹੈ ਦੇਖ, ਜੇ ਜ਼ਿਆਦਾ ਪਾ ਦਿਓ ਫਿਰ ਥੱਲੇ ਵੀ ਲੱਗ ਜਾਂਦੀ ਆ। ਇਹ ਟਾਈਮਿੰਗ ਉਹ ਹੀ ਹੁੰਦਾ। ਰੰਗ 3 ਨਿਸ਼ਾਨੀਆਂ, ਇੱਕ ਰੰਗ, ਇੱਕ ਉਹ ਸਮੈਲ,
ਤੇ ਤੀਜੀ ਜਿਹੜੇ ਤੁਹਾਨੂੰ ਪਤਾ ਘਿਓ ਥੋੜਾ ਜਿਹਾ ਵੱਖਰਾ ਹੋ ਜਾਏ, ਜਿਹੜੀ ਮੇਨ ਨਿਸ਼ਾਨੀ ਆ ਰੰਗ ਦੀ ਆ, ਰੰਗ ਦੀ ਹੈ। ਹੀਟ ਭਾਵੇਂ ਘੱਟ ਕਰ ਲਓ। ਇਹ ਹੁਣ ਦੇਗ ਬਣ ਗਈ ਆ ਸਾਰਾ, ਹਾਂ ਬਾਕੀ ਇਕੱਠਾ ਕਰ ਲਓ। ਵਾਹਿਗੁਰੂ ਦੀ ਕਿਰਪਾ ਨਾਲ ਹਨਾ, ਜਦੋਂ ਹੁਣ ਮੈਂ ਤਾਂ ਗੱਲਾਂ ਕਰਦਾ ਸੀ, ਜਦੋਂ ਦੇਗ ਬਣਾਉਣੀ ਹੈ, ਜੇ ਪੂਰੀ ਟਾਈਟ ਵੀ ਨਹੀਂ ਕਰਨੀ, ਥੋੜੀ ਜਿਹੀ ਇੱਥੇ ਰੱਖ ਲਓ ਵੀ ਫੁੱਕ ਨਾ ਪਵੇ। ਜਦੋਂ ਦੇਗ ਉੱਪਰ ਵਰਤਾਉਣੀ ਆ ਉਦੋਂ ਵੀ ਇਦਾਂ ਥੋੜਾ ਜਿਹਾ ਮੂੰਹ ਕਵਰ ਕਰਕੇ। ਹੁਣ ਮੈਂ ਤੁਹਾਨੂੰ ਇੱਕ ਚੀਜ਼ ਇਹਦੀ ਦਿਖਾਉਣੀ ਆ ਵੀ ਸਾਨੂੰ ਪਤਾ ਵੀ ਇਹ ਗੁਰੂ ਦੀ ਕਿਰਪਾ ਵਧੀਆ ਬਣ ਗਈ ਹੈ। ਦੇਖੋ ਸਟਿਕ ਨਹੀਂ ਹੋਈ ਹੈ ਨਾ, ਤੁਹਾਨੂੰ ਪਤਾ ਵੀ ਇਹ ਸਹੀ ਬਣ ਗਈ ਹੈ। ਕਈ ਵਾਰੀ ਇਹ ਲੱਗਦਾ ਵੀ ਇਹ ਪਤਲੀ ਰਹਿ ਗਈ ਦੇਗ, ਪਤਲੀ, ਪਰ ਉਹ ਇਹਦਾ ਮਤਲਬ ਕਈ ਵਾਰੀ ਇਹ ਹੁੰਦਾ ਜੇ ਪਤਲੀ ਲੱਗੀ ਹੋਵੇ ਵੀ ਹੀਟ ਜ਼ਿਆਦੇ ਆ, ਜਦੋਂ ਠੰਡੀ ਹੋ ਜਾਂਦੀ ਆ ਇਹ ਫਿਰ ਇਕੱਠੀ ਹੋ ਜਾਂਦੀ ਹੈ। ਠੀਕ ਆ, ਮੇਨ ਪੁਆਇੰਟ ਹੁੰਦਾ ਵੀ ਜਿਹੜਾ ਜਲ ਹੋਵੇ ਉਹ ਵਿੱਚ ਇਵੈਪਰੇਟ ਹੋ ਜਾਂਦਾ ਆ, ਤੇ ਜਿਹੜੀ ਮਤਲਬ ਸ਼ੂਗਰ ਹੁੰਦੀ ਆ ਰਚੀ ਹੋਈ ਉਹਦੇ ਵਿੱਚ, ਜਿਹਨੂੰ ਆਪਾਂ ਚਾਸ ਕਹਿੰਦੇ ਆ, ਉਹ ਇਹਨੂੰ ਮਿਠਿਆਸ ਦੇ ਦਿੰਦੀ ਹੈ। ਜਲ ਨੇ, ਪਾਣੀ ਨੇ, ਵਾਟਰ ਨੇ ਇਵੈਪਰੇਟ ਹੋਣਾ, ਉਹ ਤਾਂ ਗਰਮ ਰੱਖੀਦਾ ਆ। ਠੰਡੀ ਪਾਵੋ, ਜਦੋਂ ਆਪਾਂ ਦੂਜੀ ਵਾਰੀ ਅਖੀਰ 'ਚ ਪਾਇਆ ਸੀ, ਤੁਸੀਂ ਨੋਟ ਕੀਤਾ ਹੋਣਾ ਵੀ ਥੋੜਾ ਜਿਹਾ ਇਹਨੂੰ ਟਾਈਮ ਲੱਗਿਆ, ਉਹਨੂੰ ਮਿਕਸ ਕਰਨਾ ਪਿਆ ਵੀ ਇੱਕ ਵਾਰੀ ਰਚ ਜਾਵੇ, ਜਲ ਰਚ ਜਾਵੇ ਉਹਦੇ ਵਿੱਚ, ਉਹ ਇਵੈਪਰੇਟ ਹੋ ਜਾਂਦਾ ਹੈ ਤੇ ਮਿਠਿਆਸ ਰਹਿ ਜਾਂਦੀ ਹੈ ਉਹਦੇ ਵਿੱਚ। ਦੇਗ ਜਦੋਂ ਬਣ ਜਾਂਦੀ ਆ, ਇਹ ਮਨ ਜਾਂ ਕੋਈ ਕੱਪੜਾ ਉਹਨੂੰ ਕਵਰ ਕਰ ਲਈਦਾ ਆ। ਕਵਰ ਹੋ ਗਈ ਕਰਕੇ ਆਪਾਂ ਗੱਲਾਂ ਕਰਦੇ ਆ। ਆਪਣਾ ਜਪਜੀ ਸਾਹਿਬ ਫਿਨਿਸ਼ ਹੋ ਗਿਆ। ਜੇ 1 ਕਿਲੋ ਦੀ ਬਣਾਵੋ ਦੇਗ, 1 ਕਿਲੋ ਦੀ ਐਵਰੇਜ ਟਾਈਮ ਹੁੰਦਾ, ਇੱਕ ਜਪਜੀ ਸਾਹਿਬ ਤੁਹਾਡੇ 10 ਮਿੰਟ ਲੱਗਦੇ ਆ, ਉਨਾ ਹੀ ਟਾਈਮ ਲੱਗਦਾ ਇਹ ਦੇਗ ਨੂੰ ਬਣਾਉਣ ਨੂੰ। ਜਦੋਂ ਤੁਸੀਂ ਫਤਿਹ ਬੁਲਾਉਣੇ ਹੋ ਜਪਜੀ ਸਾਹਿਬ ਦੀ, ਨਾਲ ਦੀ ਨਾਲ ਉਹ ਤਿਆਰ ਹੁੰਦੀ ਆ ਤੇ ਨਾਲ ਦੀ ਨਾਲ ਚਾਸ ਪੈ ਜਾਂਦੀ ਹੈ। ਟਾਈਮਿੰਗ, ਅਸਲ ਟਾਈਮਿੰਗ ਉਹ ਆ। ਪਰ ਜਦੋਂ ਆਪਾਂ ਥੋੜੀ ਬਣਾਉਣੇ ਆ, ਉਹ ਜਪਜੀ ਸਾਹਿਬ ਦਾ ਹਜੇ ਚੱਲਣਾ ਸੀਗਾ, ਉਹਨੇ ਤਾਂ ਨਹੀਂ ਕੋਈ ਗੱਲ ਕਰਨੀ ਹੈ ਨਾ, ਉਹਨੇ ਜਪਜੀ ਸਾਹਿਬ ਉਹਦਾ ਪੂਰਾ ਕਰਨਾ। ਇਹ ਨਹੀਂ ਵੀ ਆਪਾਂ ਜਪਜੀ ਸਾਹਿਬ ਪੂਰਾ ਕਰਕੇ ਫਿਰ ਚਾਸ ਪਾਵਾਂਗੇ, ਉਦੋਂ ਤੱਕ ਤਾਂ ਇਹਨੇ ਛੱਡ ਜਾਣਾ ਆ, ਥੱਲੇ ਲੱਗ ਜਾਣੀ ਆ, ਜਾਂ ਫਿਰ ਮਤਲਬ ਜਪਜੀ ਸਾਹਿਬ ਅੱਜ ਹੀ ਛੱਡ ਦੇਣਾ। ਨਹੀਂ, ਜਪਜੀ ਸਾਹਿਬ ਨੇ ਕਰੀ ਜਾਣਾ, ਚਾਸ ਪਹਿਲਾਂ ਵੀ ਪੈ ਜਾਵੇ। ਆਈਡੀਅਲ ਟਾਈਮਿੰਗ ਹੈ ਵੀ ਜਪਜੀ ਸਾਹਿਬ ਨੂੰ ਜਦੋਂ ਫਤਿਹ ਬੁਲਾਉਣੀ ਆ, ਨਾਲ ਹੀ ਉਹ ਚਾਸ ਪੈਣੀ ਆ। ਉਹ 1 ਕਿਲੋ ਦੀ ਦੇਗ ਦੇ ਵਿੱਚ ਟਾਈਮਿੰਗ ਸਹੀ ਹੋ ਜਾਂਦੀ ਹੈ। ਜਦੋਂ ਬਣ ਗਈ ਇੱਦਾਂ ਕਵਰ ਕਰ ਲੈਣੀ ਹੈ ਦੇਗ ਕਰਕੇ, ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ, ਕੋਈ ਗੱਲ ਕਰਦਾ ਇਹਦੇ ਉੱਪਰ ਹੋਵੇ ਉਹ ਵਿੱਚ ਜਾਣੀ ਆ, ਕੋਈ ਨਿਗਾਹ ਮਾਰਦਾ ਹੋਵੇ ਉਹ ਵਿੱਚ ਜਾਣੀ ਹੈ, ਉਹਨੂੰ ਕਵਰ ਕਰ ਦਿਓ। ਹੋ ਗਈ ਕਵਰ। ਤੇ ਆਈਡੀਅਲੀ ਠੰਡੀ ਦੇਗ ਥੱਲੇ ਕਰਨੀ ਆ। ਹੁਣ ਤੁਸੀਂ ਦੇਖੋ ਉੱਪਰ ਲਿਜਾ ਕੇ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਇਹਨੂੰ ਭੋਗ ਲੱਗਣਾ ਆ। ਹੁਣ ਜੇ ਆਪਾਂ ਘਰਾਂ 'ਚ ਛਕਦੇ ਆ, ਆਪਾਂ ਪੂਰੇ 100 ਡਿਗਰੀ ਬੋਇਲਿੰਗ ਕੋਈ ਚੀਜ਼ ਪੀਂਦੇ ਆ, ਠੰਡੇ ਕਰਕੇ ਪੀਂਦੇ ਆ ਜਾਂ ਛਕਦੇ ਆ ਨਾ, ਤੇ ਮਹਾਰਾਜ ਨੂੰ ਵੀ ਜਦੋਂ ਆਪਾਂ ਛਕਾਉਣਾ, ਮਹਾਰਾਜ ਨੂੰ ਵੀ ਠੰਡੀ ਕਰਕੇ ਆਪਾਂ ਛਕਾਉਣੀ ਹੈ। ਇਹ ਨਹੀਂ ਵੀ ਠੰਡੀ ਮਤਲਬ ਦਾ ਇਹ ਨਹੀਂ ਵੀ ਆਪਾਂ ਪੂਰੀ ਠੰਡੀ ਕਰ ਦੇਣੀ, ਪਰ ਮਤਲਬ ਬੋਇਲਿੰਗ ਪੁਆਇੰਟ ਤੋਂ ਇਹਦਾ ਟੈਂਪਰੇਚਰ ਨਾਰਮਲ ਕਰ ਦੇਣਾ। ਹੋਵੇ ਗਰਮ, ਕੋਸੀ ਹੋਵੇ, ਪਰ ਠੰਡੀ ਵੀ ਨਾ ਜਾਵੇ, ਪਰ ਸੜਨ ਵਾਲੀ ਵੀ ਨਾ ਹੋਵੇ ਵੀ ਜੀਭ ਸੜੇ, ਕਰਕੇ ਮਹਾਰਾਜ ਨੂੰ ਛਕਾਉਣੀ ਆ। ਜਦੋਂ ਮਹਾਰਾਜ ਦੀ ਹਜ਼ੂਰੀ 'ਚ ਲੈ ਗਏ, ਇੱਥੇ ਇੱਕ ਜਪਜੀ ਸਾਹਿਬ ਹੋ ਗਿਆ। ਜੇ ਆਪਾਂ ਹਜੇ ਵੀ ਮਿਕਸ ਕਰੀ ਜਾਣੇ, ਜੇ ਹੁਣ ਪਤਲੀ ਰਹਿ ਗਈ, ਜਪਜੀ ਸਾਹਿਬ ਪੂਰਾ ਹੋ ਗਿਆ, ਆਪਾਂ ਮਿਕਸ ਕਰੀ ਜਾਣੀ ਆ। ਹੀਟ ਬੰਦ ਕਰ ਦੇਣੀ ਆ, ਮਿਕਸ ਕਰੀ ਜਾਣੀ ਆ, ਮਿਕਸ ਕਰਕੇ ਇਹਨੂੰ ਛੱਡ ਦੇਣੀ ਆ, ਉਹ ਇਕੱਠੀ ਹੋ ਜਾਂਦੀ ਆ। ਇਕੱਠੀ ਜਦੋਂ ਠੰਡੀ ਹੋ ਜਾਂਦੀ ਆ, ਸਾਨੂੰ ਮਿਕਸ ਕਰਨਾ ਪੈਂਦਾ ਠੰਡੀ ਕਰਨ ਵਾਸਤੇ। ਆਪਾਂ ਮਿਕਸ ਕਰੀ ਜਾਣੀ ਆ, ਕਰੀ ਜਾਣੀ। ਜਦੋਂ 1 ਕਿਲੋ 2-3 ਕਿਲੋ ਟਾਈਮ ਲੱਗ ਜਾਂਦਾ ਮਿਕਸ ਕਰਨ ਨੂੰ। ਚਾਸ ਪੈ ਗਈ, ਪਰ ਉਹ ਗਰਮ ਬਹੁਤ ਆ ਹਜੇ, ਇਹਦਾ ਲਾ ਕੇ ਆਪਾਂ ਮਿਕਸ ਕਰ ਸਕਦੇ ਹਾਂ। ਲੱਗਦੀ ਹੁੰਦੀ ਹੈ ਪਤਲੀ, ਮਿਕਸ ਕਰ ਜਦੋਂ ਠੰਡੀ ਹੋ ਜਾਂਦੀ, ਉਹਨੇ ਇਕੱਠੀ ਹੋ ਜਾਂਦੀ, ਤੁਹਾਨੂੰ ਪਤਾ ਵੀ ਟੈਂਪਰੇਚਰ ਇਹਦਾ ਸਹੀ ਹੋ ਗਿਆ। ਉੱਥੋਂ ਫਿਰ ਕਵਰ ਕਰਕੇ ਮਹਾਰਾਜ ਦੀ ਹਜ਼ੂਰੀ 'ਚ ਜਦੋਂ ਮਹਾਰਾਜ ਦੀ ਹਜ਼ੂਰੀ 'ਚ ਲਿਜਾਉਣਾ, ਜਿੱਦਾਂ ਮਹਾਰਾਜ ਦੇ ਅੱਗੇ ਜਲ ਦੇ ਛਿੱਟੇ ਪੈਂਦੇ ਆ, ਗੁਰੂ ਸਾਹਿਬ ਜੀ ਦੀ ਦੇਗ ਦੇ ਅੱਗੇ ਵੀ ਜਲ ਦੇ ਛਿੱਟੇ ਪੈਂਦੇ ਆ, ਤੇ ਮਹਾਰਾਜ ਦੀ ਹਜ਼ੂਰੀ 'ਚ ਜਾ ਕੇ ਉੱਥੇ ਸਜਾ ਲੈਣੀ ਆ। ਉੱਥੇ ਵੀ ਕੋਈ ਸਾਫ਼ ਕਰਕੇ ਜਗ੍ਹਾ ਉੱਥੇ ਪਹਿਲਾਂ ਹੀ ਦੇਗ ਦੇ ਵਾਸਤੇ ਬਣੀਆਂ ਹੁੰਦੀਆਂ ਨੇ ਗੁਰੂ ਘਰਾਂ 'ਚ। ਉੱਥੇ ਫਿਰ ਬੈਠ ਕੇ ਇੱਕ ਪੂਰਾ ਆਨੰਦ ਸਾਹਿਬ ਦਾ ਪਾਠ ਕਰਨਾ, ਇਹ ਵੀ ਲਿਖਿਆ ਪ੍ਰਾਰਥਨਾ ਦੇ ਵਿੱਚ। ਇੱਕ ਜਪਜੀ ਸਾਹਿਬ ਇੱਕ ਆਨੰਦ ਸਾਹਿਬ, ਇੱਥੇ ਤਾਂ ਜਪਜੀ ਸਾਹਿਬ ਹੋ ਗਿਆ। ਮਹਾਰਾਜ ਦੀ ਹਜ਼ੂਰੀ ਦੇ ਵਿੱਚ ਇੱਕ 40 ਪੌੜੀਆਂ ਪੂਰਾ ਆਨੰਦ ਸਾਹਿਬ
ਰਾਗੀ ਪੜ੍ਹਦੇ ਆ 6 ਪੌੜੀਆਂ ਆਨੰਦ ਸਾਹਿਬ, ਉਹਨਾਂ ਦੇ ਆਪਦਾ ਕੰਮ ਕਰਨਾ। ਜਿਹੜਾ ਗ੍ਰੰਥੀ ਸਿੰਘ ਜਾਂ ਦੇਗੀਆ ਸਿੰਘ ਜਾਂ ਅਰਦਾਸੀ ਜਾਂ ਸੇਵਾਦਾਰ, ਉਹਨੇ ਉੱਥੇ ਗੁਪਤ ਸਾਰੀ ਸੰਗਤ ਨੂੰ ਸੁਣਾਉਣ ਦੀ ਲੋੜ ਨਹੀਂ ਹੁੰਦੀ, ਬਸ ਨਾਲ ਦੇਖਦੇ ਬੈਠ ਕੇ ਉੱਥੇ ਆਨੰਦ ਸਾਹਿਬ ਦਾ ਪਾਠ ਕਰਦਾ। ਠੀਕ ਆ, ਫਿਰ ਇਹ ਆਨੰਦ ਇਹਦੇ ਵਿੱਚ ਆ ਜਾਂਦਾ। ਉਸ ਤੋਂ ਬਾਅਦ ਆਪਾਂ ਸਟਾਰਟਿੰਗ ਦੇ ਵਿੱਚ ਬੇਨਤੀ ਕੀਤੀ ਸੀ ਵੀ ਅਰਦਾਸ ਕਰਨੀ, ਮਹਾਰਾਜ ਨੂੰ ਅਰਦਾਸ ਕਰਕੇ, ਅੱਗੇ ਅਰਦਾਸ ਕਰਕੇ ਜਿੱਦਾਂ ਆਪਾਂ ਕੋਈ ਵੀ ਕਾਰਜ ਹੋਵੇ ਫਿਰ ਉਹ ਪੰਕਤੀ ਪੜ੍ਹਨੀ। ਮਹਾਰਾਜ ਆਪਾਂ ਦੇਗ ਤੁਹਾਡੀ ਸਜਾਈ ਆ, ਸਜਾਉਣ ਦੇ ਆ ਹੋਈਆਂ ਅਨੇਕਾਂ ਗਲਤੀਆਂ ਦੀ ਮਾਫੀ ਮੰਗਣੀ ਆ। ਜਿਹੜੀ ਬਾਣੀ ਪੜ੍ਹੀ ਗਈ ਆ ਜਪਜੀ ਸਾਹਿਬ ਤੇ ਆਨੰਦ ਸਾਹਿਬ, ਉਹਦੀ ਵੀ ਮਾਫੀ ਮੰਗਣੀ ਆ। ਜੇ ਕੋਈ ਗਲਤੀ ਹੋ ਗਈ ਹੋਵੇ ਉਹ ਮਾਫੀ ਮੰਗ ਕੇ ਫਿਰ ਆਗਿਆ, ਮਹਾਰਾਜ ਆਗਿਆ ਲੈਣੀ ਆ। ਆਗਿਆ ਬਖਸ਼ੋ, ਗੁਰੂ ਸਾਹਿਬ ਜੀ ਭੋਗ ਲਵਾਓ। ਕਰੀ ਪਾਕ ਸਾਲ ਸੋਚ ਪਵਿੱਤਰਾ, ਹੁਣ ਲਾਭ ਹੋ ਭੋਗ ਹਰ ਰਾਏ। ਜਦੋਂ ਭੋਗ ਸ਼ਬਦ ਵਰਤਿਆ, ਜਿਹੜੀ ਸ੍ਰੀ ਸਾਹਿਬ ਹੁੰਦੀ ਹੈ ਸਰਬਲੋਹ ਦੀ, ਉਹ ਪਹਿਲਾਂ ਹੀ ਸੁੱਚੀ ਕੀਤੀ ਹੁੰਦੀ ਹੈ, ਉੱਥੇ ਰੱਖੀਆਂ ਹੁੰਦੀਆਂ ਨੇ। ਜਾਂ ਆਪ ਦੀ ਜੇ ਵਰਤਣੀ ਆ, ਇਹ ਨਹੀਂ ਵੀ ਆਪ ਦੀ ਕੱਢ ਕੇ ਨਾਲ ਹੀ ਕਰ ਦਿਓ। ਆਪ ਦੀ ਤਾਂ ਆਪਣੀ ਸਾਰੇ ਪਾਸੇ ਲੱਗਦੀ ਆ, ਥੱਲੇ ਲੱਗ ਜਾਂਦੀ ਪੈਂਟਾਂ ਪੁੰਟਾਂ ਨਾਲ, ਉਹ ਲਿਆ ਕੇ ਪਹਿਲਾਂ ਧੋ ਕੇ ਤਿਆਰ ਰੱਖਣੀ ਹੁੰਦੀ ਹੈ। ਭੋਗ ਲਾਭ, ਹੁਣ ਲਾਭ ਹੋ ਭੋਗ ਹਰ ਰਾਏ, ਜਿੱਦਾਂ ਮੈਂ ਪਹਿਲਾਂ ਬੇਨਤੀ ਕੀਤੀ ਸੀ। ਇੱਕ ਉਹਦੇ ਵਿੱਚ ਮਤਲਬ ਕਿਰਪਾਨ ਭੇਟ ਕਰ ਦੇਣੀ ਆ। ਕਿਰਪਾਨ ਭੇਟ ਕਰਨ ਤੋਂ ਬਾਅਦ ਅਰਦਾਸ ਹੋ ਗਈ, ਹੁਕਮਨਾਮਾ ਸੁਣਿਆ। ਹੁਕਮਨਾਮੇ ਤੋਂ ਬਾਅਦ ਦੇਗ ਵਰਤਾਈ ਦੀ ਆ। ਪਰ ਜੇ ਅਖੰਡ ਪਾਠ ਸਾਹਿਬ ਆਰੰਭ ਹੋਵੇ, ਫਿਰ ਜਿਹੜਾ ਜਪਜੀ ਸਾਹਿਬ ਦਾ ਆਨੰਦ ਅਖੰਡ ਪਾਠ ਦਾ, ਉਹ ਸਾਰਾ ਸੁਣ ਕੇ ਫਿਰ ਦੇਗ ਵਰਤਾਈ ਦੀ ਆ। ਪਹਿਲਾਂ ਨਹੀਂ ਵਰਤਾਉਣ ਲੱਗ ਜਾਂਦੀ ਹੁਕਮਨਾਮਾ। ਤੇ ਜੇ ਅਖੰਡ ਪਾਠ ਸਾਹਿਬ ਆ ਜਾਂ ਸਹਿਜ ਪਾਠ ਆ, ਆਰੰਭ ਕਰਾ ਕੇ ਉਹ ਜਪਜੀ ਸਾਹਿਬ ਸੁਣ ਕੇ, ਜਾਂ 5 ਪੌੜੀਆਂ ਜੇ ਸਹਿਜ ਪਾਠ ਆ, ਉਹ ਸੁਣ ਕੇ ਫਿਰ ਦੇਗ ਵਰਤਾਉਣੀ। ਤੇ ਦੇਗ ਵਰਤਾਉਣ ਦਾ ਤਰੀਕਾ, ਪਹਿਲਾਂ ਆਪਾਂ ਇੱਕ ਬਾਟੇ 'ਚ 5 ਸਿੰਘਾਂ ਦੇ ਕੱਢਣੇ ਆ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਆਤਮਿਕ ਜੋਤ, ਗੁਰੂ ਖਾਲਸਾ ਦੇ ਗੁਰੂ ਗ੍ਰੰਥ ਸਾਹਿਬ ਜੀ ਆਤਮਿਕ ਜੋਤ ਆ ਗੁਰੂ, ਤੇ ਗੁਰੂ ਖਾਲਸਾ ਪੰਥ ਵੀ ਆ। ਤੇ ਗੁਰੂ ਖਾਲਸੇ ਪੰਥ ਦੇ ਮੁਖੀ 5 ਪਿਆਰੇ ਆ, 5 ਸਿੰਘ ਸਾਹਿਬਾਨ। ਤੇ ਜਿਹੜੇ 5 ਸਿੰਘ ਅੰਮ੍ਰਿਤਧਾਰੀ ਸੰਗਤ 'ਚ ਬੈਠੇ ਹੋਣ, ਪਹਿਲਾਂ 5 ਗੁੱਫੇ ਕੱਢ ਕੇ ਇੱਕ ਬਾਟੇ 'ਚ, 6ਵਾਂ ਗੁੱਫਾ ਕੱਢ ਕੇ ਗ੍ਰੰਥੀ ਸਿੰਘ ਵਾਸਤੇ। ਫਿਰ ਉਹ ਗ੍ਰੰਥੀ ਸਿੰਘ ਵਾਲਾ ਪਹਿਲਾਂ ਰੱਖ ਦੇਣਾ ਮਹਾਰਾਜ। ਉਹ ਜਿਹੜਾ ਬਾਟਾ, ਮੈਂ ਛੋਟਾ ਹੁੰਦਾ ਸੀ, ਮੈਂ ਸੋਚਦਾ ਹੁੰਦਾ ਸੀ ਮਹਾਰਾਜ ਨੂੰ ਰੱਖਦੇ ਆ, ਪਰ ਉਹ ਅਸਲ ਵਿੱਚ ਗ੍ਰੰਥੀ ਵਾਸਤੇ ਹੁੰਦਾ। ਮਹਾਰਾਜ ਨੇ ਤਾਂ ਛਕ ਲਿਆ ਜਦੋਂ ਕਿਰਪਾਨ ਭੇਟ ਹੋ ਗਈ, ਤੇ ਇਹ ਉਹ ਗ੍ਰੰਥੀ ਸਿੰਘ ਵਾਸਤੇ। ਕਿਉਂ? ਕਰਕੇ ਸਿੱਖੀ ਦੇ ਵਿੱਚ ਗ੍ਰੰਥੀ ਸਿੰਘ ਨੂੰ ਸਭ ਤੋਂ ਵੱਡਾ ਸਤਿਕਾਰ ਬਾਬਾ ਬੁੱਢਾ ਸਾਹਿਬ ਜੀ ਕਰਕੇ। ਸੋ ਉਹ ਬਾਬਾ ਬੁੱਢਾ ਸਾਹਿਬ ਜੀ ਕਰਕੇ ਉਹ ਸਤਿਕਾਰ ਗ੍ਰੰਥੀ ਸਿੰਘ ਨੂੰ ਮਿਲਦਾ। ਕੁਝ ਕੁ ਸੰਗਤ 2 ਬਾਟੇ ਰੱਖਦੇ ਆ। ਇੱਕ ਇਹ ਵੀ ਰੀਤ ਇੱਕ ਚੱਲਦੀ ਹੈ ਕੋਈ ਪੁਰਾਤਨ ਸਿੰਘਾਂ ਦੇ ਮਤਲਬ ਜਥਿਆਂ ਦੇ ਵਿੱਚ ਵੀ 2 ਬਾਟੇ, ਇੱਕ ਬਾਬਾ ਬੁੱਢਾ ਸਾਹਿਬ ਜੀ ਦਾ ਵੱਖਰਾ ਹੀ ਵੱਖਰਾ, ਤੇ ਇੱਕ ਜਿਹੜਾ ਗ੍ਰੰਥੀ ਸਿੰਘ ਬੈਠਾ। ਪਰ ਘੱਟ ਤੋਂ ਘੱਟ ਆਪਾਂ ਇੱਕ ਬਾਟਾ ਰੱਖਣਾ, ਉਹ ਬਾਬਾ ਬੁੱਢਾ ਸਾਹਿਬ ਦੇ ਨਾਂ ਤੇ ਗ੍ਰੰਥੀ ਸਿੰਘ ਛਕੂਗਾ। ਤੇ ਫਿਰ ਉਹ ਚੱਕ ਕੇ ਜਿਹੜੇ 5 ਗੁੱਫੇ ਕੱਢੇ ਸੀ, ਫਿਰ ਸੰਗਤ ਦੇ ਵਿੱਚੋਂ 5 ਸਿੰਘ, ਜਿੱਦਾਂ ਮਹਾਰਾਜ ਨੇ 5 ਸਿੰਘਾਂ ਦੇ ਸੀਸ ਲਏ ਸੀ, ਇਹ ਕੋਈ ਵਿਤਕਰਾ ਨਹੀਂ ਬੀਬੀਆਂ ਨਾਲ, ਇਹ ਬਸ ਮਰਿਆਦਾ ਆ। ਜਿੱਦਾਂ 5 ਪਿਆਰੇ ਸਿੰਘ ਹੁੰਦੇ ਆ, ਉਸੇ ਤਰੀਕੇ ਦੇ ਨਾਲ ਉਹ 5 ਸਿੰਘ ਜਿਹੜੇ ਅੰਮ੍ਰਿਤਧਾਰੀ ਹੁਣ ਸੰਗਤ 'ਚ, ਪਹਿਲਾਂ ਉਹਨਾਂ ਨੂੰ ਵਰਤੋਣੇ। ਜਿੱਦਾਂ ਭਾਈ ਸਾਹਿਬ ਨੇ ਦੱਸਿਆ, ਆਪਣੇ ਥੁੱਕ ਨਹੀਂ ਜਾਣਾ ਚਾਹੀਦਾ। ਬੈਟਰ ਹੁੰਦਾ ਵੀ ਜੇ ਕੋਈ ਮਲ ਹੋਵੇ, ਮਲ ਨਾਲ ਢਕੀ ਹੋਵੇ ਦੇਗ, ਥੋੜੀ ਜਿਹੀ ਕੱਢ ਕੇ ਗੁੱਫੇ 5 ਸਿੰਘਾਂ ਨੂੰ ਵਰਤਾਉਣੇ। ਫਿਰ ਉਹ ਬਾਟਾ ਵਾਪਸ ਆਉਂਦਾ। ਫਿਰ ਬਾਕੀ ਸੰਗਤ ਦੇ ਵਿੱਚ ਮਤਲਬ ਬਾਟਿਆਂ 'ਚ ਪਾ ਕੇ ਸੰਗਤ ਵਿੱਚ ਵਰਤਾਈਦਾ ਹੈ। ਜੇ ਕੋਈ ਸਪੈਸ਼ਲ ਪ੍ਰੋਗਰਾਮ ਹੋਵੇ, ਕਿਸੇ ਦਾ ਆਨੰਦ ਕਾਰਜ ਜਾਂ ਕਿਸੇ ਦਾ ਹੋਰ, ਪਹਿਲਾਂ ਉਹਨਾਂ ਨੂੰ ਦੇਣੀ ਹੈ। 5 ਪਿਆਰਿਆਂ ਤੋਂ ਬਾਅਦ 'ਚ ਫਿਰ ਉਹਨਾਂ ਨੂੰ ਦੇਣੀ ਹੈ। ਜੇ ਕੋਈ ਬੱਚਾ ਆਇਆ, ਬੱਚੇ ਦੀ ਅਰਦਾਸ ਹੋਈ ਆ ਕਰਕੇ, ਕੋਈ ਪ੍ਰੋਬਲਮ ਆ ਕਿਸੇ ਦੀ, ਰੋਗ ਦੀ ਅਰਦਾਸ ਆ, 5 ਸਿੰਘਾਂ ਤੋਂ ਬਾਅਦ ਪਹਿਲ ਉਹਦੀ ਆ ਕਰਕੇ ਉਹਦੀ ਅਰਦਾਸ ਹੋਈ। ਜੇ ਕੋਈ ਸਪੈਸ਼ਲ ਹੋਵੇ, ਆਮ ਤਾਂ ਚਲੋ ਆਪਣੇ ਪ੍ਰੋਗਰਾਮ ਸੰਗਤ ਜੀ ਜਿੱਥੋਂ ਮਰਜ਼ੀ ਸ਼ੁਰੂ ਕਰ ਲਓ। ਜੇ ਕੋਈ ਸਪੈਸ਼ਲ ਹੋਵੇ, ਹਾਂਜੀ ਹਾਂਜੀ, ਪਿਆਰੇ ਭਾਈ ਦਇਆ ਸਿੰਘ ਜੀ, ਜੇ ਆਪਦੀ ਸ਼ਰਧਾ ਹੋਵੇ ਫਿਰ ਤੁਸੀਂ ਨਾਂ ਲਓ ਵੀ ਭਾਈ ਦਇਆ ਸਿੰਘ ਜੀ ਦੀ, ਜਿੱਦਾਂ ਬਾਬਾ ਬੁੱਢਾ ਸਾਹਿਬ ਤੋਂ ਸ਼ੁਰੂ ਕਰਕੇ ਪਿਆਰੇ ਭਾਈ ਦਇਆ ਸਿੰਘ ਜੀ, ਪਿਆਰੇ ਭਾਈ ਧਰਮ ਸਿੰਘ ਜੀ, ਪਿਆਰੇ ਭਾਈ ਹਿੰਮਤ ਸਿੰਘ ਜੀ, ਪਿਆਰੇ ਭਾਈ ਮੋਹਕਮ ਸਿੰਘ ਜੀ, ਪਿਆਰੇ ਭਾਈ ਸਾਹਿਬ ਸਿੰਘ ਜੀ, ਉਹਨਾਂ ਦਾ ਨਾਂ ਲੈ ਕੇ ਤੁਸੀਂ ਵਰਤਾ ਲਓ। ਤੇ ਜਿੱਦਾਂ ਮੈਂ ਤੁਹਾਨੂੰ ਦੱਸਿਆ, ਜੇ ਕੋਈ ਸਪੈਸ਼ਲ ਆ ਜਾਂ ਘਰ 'ਚ ਕੋਈ ਪ੍ਰੋਗਰਾਮ, ਪਹਿਲਾਂ ਉਹਨੂੰ ਦੇਖ ਦੇਣੀ ਆ ਕਰਕੇ। ਉਹਦੇ ਕਰਕੇ ਆਪਾਂ ਅਰਦਾਸ ਕੀਤੀ ਆ। ਕੋਈ ਰੋਗ ਹੋਵੇ, ਕੋਈ ਬੱਚਾ ਪਹਿਲੀ ਵਾਰੀ ਆਇਆ ਨਾਂ ਰੱਖਣਾ ਹੋਵੇ, ਕੋਈ ਆਨੰਦ ਕਾਰਜ ਹੋਵੇ ਦੋਨੋਂ ਜੋੜੀਆਂ ਨੂੰ, ਜੇ ਕੋਈ ਮਤਲਬ ਕੋਈ ਉੱਦਾਂ ਹੀ ਅਰਦਾਸ ਕਿਸੇ ਨੇ ਕਰਨੀ ਹੋਵੇ, ਕੋਈ ਜੌਬ ਦੀ, ਐਗਜ਼ਾਮ ਦੀ, ਕੁਝ ਵੀ ਹੋਵੇ, ਜੇ ਕੋਈ ਸਪੈਸ਼ਲ ਆ
ਫਿਰ ਉਹਨੂੰ ਪਹਿਲ ਹੁੰਦੀ ਹੈ ਦੇਗ ਦੀ ਸੰਗਤ 'ਚ ਜਦੋਂ ਸ਼ੁਰੂ ਕਰਨੀ ਹੈ। ਭਾਵੇਂ ਸਿੰਘ ਹੋਵੇ ਭਾਵੇਂ ਸਿੰਘ ਨਹੀਂ ਕੋਈ ਵੀ ਹੋਵੇ, ਉਹਨਾਂ ਨੂੰ ਕਰਕੇ ਉਹਨਾਂ ਤੋਂ ਬਾਅਦ ਫਿਰ ਸੰਗਤ। ਤੇ ਸੰਗਤ ਦਾ ਮਤਲਬ ਮੈਂ ਦੋ ਕੁ ਗੱਲਾਂ ਫਿਰ ਮੇਰੇ ਭੁੱਲ ਜਾਣੀਆਂ, ਫਿਰ ਮੈਂ ਲਊਂਗਾ। ਸੰਗਤ ਦਾ ਮਤਲਬ ਇਹ ਵੀ ਜਿਹੜੀ ਕੋਈ ਅਰਦਾਸ ਆ ਇਹ ਖਾਲਸੇ ਸ਼ਹਿਰ ਕਰਦੇ ਆ ਸਭ ਕੁਝ। ਜੇ ਕੋਈ ਰੋਗ ਦੀ ਅਰਦਾਸ ਆ ਪਹਿਲਾਂ ਉਹਨੂੰ ਦੇਤੀ ਵੀ ਉਹਨੂੰ ਮਹਾਰਾਜ ਨੇ ਛਕਿਆ ਤੇ ਪਹਿਲ ਉਹਦੀ ਆ ਵੀ ਮਹਾਰਾਜ ਇਹਦੇ ਤੇ ਬਖਸ਼ਿਸ਼ ਕਰੋ ਜਿਹੜੀ ਵੀ ਕੋਈ ਅਰਦਾਸ ਆ। ਤੇ ਬਾਅਦ 'ਚ ਆਪਾਂ ਜਿਹੜੇ ਸੰਗਤ ਦੇ ਵਿੱਚ ਸ਼ਾਮਲ ਆ ਇਹ ਸ਼ਹਿਰ ਕਰਨੀ ਹੈ ਸਾਰੀ ਚੀਜ਼। ਆਪਾਂ ਥੋੜਾ ਥੋੜਾ ਹਿੱਸਾ ਖਾਲਸੇ ਨੇ ਲੈਣਾ, ਫਿਰ ਸਾਰੀ ਸੰਗਤ ਨੇ ਵੀ ਉਹ ਸ਼ਹਿਰ ਹੋ ਜਾਂਦੀ ਹੈ ਚੀਜ਼ ਸਾਰਿਆਂ ਦੇ ਵਿੱਚ। ਦੇਗ ਜਿਹੜੇ ਮਹਾਰਾਜ ਦੇ 52 ਹੁਕਮ ਨੇ, ਹੁਕਮਨਾਮੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹਜੂਰ ਸਾਹਿਬ ਤੇ ਉਹ ਲੱਗੇ ਆ, ਉੱਥੇ ਲਿਖਿਆ ਵੀ ਜਦੋਂ ਦੇਗ ਵਰਤਾਉਣੀ ਆ ਉਹ ਬਰਾਬਰ ਗੁੱਫੇ ਵਰਤਾਉਣੇ ਆ ਸਾਰਿਆਂ ਨੂੰ। ਤੇ ਜਿਹੜਾ ਵਰਤਾਉਣ ਵਾਲਾ ਐਵਰੀ ਵੀਕ ਵਾਲਾ ਹੋਵੇ ਉਹਨੂੰ ਅੰਦਾਜ਼ਾ ਆ ਜਾਂਦਾ ਵੀ ਕਿੰਨੀ ਕੁ ਦੇਗ ਕਿੰਨੀ ਕਿਸੇ ਤਰੀਕੇ ਨਾਲ ਵਰਤਣੀ ਆ। ਜਿਹੜੇ ਮੇਰੇ ਵਰਗੇ ਨਵੇਂ ਹੁੰਦੇ ਆ ਕਈ ਵਾਰੀ ਵੱਧ ਤੋਂ ਸ਼ੁਰੂ ਕਰਦੇ, ਫਿਰ ਥੋੜੇ ਕਰ ਦਿੰਦੇ ਜਾਂ ਥੋੜੋ ਤੋਂ ਸ਼ੁਰੂ ਕਰਕੇ ਫਿਰ ਵੱਧ ਕਰ ਦਿੰਦੇ ਆ। ਉਹ ਅੰਦਾਜ਼ਾ ਆਪੇ ਆ ਜਾਂਦਾ ਵੀ ਬਰਾਬਰ ਦੇਗ ਸਾਰਿਆਂ ਨੂੰ ਦੇਣੀ ਆ, ਕਿਸੇ ਨੂੰ ਵੱਧ ਨਹੀਂ ਦੇਣੀ ਕਿਸੇ ਨੂੰ ਘੱਟ ਨਹੀਂ। ਜੇ ਕਿਸੇ ਨੇ ਦੂਜੀ ਵਾਰੀ ਲੈਣੀ ਆ ਉਹ ਬਾਅਦ ਚ ਲਵੇ, ਪਹਿਲਾਂ ਨਾ ਕਹੇ ਵੀ ਦੂਜੀ ਹੁਣੀ ਪਾ ਦਿਓ, ਪਹਿਲਾਂ ਸੰਗਤ 'ਚ ਵਰਤੇ ਫਿਰ ਦੂਜੀ ਵਾਰੀ ਲੈਣੀ ਆ, ਫਿਰ ਦੂਜਾ ਜੇ ਹਜੇ ਦੇਗ ਪਈ ਆ ਤੇ ਫਿਰ ਦੂਜਾ ਚੱਲ ਪਵੇ, ਫਿਰ ਉਹ ਹੱਥ ਫਿਰ ਉਹ ਵੀ 2 ਵਾਰੀ ਲੈ ਸਕਦੇ। ਪਰ ਇੱਕ ਇਤਿਹਾਸ 'ਚ ਆਉਂਦਾ ਗੁਰੂ ਗੋਬਿੰਦ ਸਿੰਘ ਜੀ ਸਮੇਂ ਵੱਧ ਨਹੀਂ ਸਕੀ ਦੀ ਦੇਗ ਕਰਕੇ ਜਿਹੜੀ ਕੋਈ ਕਿਸੇ ਦੀ ਅਰਦਾਸ ਆ ਫਿਰ ਤੁਸੀਂ ਭਾਰ ਜ਼ਿਆਦੇ ਉਹ ਬਰਾਬਰ ਵੰਡੀ ਦੀ ਹੁੰਦੀ ਆ। ਜੇ ਜ਼ਿਆਦੇ ਛਕਣ ਲੱਗ ਜਾਓ ਫਿਰ ਤੁਹਾਡੇ ਤੇ ਭਾਰ ਵੀ ਪੈ ਜਾਂਦਾ, ਕਰਕੇ ਇਹਦੇ ਵਿੱਚ ਅਰਦਾਸਾਂ ਹੁੰਦੀਆਂ ਨੇ। ਅਰਦਾਸ ਫਿਰ ਤੁਸੀਂ ਆਪਦੇ ਲੈ ਲੈਣੇ ਜ਼ਿਆਦੇ ਛਕ ਕੇ। ਸੋ ਇੱਕ ਗੁਫਾ ਤਾਂ ਮੈਂਡੇਟਰੀ ਆ, ਤੇ ਜੇ 2 ਵੀ ਲੈ ਲਓ ਚਲੋ ਉਹਦੀ ਕੋਈ ਖਾਸ ਗੱਲ ਨਹੀਂ। ਜਿੱਥੇ ਆਪਾਂ 4-5 ਲਈ ਜਾਣੇ ਆ ਉੱਥੇ ਫਿਰ ਥੋੜੀ ਜਿਹੀ ਜ਼ਿਆਦਾ ਹੋ ਜਾਂਦੀ ਹੈ। ਤੇ ਇੱਕ ਇਹ ਵੀ ਆਉਂਦਾ ਹੁਕਮ 'ਚ 52 ਹੁਕਮਾਂ ਦੇ ਵਿੱਚ ਵੀ ਜਦ ਤੱਕ ਦੇਗ ਵਰਤਦੀ ਨਹੀਂ ਸਾਰੀ ਸੰਗਤ 'ਚ ਉੱਠਣਾ ਨਹੀਂ ਚਾਹੀਦਾ। ਉਦਾਂ ਮੈਂ ਤੁਹਾਨੂੰ ਨਹੀਂ, ਮੈਂ ਆਪ ਇਹ ਵੀ ਇਹ ਚੀਜ਼ ਦਾ ਭਾਗੀ ਆ। ਆਪਾਂ ਵੀ ਪਹਿਲਾਂ ਲੈ ਕੇ ਉੱਠ ਕੇ ਚੱਲ ਜਾਂਦੇ, ਪਰ ਮੈਂ ਤੁਹਾਨੂੰ ਦੱਸਦਾ ਜਿੱਦਾਂ ਲਿਖਿਆ ਆ। ਆਪਾਂ ਤੁਸੀਂ ਸੱਦਿਆ, ਮੈਂ ਤੁਸੀਂ ਸਾਰੀ ਚੀਜ਼ ਦੱਸਦਾ। ਮੈਂ ਇਹ ਨਹੀਂ ਵੀ ਗਲਤੀ ਦਾ ਇਹ ਨਹੀਂ ਕਹਿੰਦਾ ਵੀ ਮੇਰੇ ਤੋਂ ਮੈਂ ਕਲੀਅਰ ਆ ਚੀਜ਼ਾਂ ਤੋਂ, ਮੇਰੇ ਤੋਂ ਵੀ ਗਲਤੀਆਂ ਹੁੰਦੀਆਂ ਨੇ, ਪਰ ਜਿੱਦਾਂ ਲਿਖਿਆ ਮੈਂ ਤੁਹਾਨੂੰ ਦੱਸਦਾ ਵੀ ਮਹਾਰਾਜ ਨੇ ਦੱਸਿਆ ਵੀ ਜਦ ਤੱਕ ਸਾਰੀ ਸੰਗਤ ਨਹੀਂ ਵਰਤਦੀ ਉਦੋਂ ਤੱਕ ਕਿਸੇ ਨੇ ਉੱਠਣਾ ਨਹੀਂ। ਜਦੋਂ ਵਰਤ ਗਈ ਫਿਰ ਉੱਠ ਕੇ ਜਾ ਸਕਦੇ ਹੋ, ਫਿਰ ਉੱਠ ਕੇ ਜਾ ਸਕਦੇ ਹੋ। ਦੇਗ ਹਰਿਮੰਦਰ ਸਾਹਿਬ ਦੇ ਵਿੱਚ ਤੁਸੀਂ ਦੇਖਦੇ ਹੋ, ਜੇ ਸਵੇਰੇ ਤੁਸੀਂ ਲਾਉਣੇ ਹੁੰਦੇ ਹੋ ਟੀਵੀ ਉੱਥੇ ਦੇਖਦੇ ਹੋ ਜਾਂ ਜਿੱਥੇ ਉੱਥੇ ਸੰਗਤ ਕੀਤੀ ਆ, ਉਹ ਆਸਾ ਦੀ ਵਾਰ ਦੇ ਕੀਰਤਨ ਤੋਂ ਬਾਅਦ ਦੇ ਵਿੱਚ ਪੁਰਾਤਨ ਸਮੇਂ ਦੇ ਵਿੱਚ ਭੋਗ ਲੱਗਦਾ ਹੁੰਦਾ ਸੀ। ਹੁਣ ਜਦੋਂ ਹੁਕਮਨਾਮੇ ਤੋਂ ਬਾਅਦ ਹੁਕਮਨਾਮੇ ਪ੍ਰਕਾਸ਼ ਹੁੰਦਾ ਮਹਾਰਾਜ ਦਾ, ਫਿਰ ਹੁਕਮਨਾਮਾ ਲੈਂਦੇ ਆ, ਫਿਰ ਇੱਕ ਸ਼ਬਦ ਪੜ੍ਹ ਕੇ ਨਾਲ ਹੀ ਅਰਦਾਸ ਹੋ ਜਾਂਦੀ ਹੈ, ਫਿਰ ਦੇਗ ਉੱਥੇ ਵਰਤਾਉਂਦੇ ਆ। ਅਸਲ ਵਿੱਚ ਪੁਰਾਤਨ ਸਮੇਂ ਦੇ ਵਿੱਚ ਮਹਾਰਾਜ ਦੇ ਸਰੂਪ ਆਉਂਦੇ ਸੀ ਤੇ ਸੁਖਾਸਨ ਰਹਿੰਦੇ ਸੀ ਉੱਥੇ, ਤੇ ਉਹ ਸੇਵਾ ਹੋ ਜਾਂਦੀ ਸੀ ਮਹਾਰਾਜ ਦੀ। ਆਸਾ ਦੀ ਵਾਰ ਦਾ ਕੀਰਤਨ ਜਦੋਂ ਫਤਿਹ ਬੁਲਾਉਂਦੇ ਸੀ ਉਦੋਂ ਮਹਾਰਾਜ ਦਾ ਹੁਕਮਨਾਮਾ ਲੈ ਕੇ ਅਰਦਾਸ ਕਰਕੇ ਹੁਕਮਨਾਮਾ ਲੈ ਕੇ ਫੇਰ ਦੇਗ ਉਦੋਂ ਵਰਤਦੀ ਸੀ। ਹੁਣ ਤਾਂ ਥੋੜਾ ਜਿਹਾ ਉਹਨਾਂ ਨੇ ਪਹਿਲਾਂ ਕਰਤਾ ਕਿ ਪਿਛਲੇ 50 ਸਾਲ 100 ਸਾਲ ਦੀ ਗੱਲ ਆ। ਸੰਗਤ ਕਹਿਣ ਲੱਗੀ ਵੀ ਚਲੋ ਹੁਣ ਆਪਾਂ ਸਾਰੇ ਅੱਜ ਦਾ ਸਾਰੇ ਕਰਦੇ, ਕਿਸੇ ਨੂੰ ਬਲੇਮ ਨਹੀਂ, ਕੰਮਾਂ ਤੇ ਜਾਣਾ ਆਹ ਕਰਨਾ ਵੀ ਛੇਤੀ ਪਹਿਲਾਂ ਵਰਤਾ ਲਿਆ ਕਰੋ। ਹਾਂ ਹਜੂਰ ਸਾਹਿਬ ਹਜੇ ਵੀ ਆ ਫਤਿਹ ਬੁਲਾ ਕੇ ਫੇਰ ਦੇਗ ਵਰਤਦੀ ਆ ਸਾਰਾ ਪ੍ਰੋਗਰਾਮ ਤੋਂ ਬਾਅਦ। ਹਰਿਮੰਦਰ ਸਾਹਿਬ ਹੁਣ ਥੋੜਾ ਜਿਹਾ ਪਹਿਲਾਂ ਹੋਣ ਲੱਗ ਗਿਆ। ਮੈਂ ਨਹੀਂ ਤੁਹਾਨੂੰ ਤਾਂ ਨਹੀਂ ਦੱਸਦਾ ਵੀ ਸ਼ੰਕਾ ਕਰਨ ਵਾਸਤੇ, ਮੈਂ ਤੁਹਾਨੂੰ ਤਾਂ ਦੱਸਦਾ ਆ ਵੀ ਅਸਲੀ ਚੀਜ਼ ਕੀ ਆ, ਵੀ ਉਹ ਥੋੜੀ ਜਿਹੀ ਚੇਂਜ ਹੋ ਗਏ। ਖਾਲਸਾ ਚੇਂਜਿੰਗ ਵੀ ਲਿਆ ਸਕਦਾ, ਇਹ ਵੀ ਨਾ ਭੁੱਲਿਓ। ਖਾਲਸਾ ਜੇ ਸਰਬੱਤ ਖਾਲਸਾ ਜਾਂ ਗੁਰਮਤਾ ਹੋਵੇ, ਖਾਲਸਾ ਪੰਥ ਖਾਲਸੇ ਦਾ ਜਾਂ ਗੁਰੂ ਖਾਲਸਾ ਚੇਂਜਿੰਗ ਵੀ ਲਿਆ ਸਕਦਾ, ਅਡੈਪਸ਼ਨ ਵੀ ਲਿਆ ਸਕਦਾ, ਤਰੀਕਿਆਂ ਨਾਲ ਮਤਲਬ ਰੌ ਰੀਤਿਆਂ 'ਚ ਨਹੀਂ ਬਦਲਾਅ ਕਰ ਸਕਦਾ, ਪਰ ਆਪਣੀ ਪ੍ਰੈਕਟੀਕਲ ਲਾਈਫ ਦੇ ਵਿੱਚ ਬਦਲਾਅ ਕਰ ਸਕਦਾ, ਹੁਕਮਨਾਮੇ ਜਾਰੀ ਕਰ ਸਕਦਾ। ਪਰ ਉਸ ਸਮੇਂ ਦੇ ਵਿੱਚ ਐਂਡ ਤੇ ਹੁੰਦੀ ਸੀ ਆਸਾ ਦੀ ਵਾਰ ਦਾ ਕੀਰਤਨ ਤੋਂ ਬਾਅਦ ਫਿਰ ਦੇਗ ਵਰਤਦੀ ਹੁੰਦੀ ਸੀ। ਸੋ ਮੇਰੇ ਦਿਮਾਗ ਦੇ ਵਿੱਚ ਇਹ ਸਾਰੀਆਂ ਗੱਲਾਂ ਜਿਹੜੀ ਮੇਰੇ ਮਨ 'ਚ ਸੀਗੀਆਂ ਉਹ ਆ ਗਈਆਂ। ਬਾਕੀ ਜੇ ਕਿਸੇ ਦਾ ਸਵਾਲ ਆ ਫਿਰ ਆਪਾਂ ਇੱਕ ਵਾਰੀ ਫੇਰ ਜੇ ਕਿਸੇ ਨੇ ਬਣਾਉਣੀ ਆ ਦੇਗ ਬਣਾ ਕੇ ਤੁਸੀਂ ਇੱਕ ਵਾਰੀ ਟਰਾਈ ਕਰ ਲਓ, ਜੇ ਕਿਸੇ ਨੇ ਇੱਥੇ ਬਣਾਉਣੀ ਆ ਤੇ ਬਾਕੀ ਤੁਹਾਡੀ ਮਰਜ਼ੀ ਆ। ਮੈਂ ਤਾਂ ਚਾਹੁੰਦਾ ਸੀ ਵੀ ਤੁਸੀਂ ਇੱਕ ਵਾਰੀ ਕੋਈ ਤੁਹਾਡੇ ਵਿੱਚੋਂ ਪਹਿਲਾਂ ਸਵਾਲ ਕਰਦੇ ਫਿਰ ਇੱਕ ਵਾਰੀ ਤੁਸੀਂ ਟਰਾਈ ਕਰ ਲਓ, ਫਿਰ ਆਪਾਂ ਸਕਦੇ ਹਾਂ। ਮੈਨੂੰ ਲੱਗਦਾ ਸਹੀ ਵਧੀਆ ਦੇਗ ਤੁਸੀਂ ਖੀਰ ਬਣਾਈ ਹੈ, ਖੀਰ ਦੇ ਵਿੱਚ ਪਾ ਕੇ ਤੁਸੀਂ ਵਰਤ ਲਿਓ। ਹਾਂਜੀ ਜਿਹੜੇ ਖਾਸ ਕਰ ਜ਼ਰੂਰੀ ਨੇ ਜਿਹੜੀਆਂ ਸਟੈਪ ਗੱਲਾਂ ਜਿਹੜੇ ਸਟੈਪ ਤੋਂ ਦੱਸ ਮਾਰੀਆਂ ਜਦੋਂ ਵਰਤਾਉਣੀਆਂ ਦੇਖ ਨਾ ਉਦੋਂ ਜ਼ਰੂਰੀ ਆ ਵਾ ਸਟੈਪ ਜਿਹੜੇ ਬਹੁਤ ਜ਼ਰੂਰੀ, ਖਾਸ ਕਰ ਬਹੁਤ ਜ਼ਰੂਰੀ ਆ। ਬਣਾਉਣ ਲੱਗੇ ਵੀ ਵਰਤਾਉਣ ਲੱਗੇ ਤੇ ਖਾਸ ਕਰਕੇ ਜ਼ਰੂਰੀ ਆ ਜਦੋਂ 5 ਸਿੰਘ ਨਾ ਹੋਣ। ਹਾਂਜੀ ਜੇ 5 ਸਿੰਘ ਨਾ ਹੋਣ ਫਿਰ ਉਹ ਇਸ ਤਰ੍ਹਾਂ ਸੰਗਤ ਕਰਦੀ ਆ ਵੀ 5 ਬਾਟੇ 'ਚ ਕੱਢ ਲਏ ਤੇ ਗ੍ਰੰਥੀ ਸਿੰਘ ਨੂੰ ਤਾਂ ਰੱਖਣਾ ਹੀ ਰੱਖਣਾ, ਗ੍ਰੰਥੀ ਤਾਂ ਹੁੰਦਾ ਹੀ ਆ। ਭਾਵੇਂ ਕਈ ਗੁਰੂ ਘਰਾਂ 'ਚ ਗ੍ਰੰਥੀ ਤਾਂ ਆਪ ਹੀ ਹੁੰਦਾ ਤੇ ਆਪ ਹੀ ਉੱਥੇ ਰੱਖ ਦੋ, ਬਾਅਦ ਉਹਨੇ ਆਪੇ ਆ ਕੇ ਛਕ ਲੈਣੀ ਆਪਦੀ ਦੇਗ ਹਨਾ, ਜਿਹੜੇ ਉਹ ਆਪਦੇ ਆ ਹਨਾ, ਜਿਹੜੇ 5 ਸਿੰਘ ਦੇ ਆ ਫਿਰ ਉਹ ਮੁੜ ਕੇ ਫੇਰ ਇਹਦੇ ਵਿੱਚ ਰਲਾ ਲਓ, ਪਰ ਇੱਕ ਵਾਰੀ ਕੱਢ ਲਓ। ਜਿਹੜੀ ਉਹਦੇ ਉਹੀ ਮਰਜ਼ਾਦਾ ਦੇਣ ਦੀ, ਉਹੀ ਮਰਜ਼ਾਦਾ ਵਿੱਚ ਕੱਢਣ ਦੀ, ਉਹੀ ਮਰਜ਼ਾਦਾ ਪਾਉਣ ਦੀ।
ਹਾਂ ਜਿਹੜੀ ਜੇ ਕੱਢਣ ਦੀ ਤਾਂ ਉਹੀ ਮਰਜ਼ਾਦਾ ਪਾਉਣ ਦੀ ਆ, ਨਾ ਲੈ ਕੇ ਪਾਉਣੀ, ਨਾ ਲੈ ਕੇ ਕੱਢਣੀ। ਹਾਂਜੀ You know, you said that we have to give it out equally to everyone. you try, that's what you have to, I What can't if they ask, like, I want Swire? Do you give them Swire? ਸਵਾਇਆ ਦਾ ਜਿਹੜੇ ਖਾਲਸੇ ਦੀ ਬੋਲੀ ਸਵਾਇਆ ਦਾ ਮਤਲਬ ਹੁੰਦਾ ਜ਼ਿਆਦੇ, ਉਹਨੂੰ ਫਿਰ ਦੱਸਦੇ ਆ Are you allowed to give them that? ਇਹ ਹਾਂ, ਤੁਸੀਂ ਕਹੋ ਵੀ ਜੇ ਚਲੋ ਜੇ ਉਹ ਤਾਂ ਤੁਹਾਡੀ ਮਰਜ਼ੀ ਆ, ਹੁਣ ਜੇ ਜ਼ਿਆਦਾ ਸੰਗਤ ਆਪਾਂ ਰੌਲਾ ਵੀ ਨਹੀਂ ਪਾਉਣਾ, ਸੰਗਤ ਦਾ ਕੋਈ ਸੰਗਤ ਦੀ ਕੋਈ ਦਰਸੀਸ ਵੀ ਨਹੀਂ ਲੈਣੀ, ਚਲੋ ਜੇ ਥੋੜੀ ਦੇਣੀ ਹੈ ਥੋੜੀ ਦੇ ਦਿਓ, ਪਰ ਜੇ ਕੋਈ ਨਿਆਣਾ ਜਾਂ ਕੋਈ ਨੌਜਵਾਨ ਆ ਉਹਨਾਂ ਨੂੰ ਕਹੋ ਵੀ ਤੁਸੀਂ ਤਾਂ ਨੌਜਵਾਨ ਹੋ ਵੀ ਏਦਾਂ ਛਕੋ ਕਰਦਾ ਦੇਖੋ ਹਨਾ। ਤੁਸੀਂ ਹੁਣ ਕਈ ਵਾਰੀ ਕਹਿੰਦੇ ਨਾ ਜਦ ਦੇ ਗਏ ਵਾਲੇ ਏਦਾਂ ਕਰਦੇ, ਹੁਣ ਕੀ ਆ ਹਾਂ ਵੀ ਚਲੋ ਥੋੜੀ ਜਿਹੀ ਕਰ ਲਓ ਘੱਟ, ਪਰ ਕੋਸ਼ਿਸ਼ ਕਰੋ ਵੀ ਉਹ ਤੇ ਦੇਗ ਕੋਸ਼ਿਸ਼ ਤਾਂ ਇਹੀ ਹੁੰਦੀ ਆ, ਹੁਣ ਗੁਰੂ ਘਰਾਂ 'ਚ ਆਪਾਂ ਰੱਖਦੇ ਸਾਰੇ ਆਪਾਂ ਕਰਦੇ ਆ ਵੀ ਸੰਗਤ ਆਉਂਦੀ ਆ ਵੀ ਦੇਗ ਲੈਂਦੀ ਆ ਡਿਫਰੈਂਟ ਟਾਈਮਾਂ ਤੇ। ਉਸ ਸਮੇਂ ਦੇ ਵਿੱਚ ਇਹ ਹੁੰਦਾ ਸੀ ਵੀ ਜਿਹੜੀ ਦੇਗ ਸੀ ਇੱਕੋ ਵਾਰੀ ਵਰਤਦੀ ਸੀ, ਫਿਰ ਦੂਜੀ ਵਾਰੀ ਸ਼ਾਮ ਨੂੰ ਆਉਣੀ ਹੈ, ਜਿਹਨੇ ਦੇਗ ਲੈਣੀ ਉਸ ਟਾਈਮ ਤੇ ਆਵੇ, ਜਾਂ ਕੋਈ ਸਪੈਸ਼ਲ ਕਾਰਜ ਵਾਸਤੇ ਦੇਗ ਬਣੀ ਆ ਵੀ ਉਸੇ ਵਾਰੀ ਇੱਕੋ ਵਾਰੀ ਵਰਤ ਜਾਵੇ ਸਾਰੇ ਮਤਲਬ ਸਾਰੀ ਸੰਗਤ ਨੂੰ। ਯੂਜੂਅਲੀ ਤਾਂ ਇਹੀ ਹੁੰਦਾ ਸੀਗਾ, ਲੰਗਰਾਂ 'ਚ ਵੀ ਇਹੀ ਹੁੰਦਾ ਸੀ, ਪਰ ਹੁਣ ਆਪਾਂ ਸੋਚਦੇ ਹਾਂ ਵੀ ਚਲੋ ਸੰਗਤ ਟਾਈਮਾਂ ਤੇ ਆਉਂਦੀ ਆ, ਉਹ ਆਪਾਂ ਥੋੜੇ ਤਾਂ ਹੀ ਮੈਂ ਕਹਿੰਦਾ ਕੁਝ ਚੀਜ਼ਾਂ ਆਪਾਂ ਖੁੱਲ੍ਹ ਕਰ ਸਕਦੇ ਹਾਂ, ਉਹ ਕੋਈ ਗਲਤੀ ਨਹੀਂ ਹੈਗੀ, ਪਰ ਆਪਾਂ ਦੱਸਦੇ ਹਾਂ ਪੁਰਾਣੇ ਕਿੱਦਾਂ ਹੁੰਦਾ ਸੀ, ਉਹ ਕੋਈ ਗਲਤੀ ਨਹੀਂ ਹੈਗੀ ਜੇ ਆਪਾਂ ਦੇਖ ਰੱਖ ਲਈ ਵੀ ਸੰਗਤ ਆਉਂਦੀ ਆ, ਉਹ ਅਡੈਪਸ਼ਨ ਕਰ ਸਕਦੇ ਹਾਂ। ਕੁਝ ਗੱਲਾਂ ਆਪਾਂ ਨਹੀਂ ਕਰ ਸਕਦੇ, ਜਿੱਦਾਂ ਮੈਂ ਕਿਹਾ ਅਚਾਸ ਵੱਖਰੀ ਬਣਾਉਣੀ ਆ, ਇਹ ਤੁਸੀਂ ਨਹੀਂ ਪਤਾ, ਜਿੱਦਾਂ ਕਈ ਮੈਂ ਤੁਹਾਨੂੰ ਦੱਸਿਆ ਵੀ ਜਦੋਂ ਆਪਾਂ ਘਿਓ 'ਚ ਆਟਾ 'ਚ ਨਹੀਂ ਪਾਇਆ ਹਨਾ, ਚਾਸ ਤਾਂ ਆਪਣੀ ਬਣੀ ਪਈ ਸੀ, ਕਈ ਉਹ ਚਾਸ ਨਹੀਂ ਬਣਾਉਂਦੇ, ਜਿੱਦਾਂ ਉਹ ਦੇਗ ਬਣਾਉਂਦਾ ਸੀ, ਸ਼ੂਗਰ ਦਾ ਬੈਗ ਇੱਥੇ ਨਾਲ ਹੁੰਦਾ, ਉਹਨੇ ਨਾਲ ਦੀ ਨਾਲ ਪਾਈ ਜਾਣੀ ਥੋੜੀ ਜਿਹੀ, ਹਾਂ ਹੁਣ ਲੱਗ ਗਿਆ ਮਿੱਠਾ ਪੈ ਗਿਆ, ਥੋੜਾ ਜਿਹਾ ਜਲ ਪਾ ਦਈਏ ਬਸ ਬਣ ਗਈ। ਪਹਿਲਾਂ ਇੱਥੇ ਪਤੀਲੇ 'ਚ ਪਾਇਆ ਹੁੰਦਾ, ਜੱਗ 'ਚ ਮੈਂ ਦੇਖਿਆ ਕਈ ਵਾਰੀ ਜੱਗ ਪਾਈ ਜਾਓ ਮਿਕਸ ਕਰੀ ਜਾਓ, ਉਹ ਚਾਸ ਵਾਲਾ ਸਿਸਟਮ ਕੱਟਤਾ, ਇਹ ਨਹੀਂ ਆਪਾਂ ਅਡਾਪਸ਼ਨ ਕਰ ਸਕਦੇ, ਚਾਸ ਤਾਂ ਬਣਾਉਣੀ ਆ, ਜਿਹੜੀ ਅਡਾਪਸ਼ਨ ਆਪਾਂ ਕਰ ਸਕਦੇ ਉਹ ਮੈਂ ਤੁਹਾਨੂੰ ਦੱਸਤੀਆਂ ਨੇ। ਚਾਸ ਵੱਖਰੀ ਬਣਾਉਣੀ ਹੈ, ਜੇ ਦੇਗ ਦੀ ਕਿਰਪਾ ਲੈਣੀ ਕਰਕੇ ਉਹ ਇੱਕ ਸਪੈਸ਼ਲ ਚੀਜ਼ ਦਿੱਸੀ ਆ। ਹੁਣ ਜੇ ਕਿਸੇ ਨੇ ਦੇਗ ਬਣਾਉਣੀ, ਮੈਂ ਸੋਚਦਾ ਮੈਂ ਚਾਹਣਾ ਵੀ ਤੁਸੀਂ ਇੱਕ ਜਣਾ ਤੁਸੀਂ ਵੀ ਥੋੜੀ ਜਿਹੀ ਬਣਾ ਲਓ, ਜੇ 250 ਗ੍ਰਾਮ ਨਹੀਂ ਬਣਾਉਣੀ 100 ਗ੍ਰਾਮ ਬਣਾ ਲਓ ਹਨਾ, ਥੋੜੀ ਜਿਹੀ ਬਣਾ ਲਓ, ਪਰ ਫਿਰ ਮੈਨੂੰ ਖੁਸ਼ੀ ਜੀ ਹੋਊਗੀ ਵੀ ਤੁਹਾਨੂੰ ਆ ਕੇ ਆਪਾਂ ਦੱਸੀਆਂ ਗੱਲਾਂ ਵੀ ਕੋਈ ਤੁਹਾਡੇ ਵਿੱਚ ਵੀ ਨਵਾਂ ਬੰਦਾ ਹੋਵੇ, ਪਰ ਇਹ ਨਾ ਹੋਵੇ ਵੀ ਜਿਹਨੇ ਪਹਿਲਾਂ ਬਣਾਈ ਆ ਦੇਗ ਹੋਵੇ ਨਵਾਂ ਬੰਦਾ, ਪਰ ਮੈਂ ਦੇਖਦਾ ਕੁਝ ਸਿੰਘਾਂ ਨੇ ਬਣਾਈ ਲੱਗਦੀ ਆ, ਇਹਨਾਂ ਨੂੰ ਪਤਾ ਹੋਣਾ, ਤੁਸੀਂ ਬਣਾਓ, ਜਿਹਨੇ ਨਹੀਂ ਬਣਾਈ ਦੇਗ ਉਹ ਆ ਕੇ ਬਣਾਵੇ, ਪਤਾ ਤੁਸੀਂ ਸੰਗ ਕਰਕੇ ਤੁਹਾਡੀ ਸੰਗਤ ਦੇ ਵਿੱਚ ਸੇਵਾਦਾਰ ਤੁਹਾਡੀ ਵਾਧਾ ਹੁੰਦਾ ਸੰਗ ਫਿਰ। ਰਹੇ ਮੇਰੇ ਖਿਆਲ ਸੰਗ ਰਹੇ ਤੇ ਸੰਗਤ ਦੀ ਗੱਲ ਸੰਗ ਰਹੇ।